ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਐਸਾ ਕੋ ਨਹੀਂ, ਮਦਰ ਦੇ ਜਰਾਏ। ਪੰਚੋ ਲੜਕੈ ਮਾਰੂ ਕੈ, ਰਹਿ ਰਾਮ ਲਿਓ ਲਾਏ। ਕਬੀਰ ਐਸਾ ਕੋ ਨਹੀਂ, ਮੰਦਰ ਦੇ ਜਰਾਏ। ਪੰਚੋ ਲੜਕੇ ਮਾਰੂ ਕੈ, ਰਹਿ ਰਾਮ ਲਿਓ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ, ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰਸੰਗਤ ਜੀ, ਜਵਾਬ ਜੀ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਮਿਲਿਆ ਹੈ। ਸਤ ਸੰਗਤ ਦੀਆਂ ਅਮੋਲਕ ਘੜੀਆਂ, ਅਮੋਲਕ ਸਮਾਂ ਸੱਚੇ ਪਾਤਸ਼ਾਹ ਜੀ ਬਖਸ਼ਦੇ ਨੇ। ਆਓ ਕੁਝ ਕੁ ਸਮਾਂ ਬੈਠ ਕਰਕੇ ਗੁਰਬਾਣੀ ਦੀ ਕਥਾ ਵਿਚਾਰ ਨਾਲ ਜੁੜੀਏ। ਬ੍ਰਹਮ ਗਿਆਨੀ ਭਗਤ ਕਬੀਰ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਵਿੱਤਰ ਸਲੋਕਾਂ ਦੀ ਕਥਾ, ਗੁਰਬਾਣੀ ਦੀ ਕਥਾ ਆਪ ਸਕ ਸੰਗਤਾਂ ਸਰਵਣ ਕਰ ਰਹੀਆਂ ਹੋ। ਮਹਾਰਾਜ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਤੁਰਕੀ ਬਾਣੀ, ਅਕਾਲੀ ਬਾਣੀ ਉਚਾਰ ਰਹੇ ਨੇ ਔਰ ਕਲਯੁਗੀ ਜੀਵਾਂ ਨੂੰ ਮਹਾਰਾਜ ਉਪਦੇਸ਼ ਬਖਸ਼ਦੇ ਨੇ, ਸਮਝਾ ਰਹੇ ਨੇ। ਕਿਉਂ ਗਾਫਲ ਦੀ ਨਿਆਈ ਔਰ ਗਾਫਲਾਂ ਦੀ ਨੀਂਦ ਸੁੱਤਾ ਪਿਆ ਹੈ, ਆਪਣੇ ਮਨ ਨੂੰ ਜਗਾ ਲੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਦਾ ਮਨ ਜਾਗ ਗਿਆ ਉਹ ਫਿਰ ਸਾਧ ਸੰਗਤ ਜੀ ਕਦੇ ਮਾਇਆ ਦੀ ਨੀਂਦ ਵਿੱਚ ਨਹੀਂ ਸੌਂਦੇ। ਜਿਨ੍ਹਾਂ ਦਾ ਮਨ ਜਾਗ ਗਿਆ, ਜਿਹੜੇ ਜਾਗੇ ਹੋਏ ਪੁਰਖ ਨੇ, ਪਰਮੇਸ਼ਰ ਦੇ ਨਾਮ ਦਾ ਅਭਿਆਸ ਭਗਤੀ ਮਹਾਰਾਜ ਜੀ ਕਰਦੇ ਹੈ। ਮਾਇਆ ਦੀ ਨੀਂਦ 'ਚ ਪਏ ਹੋਣ ਕਰਕੇ ਮਨਮੁਖ ਜੀਵ ਤਾਂ ਵਾਹਿਗੁਰੂ ਦੇ ਨਾਮ ਨੂੰ ਭੁੱਲੀ ਬੈਠੇ ਹੈ, ਕਿਉਂਕਿ ਮਨ ਸੁੱਤਾ ਹੈ, ਮਨ ਜਾਗਿਆ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ।
ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਮਨਾ ਜਾਗ ਲੈਣਾ ਕਰ, ਕਿਉਂ ਗਾਫਲਾਂ ਦੀ ਨੀਂਦ ਪਿਆ ਹੈ। ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਜਿਹੜੇ ਤੇਰੇ ਨਾਲ ਪੈਦਾ ਹੋਏ ਨੇ, ਤੇਰੇ ਭੈਣ ਭਰਾ ਸਾਕ ਸੰਬੰਧੀ ਰਿਸ਼ਤੇਦਾਰ, ਔਰ ਤੇਰਾ ਜਿਹੜਾ ਇਹ ਸਰੀਰ ਹੈ ਮਨਾ ਤੇਰੇ ਨਾਲ ਹੀ ਇਹ ਆਇਆ ਹੈ। ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਆ ਸਰੀਰ ਤੇਰੇ ਨਾਲ ਸੰਗੀ ਨਹੀਂ ਬਣੇਗਾ। ਅੰਤ ਵੇਲੇ ਇਹਨੂੰ ਡਾਰ ਅਗਨ ਮੈਂ ਦੀਨਾ, ਅੱਗ ਵਿੱਚ ਸੁੱਟ ਦੇਣਾ ਏ, ਖਤਮ ਹੋ ਜਾਵੇਗਾ, ਨਾਸ਼ ਹੋ ਜਾਵੇਗਾ। ਬਸ ਜੇ ਤਾਂ ਤੂੰ ਵਾਹਿਗੁਰੂ ਦਾ ਨਾਮ ਤੇ ਆਇਆ ਏ ਤਾਂ ਫਿਰ ਤਾਂ ਮਹਾਰਾਜ ਕਹਿੰਦੇ ਕੋਈ ਥੋੜ੍ਹਾ ਬਹੁਤਾ ਤੇਰੇ ਤੇ ਤਰਸ ਹੈਗਾ ਆ ਕਿ ਦੁਬਾਰਾ ਮਨੁੱਖਾ ਜਨਮ ਵੀ ਮਿਲ ਸਕਦਾ ਹੈ। ਜੇ ਇੱਛਾ ਹੈ ਕਿ ਮੈਂ ਪਰਮੇਸ਼ਰ ਦੀ ਭਗਤੀ ਕਰਾਂ, ਕੋਈ ਸਤ ਸੰਗਤ, ਕੋਈ ਭਜਨ, ਕੋਈ ਸੇਵਾ, ਕੋਈ ਗਿਆਨ ਮੈਂ ਲੈਣਾ ਕਰਾਂ, ਮਹਾਰਾਜ ਦੀ ਗੁਰਬਾਣੀ ਦਾ, ਨਾਮ ਦਾ, ਆਤਮਿਕ ਗਿਆਨ। ਪਰ ਜੇ ਤੂੰ ਇਹ ਗਾਫਲਾਂ ਦੀ ਨੀਂਦ ਵਿੱਚ ਸੁੱਤਾ ਹੀ ਪਿਆ ਰਿਹਾ, ਮਨੁੱਖਾ ਜਨਮ ਦੁਬਾਰਾ ਨਹੀਂ ਮਿਲੇਗਾ। ਉਹ ਸਦਾ ਵਾਸਤੇ ਦੁੱਖ ਜੋ ਭੋਗਣੇ ਹੈ। ਬਹੁਤ ਸਜਾਏ ਪਾਇਆ ਦੇਸ਼ ਲੰਮੇ, ਬੜਾ ਲੰਮਾ ਫਿਰ ਪੈਂਦਾ ਹੈ। 84 ਲੱਖ ਜੂਣ ਦਾ ਗੇੜਾ ਬੜਾ ਲੰਬਾ ਹੈ। ਗੁਰੂ ਸਾਹਿਬ ਕਹਿੰਦੇ ਨੇ ਮੁੱਦਤਾਂ ਬੀਤ ਜਾਂਦੀਆਂ ਨੇ, ਉਹ ਗੇੜਾ ਨਹੀਂ ਕਦੇ ਖਤਮ ਹੁੰਦਾ। ਇਸ ਕਰਕੇ ਹੁਣ ਚੋਟ ਸਹਿ ਲੈ, ਗੁਰੂ ਸਾਹਿਬ ਜੀ ਦੇ ਸ਼ਬਦ ਦੀ ਚੋਟ ਸਹਿ ਲੈ, ਮਨ ਮਾਰ ਲੈ। ਹੱਠ ਕਰਕੇ ਭਾਵੇਂ ਗੁਰਬਾਣੀ ਪੜ੍ਹ, ਸੇਵਾ ਸਿਮਰਨ ਸਤ ਸੰਗਤ ਕਰ। ਇੱਕ ਵਾਰ ਮਨ ਨੂੰ ਇੱਧਰ ਨੂੰ ਲਾ ਲੈ। ਮਹਾਰਾਜ ਕਹਿੰਦੇ ਬਾਕੀ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰ ਦੇਣੀ ਹੈ। ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕਿਰਪਾ ਕਰ ਦੇਣੀ ਹੈ। ਤੂੰ ਅਰਦਾਸ ਕਰਿਆ ਕਰ, ਮਹਾਰਾਜ ਜੀ ਕਿਰਪਾ ਕਰੋ ਮੇਰੇ ਤੇ। ਸਤਿਗੁਰੂ ਜੀ ਮੈਨੂੰ ਵੀ ਨਾਮ ਗਿਆਨ ਦੀ ਦਾਤ ਬਖਸ਼ੋ। ਉਹ ਜਾਗੇ ਹੋਏ ਪੁਰਖ ਨੇ ਜਿਹੜੇ ਸਤ ਸੰਗਤ ਵਿੱਚ ਆ ਕੇ ਗਿਆਨ ਦੀ ਅਵਸਥਾ ਵਿੱਚ ਜਾਗਦੇ ਹੈ। ਕਹਿੰਦੇ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮਹਿ ਜਾਗਣਾ। ਮਹਾਰਾਜ ਕਹਿੰਦੇ ਨੇ ਜੇ ਜਾਗਣਾ ਨੀਕਾ ਨਾ ਚੰਗਾ ਆ, ਉਹ ਹਰੀ ਦੀ ਕੀਰਤੀ ਕਰਨ ਵਿੱਚ ਜਾਗਿਆ ਕਰ। ਗ੍ਰਹਿ ਵਿਖੇ, ਘਰ ਵਿਖੇ ਜਦੋਂ ਵਾਹਿਗੁਰੂ ਦੀ ਕੀਰਤੀ ਕਰਨੀ ਹੈ, ਜਸ ਕਰਨਾ ਉਸ ਦਾ, ਤਾਂ ਮਹਾਰਾਜ ਕਹਿੰਦੇ ਉਦੋਂ ਜਾਗ, ਮਨ ਨੂੰ ਵੀ ਜਗਾ। ਵਾਹਿਗੁਰੂ ਦਾ ਜਸ ਕਰਦਾ ਹੋਇਆ ਨਾ ਰਸਨਾ ਦੁਆਰਾ ਮਨ ਨੂੰ ਜਗਾ ਕੇ ਕਰ, ਮਨ ਨੂੰ ਸੌਂ ਕੇ ਨਾ ਕਰ। ਹੁਣ ਮਨ ਤੇ ਜਗਾਇਆ ਨਹੀਂ ਹੈ, ਮਨ ਜਾਗੇਗਾ ਫੇਰ ਹੀ ਉਹਦੇ ਤੇ ਕੋਈ ਅਸਰ ਹੋਊਗਾ ਨਾ। ਸਾਧ ਸੰਗਤ ਜੀ ਇਸੇ ਤਰ੍ਹਾਂ ਕਹਿ ਰਹੇ ਆ ਮਹਾਰਾਜ ਦੀ ਬਾਣੀ ਨਾਮ ਨੂੰ, ਪਰ ਮਨ ਨਹੀਂ ਜਾਗਿਆ। ਇਸ ਕਰਕੇ ਮਨ ਨੂੰ ਜਗਾ ਕੇ ਕਹਿੰਦੇ ਤਾਂ ਜਾਗਣਾ ਨੀਕਾ ਤੇਰਾ। ਜਦੋਂ ਵਾਹਿਗੁਰੂ ਦੀ ਕੀਰਤੀ ਕਰਦਾ ਹੋਇਆ ਜਾਗੇ, ਹਰ ਕੀਰਤਨ ਮਹਿ ਜਾਗਣਾ। ਜਗਾ ਲੈ ਆਪਣੇ ਮਨ ਨੂੰ, ਜਗਾ ਲੈ। ਤਿਆਗਣਾ ਤਿਆਗਣ ਨੀਕਾ, ਕਾਮ ਕੁਰਦ ਲੋਭ ਤਿਆਗਣਾ। ਮਹਾਰਾਜ ਕਹਿੰਦੇ ਜੋ ਤਿਆਗਣਾ ਤਿਆਗਣ ਨੀਕਾ, ਚੰਗਾ ਹੈ ਨਾ। ਆਪਣੇ ਮਨ ਤੋਂ ਕਾਮ ਕੁਰਦ ਲੋਭ ਨੂੰ ਤਿਆਗ ਦੇ, ਇਉਂ ਮਹਾਰਾਜ ਦਾ ਬਚਨ ਹੈ। ਸੋ ਇਸ ਕਰਕੇ ਗੁਰਮੁਖੋ, ਉਹ ਮਹਾਰਾਜ ਭਗਤ ਕਬੀਰ ਸਾਹਿਬ ਜੀ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਉਚਾਰਦੇ ਹੈ, ਸਮਝਾਉਂਦੇ ਹੈ। ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ। ਸਾਧ ਸੰਗਤ ਜੀ ਭਗਤ ਜੀ ਦੇ ਜੋ ਪਵਿੱਤਰ ਸਲੋਕ ਨੇ, ਅੰਮ੍ਰਿਤਮਈ ਸਲੋਕ ਨੇ। ਖੰਡ ਪਾਠ ਸਾਹਿਬ ਪਾਠ ਜਦੋਂ ਹੁੰਦਾ ਹੈ ਨਾ ਘਰਾਂ ਦੇ ਵਿੱਚ, ਖੰਡ ਪਾਠ ਤੇ ਦੇਖੋ ਤੜਕੇ ਤੜਕੇ ਅੰਮ੍ਰਿਤ ਵੇਲੇ, ਆ ਹੁਣ ਜਿਸ ਵੇਲੇ ਕਥਾ ਹੋ ਰਹੀ ਹੈ ਨਾ, ਹਜੇ 5 ਵਜੇ ਹੈ, ਦੇਖੋ ਇਸ ਵੇਲੇ ਸਲੋਕ ਪੜ੍ਹੇ ਜਾਂਦੇ ਆ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ। ਕੋਈ ਸਿੰਘ ਗੁਰਬਾਣੀ ਸ਼ੁੱਧ ਪੜ੍ਹਨ ਵਾਲਾ ਹੋਵੇ, ਮਿੱਠੀ ਆਵਾਜ਼ ਹੋਵੇ, ਗੁਰਮੁਖੋ
ਤੇ ਬੜਾ ਅਸਰ ਕਰਦੀ ਹੈ ਗੁਰਬਾਣੀ। ਤੇ ਇਸ ਕਰਕੇ ਉਸ ਮਹਾਰਾਜ ਦੀ ਪਵਿੱਤਰ ਸ਼ਲੋਕਾਂ ਦੀ ਆਪ ਕਥਾ ਸੁਣ ਰਹੇ ਹੋ। ਆਓ ਬੈਠ ਕੇ ਸਰਵਣ ਕਰੀਏ। ਮਹਾਰਾਜ ਬਾਣੀ ਦੁਆਰਾ ਕੀ ਸਮਝਾਉਂਦੇ ਨੇ, ਕੀ ਉਪਦੇਸ਼ ਬਖਸ਼ਦੇ ਨੇ। ਆਓ ਬੈਠ ਕੇ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਜੀ। ਕਬੀਰ ਐਸਾ ਕੋ ਨਹੀਂ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕੋਈ ਭਾਈ ਇਹੋ ਜਿਹਾ ਪੁਰਖ ਕੋਈ ਨਹੀਂ ਦੁਨੀਆ ਤੇ ਹੈ। ਸਾਧ ਸੰਗਤ ਜੀ, ਧਿਆਨ ਦੇ ਕੇ ਬਚਨ ਸਾਰੇ ਸੁਣਨੇ ਐ। ਕੋਟਣ ਮੈਂ ਨਾਨਕ ਕੋਈ ਇੱਕ ਹੀ ਹੈ, ਇੱਕ ਅੱਧਾ ਹੀ ਹੈ, ਮਹਾਰਾਜ ਦੱਸਦੇ ਹਨ। ਮੰਦਰ ਦੇ ਜਰਾਏ। ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਕੌਣ ਨਹੀਂ ਹੈ ਕੋਈ, ਇੱਕ ਅੱਧਾ ਕੌਣ ਹੈ? ਆਖਣ ਲੱਗੇ ਨੇ, ਮੰਦਰ ਦੇ ਜਰਾਏ, ਆਪਣੇ ਘਰ ਨੂੰ ਜਿਹੜਾ ਸਾੜ ਦਵੇ। ਸਾਧ ਸੰਗਤ ਜੀ, ਜਰਾਏ ਸਾੜ ਦਵੇ ਆਪਣੇ ਘਰ ਨੂੰ, ਕਹਿੰਦੇ ਕੋਈ ਇੱਕ ਅੱਧਾ ਪੁਰਖ ਹੀ ਹੈ। ਪੰਚੋ ਲੜਕੇ ਮਾਰ ਕੇ। ਫਿਰ ਕਹਿੰਦੇ 5 ਜਣਿਆਂ ਨੂੰ, ਲੜਕਿਆਂ ਨੂੰ ਮਾਰ ਦਵੇ। ਰਹਿ ਰਾਮ ਲਿਓ ਲਾਏ। ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਚ ਲਿਵ ਲਾ ਕੇ ਕਹਿੰਦੇ ਰੱਖੇ। ਕਬੀਰ ਐਸਾ ਕੋ ਨਹੀਂ। ਹੁਣ ਮਹਾਰਾਜ ਭਗਤ ਕਬੀਰ ਸਾਹਿਬ ਜੀ ਅੰਤਰੀਵ ਅਰਥ ਇੱਥੇ ਕਰਦੇ ਐ। ਮਹਾਰਾਜ ਜੀ ਕਹਿੰਦੇ ਨੇ, ਦੁਨੀਆ ਤੇ ਸੰਸਾਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਗਤ ਦੁਰਲੱਭ ਨੇ। ਮਹਾਰਾਜ ਕਹਿੰਦੇ ਉਹਨਾਂ ਵਰਗਾ ਕੋਈ ਹੈ ਨਹੀਂ ਹੈ ਦੁਨੀਆ ਤੇ। ਰੱਬ ਦੇ ਸਾਧੂਆਂ ਵਰਗਾ, ਰੱਬ ਦੇ ਪਿਆਰਿਆਂ ਵਰਗਾ, ਵਾਹਿਗੁਰੂ ਜੀ ਦੇ ਪਿਆਰਿਆਂ ਵਰਗਾ ਕੋਈ ਹੈ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆ ਤੇ ਕੋਈ ਨਹੀਂ ਹੈ। ਮੈਂ ਲੱਭ ਕੇ ਵੇਖਿਆ, ਮੈਂ ਖੋਜ ਕੇ ਵੇਖਿਆ, ਕਹਿੰਦੇ ਵਾਹਿਗੁਰੂ ਜੀ ਦੇ ਪਿਆਰਿਆਂ ਵਰਗਾ ਕੋਈ ਹੈ ਨਹੀਂ ਹੈ। ਕਹਿੰਦੇ ਜੀ ਕਿਉਂ ਨਹੀਂ ਹੈ? ਇਹ ਮਹਾਰਾਜ ਜੀ ਨੂੰ ਉੱਥੇ ਆਖਿਆ ਤਾਂ ਫਿਰ ਆਖਦੇ ਹਨ, ਕਬੀਰ ਐਸਾ ਕੋ ਨਹੀਂ। ਮਹਾਰਾਜ ਜੀ ਕਹਿੰਦੇ ਭਾਈ ਕੋਈ ਇਹੋ ਜਿਹਾ ਹੈ ਨਹੀਂ ਹੈ ਵਾਹਿਗੁਰੂ ਜੀ ਪਰਮੇਸ਼ਰ ਜੀ ਦੇ ਪਿਆਰਿਆਂ ਵਰਗਾ। ਮੰਦਰ ਦੇ ਜਰਾਏ। ਜਿਹਨੇ ਆਪਣੇ ਦੇ ਅਭਿਮਾਨ ਰੂਪੀ ਮੰਦਰ ਨੂੰ ਅੱਗ ਲਾਤੀ। ਸਾਧ ਸੰਗਤ ਜੀ, ਆਪਣੇ ਹੰਕਾਰ ਨੂੰ ਸਾੜ ਦਿੱਤਾ। ਬ੍ਰਹਮ ਅਭਿਆਸ ਰੂਪੀ ਅੱਗ ਲਾ ਦਿੱਤੀ। ਸਾਧ ਸੰਗਤ ਜੀ, ਭਾਵ ਕਿ ਬ੍ਰਹਮ ਦਾ ਨਾਮ, ਪਰਮੇਸ਼ਰ ਦਾ ਨਾਮ ਜਦੋਂ ਜਪਦਾ, ਜਦੋਂ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸੀ ਹੋ ਗਿਆ ਜਿਹੜਾ, ਉਸਨੇ ਆਪਣੇ ਸਰੀਰ ਨੂੰ, ਆਪਣੇ ਦੇਹ ਅਭਿਮਾਨ ਨੂੰ ਅੱਗ ਲਾਈ ਹੈ, ਆਪਣੀ ਦੇਹ ਨੂੰ ਅਗਨੀ ਲਾਈ ਹੈ। ਸਾਧ ਸੰਗਤ ਜੀ, ਅਸਲ ਵਿੱਚ ਇਹ ਆਤਮਘਾਤ ਕਰਨਾ ਕਿ ਇੱਕ ਤੇ ਐਵੇਂ ਕੋਈ ਸਾਧ ਸੰਗਤ ਜੀ ਦਵਾਈ ਪੀ ਕੇ ਮਰ ਗਿਆ, ਕੋਈ ਕਿਸ ਤਰ੍ਹਾਂ, ਕੋਈ ਸਾਧ ਸੰਗਤ ਜੀ ਉਹ ਰੱਸੀ ਨਾਲ ਲਟਕ ਕੇ ਕੋਈ ਮਰ ਗਿਆ। ਮਹਾਰਾਜ ਕਹਿੰਦੇ ਭਾਈ ਦੇਹ ਅਭਿਆਸ, ਜਿਹੜਾ ਦੇਹ ਅਭਿਮਾਨ ਹੈ ਨਾ, ਇਹਦੇ ਤੋਂ ਮਹਾਰਾਜ ਕਹਿੰਦੇ ਛੁਟਕਾਰਾ ਪਾਉਣਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਦੇਹ ਅਭਿਮਾਨ ਰੂਪੀ ਮੰਦਰ ਨੂੰ ਜਿਸ ਨੇ ਸਾੜ ਲਿਆ, ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜਪ ਕੇ। ਸਾਧ ਸੰਗਤ ਜਦੋਂ ਵਾਹਿਗੁਰੂ ਦਾ ਨਾਮ ਜਪਦੇ ਆ ਨਾ, ਵਾਹਿਗੁਰੂ ਜੀ ਦਾ ਨਾਮ ਰਸਨਾ ਤੋਂ ਬਾਅਦ ਕੰਠ ਵਿੱਚ ਜਾਂਦਾ, ਜਦੋਂ ਸਾਧ ਸੰਗਤ ਜੀ ਅੰਦਰ ਹਿਰਦੇ ਵਿੱਚ ਜਦੋਂ ਪ੍ਰਵੇਸ਼ ਕਰਨ ਲੱਗਦਾ, ਉਦੋਂ ਫਿਰ ਮੌਤ ਹੋਣੀ ਸ਼ੁਰੂ ਹੁੰਦੀ ਹੈ। ਕਿਹੜੀ ਮੌਤ ਸ਼ੁਰੂ ਹੁੰਦੀ? ਅੰਦਰ ਦੀ ਮੌਤ ਹੁੰਦੀ ਹੈ। ਬਾਹਰ ਦੀ ਮੌਤ ਤੇ ਸਾਰਿਆਂ ਦੀ ਹੋ ਜਾਣੀ, ਉਹ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਉਹ ਤੇ ਸਾਰਿਆਂ ਨੇ ਤੁਰ ਜਾਣਾ। ਪਰ ਅੰਦਰ ਦੀ ਮੌਤ ਹੁੰਦੀ ਹੈ ਜਦੋਂ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਧਿਆਈਦਾ, ਜਦੋਂ ਰਸਨਾ ਗਲੇ ਤੋਂ ਬਾਅਦ ਅੰਦਰ ਪ੍ਰਵੇਸ਼ ਕਰਦਾ, ਜਦੋਂ ਹਿਰਦੇ ਦੀ ਪਹਿਲੀ ਪੌੜੀ ਤੇ ਚੜ੍ਹਦਾ, ਉਦੋਂ ਮੌਤ ਹੋਣੀ ਸ਼ੁਰੂ ਹੁੰਦੀ ਹੈ। ਉਹ ਫਿਰ ਇਹੋ ਜਿਹੀ ਮੌਤ ਹੁੰਦੀ ਹੈ ਗੁਰਮੁਖੋ, ਉਹ ਮੌਤ ਹੋਣ ਦੇ ਨਾਲ ਹੀ ਅਸਲ ਜੀਵਨ ਸ਼ੁਰੂ ਹੁੰਦਾ ਹੈ। ਗੁਰਮੁਖੋ, ਉਹ ਮੌਤ ਜਿੰਨਾ ਚਿਰ ਹੋਈ ਨਹੀਂ, ਉਹਨਾਂ ਚਿਰ ਦੇਹ ਦਾ ਅਭਿਮਾਨ ਰਹੇਗਾ, ਉਹਨਾਂ ਚਿਰ ਸਾਧ ਸੰਗਤ ਜੀ ਇਹ ਜੋ ਪਦਾਰਥਾਂ ਦਾ ਹੰਗਤਾ ਹੈ, ਮਮਤਾ ਹੈ, ਇਹ ਸਾਰਾ ਕੁਝ ਹੀ ਰਹੇਗਾ ਜਿੰਨਾ ਚਿਰ ਉਹ ਮੌਤ ਨਹੀਂ ਹੁੰਦੀ। ਮੌਤ ਹੋ ਕੇ ਸਾਧ ਸੰਗਤ ਜਿਵੇਂ ਕੋਈ ਕਿਸੇ ਨਾਲ ਵਾਹ ਵਾਸਤਾ ਨਹੀਂ ਰਹਿ ਜਾਂਦਾ, ਇਸੇ ਪ੍ਰਕਾਰ ਜਿਨ੍ਹਾਂ ਦੀ ਮਨ ਦੀ ਮੌਤ ਹੋ ਗਈ, ਮਨ ਮਰੈ ਧਾਤ ਮਰ ਜਾਏ, ਕਿਉਂਕਿ ਬਿਨ ਮਨ ਮੋਏ ਕੈਸੇ ਹਰ ਪਾਏ। ਜਦੋਂ ਮਨ ਹੀ ਮਰ ਗਿਆ ਫਿਰ ਸਾਧ ਸੰਗਤ ਜੀ ਸਾਰਾ ਕੁਝ ਹੀ ਖਤਮ ਹੋ ਗਿਆ।
ਤੇ ਮਹਾਰਾਜ ਕਹਿੰਦੇ ਬਿਨਾ ਮਨ ਮਰੇ ਤੋਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਿਨ ਮਨ ਮੂਏ ਕੈਸੇ ਹਰ ਪਾਏ, ਅਬ ਮਨ ਉਲਟ ਸਨਾਤਨ ਹੁਆ। ਉਦੋਂ ਮਨ ਉਲਟ ਕੇ ਸਾਧ ਸੰਗਤ ਜੀ ਬ੍ਰਹਮਕਾਰ ਹੋ ਜਾਏਗਾ। ਉਦੋਂ ਮਨ ਉਲਟ ਕੇ ਪਰਮੇਸ਼ਰ ਵਰਗਾ ਹੀ ਹੋ ਜਾਏਗਾ। ਹੈ ਤਾਂ ਮਨ ਪਰਮੇਸ਼ਰ ਵਰਗਾ ਹੀ ਹੈ, ਪਰ ਅੱਗੇ ਦੀ ਅੱਗੇ ਜਾ ਕੇ ਨਾ ਇਹ ਹੋਰ ਰੂਪ ਧਾਰ ਕੇ ਬਹਿ ਗਿਆ। ਹੋਰ ਰੂਪ ਬਣਦੇ ਜਾਂਦੇ ਹੈ ਤਾਂ ਜੀਵ ਹੈ, ਮਨੁੱਖ ਹੈ, ਪਰ ਪਸ਼ੂ ਹੋ ਗਿਆ। ਬਿਰਤੀ ਪਸ਼ੂ ਹੋ ਗਈ, ਇਸ ਦੀ ਬਿਰਤੀ ਚੰਡਾਲਾ ਵਾਲੀ ਹੋ ਗਈ। ਮਹਾਰਾਜ ਕਹਿੰਦੇ ਲੱਭ ਕੁੱਤਾ, ਇਹ ਕੁੱਤਾ ਬਣ ਗਿਆ। ਲੱਭ ਹੋਣ ਕਰਕੇ, ਲੋਭ ਹੋਣ ਕਰਕੇ। ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਦਾ ਮੁਰਦਾਰ। ਮਹਾਰਾਜ ਕਹਿੰਦੇ ਝੂਠ ਬੋਲਦਾ ਚੰਡਾਲ ਹੋ ਗਿਆ, ਠੱਗ ਖਾਦਾ ਮੁਰਦਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਠੱਗੀਆਂ ਕਰ ਕਰਕੇ ਮੁਰਦਾਰ ਹੀ ਖਾ ਰਹੇ। ਇਸ ਤਰ੍ਹਾਂ ਇਹ ਦੈਂਤ ਬਣ ਚੁੱਕਾ ਹੈ। ਇਹ ਕਹਿੰਦੇ ਰਾਖਸ਼ ਬਣ ਗਿਆ। ਮਹਾਰਾਜ ਕਹਿੰਦੇ ਹੈ ਇਸੇ ਕਰਕੇ ਗੁਰਮੁਖੋ, ਜਦੋਂ ਵਾਹਿਗੁਰੂ ਦਾ ਨਾਮ ਰਸਨਾ ਤੋਂ ਬਾਅਦ ਕੰਠ ਵਿੱਚ ਜਾਂਦਾ, ਰਸਨਾ ਪਹਿਲਾਂ ਸਾਧ ਸੰਗਤ ਜੀ ਜਪਣਾ ਪੈਂਦਾ। ਇਹ ਦਰਵਾਜ਼ਾ ਹੈ ਅੰਦਰ ਲਿਜਾਣ ਤੋਂ। ਰੋਟੀ ਵੀ ਮੁੱਖ ਤੇ ਰੱਖਣੀ ਪੈਂਦੀ ਹੈ ਨਾ, ਭੋਜਨ ਵੀ ਜੀਭ ਤੇ ਰੱਖਣਾ ਪੈਂਦਾ ਹੈ। ਫਿਰ ਖਾਧਾ ਜਾਂਦਾ ਉਸ ਨੂੰ, ਫਿਰ ਗਲ ਥਾਈਂ ਦੀ ਲੰਘ ਕੇ ਹਿਰਦੇ ਵਿੱਚ ਜਾਂਦਾ, ਭਾਵ ਅੰਦਰ ਜਾਂਦਾ ਸਰੀਰ ਦੇ। ਮਹਾਰਾਜ ਦੱਸਦੇ ਹੈ ਵਾਹਿਗੁਰੂ ਜੀ ਦਾ ਨਾਮ ਰਸਨਾ ਤੇ ਉਹ ਜਿਹੜੀ ਗੁਰਬਾਣੀ ਹੈ ਇਹ ਪੜ੍ਹਨੀ ਪੈਂਦੀ ਹੈ ਪਹਿਲਾਂ ਰਸਨਾ ਦੁਆਰਾ। ਫਿਰ ਸਾਧ ਸੰਗਤ ਜੀ ਉਹਦਾ ਰਸ ਗਲ ਵਿੱਚ ਪਹੁੰਚੇਗਾ। ਬਾਣੀ ਦਾ ਨਾਮ ਹੈ ਜੋ ਉਹ ਗਲ ਵਿੱਚ ਆਏਗਾ। ਉਸ ਤੋਂ ਬਾਅਦ ਆਪਦੇ ਆਪ ਹਿਰਦੇ ਵਿੱਚ ਚਲੀ ਜਾਏਗੀ। ਗੁਰਮੁਖੋ, ਮਨ ਹਿਰਦੇ ਵਿੱਚ ਲਿਆਉਣਾ ਨਹੀਂ ਪੈਂਦਾ, ਆਪਦੇ ਆਪ ਹੀ ਚਲਿਆ ਜਾਏਗਾ। ਬਸ ਤੂੰ ਪਹਿਲਾਂ ਰਸਨਾ ਦੁਆਰਾ ਜਪਣਾ ਕਰ। ਅੱਛਾ, ਰੋਟੀ ਖਾਂਦੇ ਆ, ਚਿੱਥਦੇ ਆ, ਗੁਰਮੁਖੋ ਆਪਦੇ ਆਪ ਹੀ ਅੰਦਰ ਚਲੀ ਜਾਂਦੀ ਹੈ ਨਾ। ਇਸੇ ਪ੍ਰਕਾਰ ਨਾਮ ਵੀ ਬਾਣੀ ਵੀ ਆਪਦੇ ਆਪ ਅੰਦਰ ਚਲਾ ਜਾ। ਬਸ ਤੂੰ ਪਹਿਲਾਂ ਆਪਣੇ ਰਸਨਾ ਤੇ ਲਿਆ, ਰਸਨਾ ਤੇ ਲਿਆ, ਕੰਨਾਂ ਨਾਲ ਸੁਣ। ਸਾਧ ਸੰਗਤ ਜੀ ਫਿਰ ਕਿਰਪਾ ਹੋਏਗੀ। ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਨ ਅੰਦਰ ਪਹੁੰਚਦਾ, ਮਨ ਨੂੰ ਸਪਰਸ਼ ਕਰਦਾ, ਹਿਰਦੇ ਦੇ ਉਹਨੂੰ ਟੁੰਬਦਾ ਆ, ਉੱਥੇ ਫਿਰ ਮੌਤ ਹੋਣੀ ਸ਼ੁਰੂ ਹੁੰਦੀ ਹੈ। ਜਦੋਂ ਪੂਰੀ ਮੌਤ ਹੋ ਜੇ ਨਾ ਮਨ ਦੀ, ਬਸ ਉਦੋਂ ਸ਼ੁੱਧ ਸਰੂਪ ਹੋ ਜਾਏਗਾ। ਮੌਤ ਹੋ ਕੇ ਹੀ ਅਸਲ ਨਵਾਂ ਜੀਵਨ, ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਨਾ। ਬਸ ਇਹ ਕਰਮ ਕਰ ਲੈ, ਤੇਰਾ ਸੰਤ ਵਾਲਾ, ਸਾਧ ਵਾਲਾ, ਗੁਰਮੁਖਾਂ ਵਾਲਾ ਜੀਵਨ ਸ਼ੁਰੂ ਹੋ ਜਾਏਗਾ। ਗੁਰਮੁਖ ਰੋਮ ਰੋਮ ਹਰਿ ਧਿਆਵੇ, ਇਹ ਕਿਰਪਾ ਹੋਏਗੀ। ਅੱਛਾ, ਹੁਣ ਕਿਉਂ ਨਹੀਂ ਧਿਆਉਂਦਾ ਰੋਮ ਰੋਮ? ਰੋਮ ਤੇ ਹੁਣ ਵੀ ਆ, ਸਰੀਰ ਵੀ ਹੁਣ ਉਹੀ ਹੈ। ਹੁਣ ਭਾਈ ਤਾਂ ਨਹੀਂ ਧਿਆਉਂਦਾ। ਸਤਿਗੁਰੂ ਜੀ ਕਹਿੰਦੇ ਇਹਦੇ ਤੇ ਮੋਟੀ ਪਰਤ ਚੜੀ ਹੋਈ ਹੈ ਹਜੇ, ਪਦਾਰਥਾਂ ਦੀ, ਲੱਭ ਦੀ, ਲੋਭ ਦੀ, ਹੰਕਾਰ ਦੀ, ਵਿਕਾਰਾਂ ਦੀ, ਅਵਿਦਿਆ ਦੀ, ਅਗਿਆਨਤਾ ਦੀ। ਤੇ ਤਾਂ ਕਰਕੇ ਇਹ ਸਾਧ ਸੰਗਤ ਜੀ ਹਜੇ ਮਨ ਉਧਰ ਨੂੰ ਮੁੜਿਆ ਹੀ ਨਹੀਂ ਹੈ। ਇਹ ਤੇ ਜਿਸ ਪ੍ਰਕਾਰ ਰੋਟੀ ਭੋਜਨ ਜੀਵ ਤੇ ਰੱਖ ਕੇ, ਦੰਦਾਂ ਥੱਲੇ ਰੱਖ ਕੇ, ਰਸਨਾ ਦੁਆਰਾ ਰੱਖ ਕੇ ਹੀ, ਚਿੱਥ ਕੇ ਹੀ ਅੰਦਰ ਲੈ ਕੇ ਜਾਂਦੇ ਆ। ਵਾਹਿਗੁਰੂ ਦਾ ਨਾਮ ਵੀ ਪਹਿਲਾਂ ਰਸਨਾ ਤੇ ਰੱਖਣਾ ਪੈਂਦਾ ਹੈ। ਤੇ ਸਾਧ ਸੰਗਤ ਜੀ ਰਸਨਾ ਤੇ ਰੱਖਾਂਗੇ, ਬਸ ਸਵਾਦ ਆਊਗਾ। ਪਹਿਲਾਂ ਸਵਾਦ ਆਏਗਾ, ਸਵਾਦ ਆਉਣ ਦੇ ਨਾਲ ਆਪੇ ਗਲੇ ਵਿੱਚ ਲੰਘ ਜਾਏਗਾ। ਗਲੇ ਥਾਈਂ ਦੀ ਹੁੰਦਾ ਹੋਇਆ, ਕੰਠ ਰਾਹੀਂ ਹੁੰਦਾ ਹੋਇਆ, ਜਿਵੇਂ ਮਹਾਰਾਜ ਦਾ ਪਿੱਛੇ ਬਚਨ ਆ ਚੁੱਕਾ ਆ, ਕਬੀਰ ਰਮਈਆ ਕੰਠ ਮਿਲ। ਸਾਧ ਸੰਗਤ ਜੀ ਚੂਕਹਿ ਸਰਬ ਜੰਜਾਲ। ਜਦੋਂ ਵਾਹਿਗੁਰੂ ਜੀ ਦਾ ਨਾਮ ਗਲੇ ਥਾਈਂ ਦੀ ਹੁੰਦਾ ਹੋਇਆ ਹਿਰਦੇ ਵਿੱਚ ਪ੍ਰਵੇਸ਼, ਅੰਤਸ਼ਕਰਨ ਵਿੱਚ ਪ੍ਰਵੇਸ਼ ਕਰੇਗਾ, ਉੱਥੇ ਤੇਰੇ ਪਾਪ ਪਏ ਐ, ਉੱਥੇ ਵੱਜਰ ਪਾਪ ਪਏ ਨੇ, ਉੱਥੇ ਅਗਿਆਨਤਾ ਪਈ ਆ, ਅਵਿਦਿਆ ਪਈ ਏ। ਗੁਰਮੁਖੋ, ਉੱਥੇ ਪੀਲਤਣ ਪਈ ਹੈ, ਪੀਲਾਪਣ ਪਿਆ ਹੈ। ਪਹਿਲਾਂ ਉਹਨੂੰ ਸਾਫ਼ ਕਰੇਗਾ ਵਾਹਿਗੁਰੂ ਦਾ ਨਾਮ। ਜਪਦਾ ਜਾ, ਜਪਦਾ ਜਾ, ਸਾਫ਼ ਹੁੰਦਾ ਜਾਏਗਾ। ਮੌਤ ਨਾਲ ਦੀ ਨਾਲ ਤੇਰੀ ਮੌਤ ਹੁੰਦੀ ਜਾਏਗੀ। ਪਰ ਜਦੋਂ ਸ਼ੁੱਧ ਹੋ ਗਿਆ ਨਾ ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੂਧੇ ਕੋ ਜਾਵੋ। ਦੂਧ ਕਰਮ ਫੁਣ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਮਹਾਰਾਜ ਕਹਿੰਦੇ ਜਦੋਂ ਜਪੇਗਾ ਵਾਹਿਗੁਰੂ ਦਾ ਨਾਮ,
ਹਿਰਦੇ ਵਿੱਚ ਜਦੋਂ ਪਹੁੰਚੇਗਾ ਉਦੋਂ ਸਫਾਈ ਹੁੰਦੀ ਜਾਏਗੀ ਹਿਰਦੇ ਰੂਪੀ ਘਰ ਦੀ, ਕਿਉਂਕਿ ਵਾਹਿਗੁਰੂ ਨੇ ਆ ਕੇ ਬਹਿਣਾ ਹੈ। ਉਹ ਜਿਹੜੇ ਸ਼ੁਭ ਗੁਣ ਨੇ ਉਹ ਅੰਦਰ ਆ ਕੇ ਬੈਠਣਗੇ। ਸਾਧ ਸੰਗਤ ਜੀ, ਉਹ ਸਤ ਸੰਦੋਖ ਦਇਆ ਧਰਮ ਦਾ ਜੋ ਸਾਜੋ ਸਮਾਨ ਆਵੇਗਾ ਨਾ ਪਹਿਲਾਂ, ਤੇ ਫਿਰ ਆ ਕੇ ਹਰੀ ਬੈਠੇਗਾ ਉਹਦੇ ਤੇ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਹ ਹਰੀ ਦਾ ਨਾਮ ਅੰਤਸ਼ ਕਰਨ ਹਿਰਦੇ ਵਿੱਚ ਆਏਗਾ ਤਾਂ ਤੇਰੀ ਉਦੋਂ ਸ਼ੁੱਧੀ ਹੋਵੇਗੀ। ਇਹਨੂੰ ਕਹਿੰਦੇ ਨੇ ਅੰਤਰਗਤ ਤੀਰਥ ਮਲ ਨਹਾਓ। ਇਹ ਅੰਦਰ ਦੀ ਬਾਤ ਹੈ ਸਾਰੀ। ਸਾਧ ਸੰਗਤ ਬਸ ਸਾਡਾ ਕੀ ਹੈ, ਅਜੇ ਤੇ ਨਾਮ ਸ਼ੁਰੂ ਹੀ ਨਹੀਂ ਕੀਤਾ, ਅਜੇ ਬਾਣੀ ਪੜ੍ਹਨੀ ਸ਼ੁਰੂ ਹੀ ਨਹੀਂ ਕੀਤੀ। ਰਸਨਾ ਦੁਆਰਾ ਜਪ ਕੰਨਾਂ ਥਾਈਂ ਦੀ ਅੰਦਰ ਲੈ ਕੇ ਜਾ ਇਸ ਨੂੰ, ਤਾਂ ਫਿਰ ਕਿਰਪਾ ਹੋਵੇਗੀ। ਦੇਵ ਮਾਨ ਰੂਪੀ ਘਰ ਨੂੰ ਅੱਗ ਲਾ ਲਈ ਰੱਬ ਦੇ ਪਿਆਰਿਆਂ ਨੇ। ਅੰਦਰ ਅੱਗ ਲਾਈ ਹੈ ਜਸ ਅਗਨ ਦੇ ਲਾਉਣ ਕਰਕੇ। ਜਿਵੇਂ ਮਹਾਰਾਜ ਦਾ ਬਚਨ ਹੈ, ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ। ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਆਵਹਿ ਝੂਠੇ ਜਾਹੇ ਝੂਠੇ, ਝੂਠੇ ਮਰੋ ਅਭਾਗੇ। ਸਾਰਾ ਕੁਝ ਹੀ ਝੂਠਾ ਹੈ। ਸਾਧ ਸੰਗਤ ਜੀ, ਉਸ ਵੇਲੇ ਭਗਤ ਜੀ ਨੇ ਬਚਨ ਕੀਤਾ ਹੈ। ਫਿਰ ਸਾਧ ਸੰਗਤ ਜੀ ਪੁੱਛਿਆ ਕਿ ਮਹਾਰਾਜ ਨਿਰਮਲ ਫਿਰ ਕੌਣ ਹੈ, ਕੌਣ ਨਿਰਮਲ ਹੈ? ਸਾਧ ਸੰਗਤ ਜੀ, ਉਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਗਤ ਜੀ ਬੇਨਤੀ ਕਰਦੇ ਆ, ਸਮਝਾਉਂਦੇ ਆ। ਮਹਾਰਾਜ ਕਹਿੰਦੇ, ਭਾਈ ਕਹੇ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰ। ਜਿਸ ਨੇ ਸੱਚੀ ਵਿਚਾਰ ਸੱਚਾ ਗਿਆਨ ਅੰਦਰ ਲੈ ਲਿਆ ਉਹ ਸੁੱਚੇ ਹੋ ਗਏ। ਤੇ ਇਸ ਕਰਕੇ ਆਉਂ ਮਹਾਰਾਜ ਸਮਝਾਉਂਦੇ ਐ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਵਿੱਤਰ ਹੋ ਗਏ। ਇਹੋ ਜਿਹਾ ਕੋਈ ਵਿਰਲਾ ਹੀ ਹੈ ਦੁਨੀਆ ਤੇ ਜਿਹੜਾ ਆਪਣੇ ਦੇਹ ਅਭਿਮਾਨ ਨੂੰ ਅੱਗ ਲਾਈ ਫਿਰਦਾ ਹੈ ਵਾਹਿਗੁਰੂ ਜੀ ਦਾ ਨਾਮ ਗਿਆਨ ਕਰਕੇ। ਤੇ ਜਿਸ ਨੇ ਲਾ ਲਈ ਮੰਦਰ ਦੇ ਜਰਾਏ, ਜਿਸ ਨੇ ਆਪਣੇ ਘਰ ਨੂੰ ਮੰਦਰ ਨੂੰ ਮਨ ਰੂਪੀ ਮੰਦਰ ਨੂੰ ਅੰਤਸ਼ਕਰਨ ਰੂਪੀ ਮੰਦਰ ਨੂੰ ਜਰਾਏ, ਜਾੜ ਦਿੱਤਾ, ਸਾੜ ਦਿੱਤਾ। ਪੰਚੋ ਲੜਕੇ ਮਾਰ ਕੈ। ਜਿਹੜੇ ਪੰਜ ਲੜਕੇ ਆ, ਪੰਜ ਲੜਕੇ ਕੌਣ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਪੰਜ ਨੇ। ਨਿੰਦਿਆ, ਚੁਗਲੀ, ਈਰਖਾ, ਬਖੀਲੀ, ਦ્વੈਤ ਭਾਵਨਾ। ਇਹ ਪੰਜ ਨੇ। ਦੇਖੋ, ਨਿੰਦਿਆ, ਚੁਗਲੀ ਤੇ ਦ્વੈਤ ਭਾਵਨਾ ਇਹ ਵੀ ਪੰਜ ਨੇ। ਔਰ ਪੰਜ ਜਿਹੜੇ ਮੁੱਖ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਨਾਮ ਰੂਪੀ ਗਿਆਨ ਰੂਪੀ ਖੰਡੇ ਨਾਲ ਪੰਜਾਂ ਲੜਕਿਆਂ ਨੂੰ ਜਦੋਂ ਤੂੰ ਮਾਰ ਲਿਆ, ਮਾਰ ਦਿੱਤਾ, ਤੇ ਜਦੋਂ ਮਾਰ ਹੀ ਦਿੱਤਾ ਫਿਰ ਕੌਣ ਰਹਿ ਗਿਆ? ਕੱਲਾ ਤੂੰ ਹੀ ਰਹਿ ਗਿਆ ਨਾ। ਸਾਧ ਸੰਗਤ ਜੀ, ਇਉਂ ਮਹਾਰਾਜ ਜੀ ਦੱਸਦੇ ਨੇ ਜਦੋਂ ਪੰਜਾਂ ਲੜਕਿਆਂ ਨੂੰ ਕਾਮ ਕ੍ਰੋਧ ਲੋਭੀ ਲੜਕਿਆਂ ਨੂੰ ਮਾਰ ਦਿੱਤਾ। ਇਹ ਜਿਹੜੇ ਪੰਜ ਗਿਆਨ ਇੰਦਰੀ ਹੈ ਸਾਧ ਸੰਗਤ ਜੀ, ਪੰਜ ਗਿਆਨ ਇੰਦਰ ਰੂਪੀ ਲੜਕਿਆਂ ਨੂੰ ਮਾਰ ਦਿੱਤਾ। ਅੱਖਾਂ ਨੂੰ ਗਲਤ ਨਹੀਂ ਵੇਖਣਾ, ਗਲਤ ਨਹੀਂ ਬੋਲਣਾ, ਗਲਤ ਨਹੀਂ ਸੁਣਨਾ। ਸਾਧ ਸੰਗਤ ਜੀ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਇਹ ਜਦੋਂ ਪੰਜਾਂ ਜਣਿਆਂ ਲੜਕਿਆਂ ਨੂੰ ਮਾਰ ਦਿੱਤਾ ਤੂੰ ਵਾਹਿਗੁਰੂ ਦੇ ਨਾਮ ਕਰਕੇ ਮਰ ਜਾਂਦੇ ਐ। ਪਰ ਜਦੋਂ ਜਪਾਂਗੇ ਫੇਰ ਹੀ ਪਤਾ ਲੱਗੂ ਨਾ, ਜਦੋਂ ਬਾਣੀ ਪੜਾਂਗੇ, ਜਦੋਂ ਚੱਲਾਂਗੇ, ਇਹ ਆਪਦੀ ਆਪ ਹੀ ਮਰ ਜਾਣਗੇ। ਸਾਧ ਸੰਗਤ ਜੀ, ਵਾਹਿਗੁਰੂ ਪਰਮੇਸ਼ਰ ਦਾ ਨਾਮ ਇਹਨਾਂ ਵਾਸਤੇ ਜ਼ਹਿਰ ਹੈ। ਜਿੱਦੇ ਜਪਣ ਲੱਗਿਆ ਨਾ ਆਪਦੇ ਆਪ ਭੱਜ ਜਾਣਗੇ, ਆਪਦੇ ਆਪ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਐ ਜਿਨ੍ਹਾਂ ਨੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਅਭਿਆਸ ਕਰਕੇ ਉਹ ਨਾਮ ਰੂਪੀ ਖੰਡਾ ਲੈ ਕੇ ਇਹ ਪੰਜਾਂ ਲੜਕਿਆਂ ਨੂੰ ਮਾਰ ਦਿੱਤਾ। ਤੈਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ਼ ਕਰਾਇਆ। ਜਦੋਂ ਗਿਆਨ ਰੂਪੀ ਸਾਧ ਸੰਗਤ ਜੀ ਦੁਰਗਾ ਮਹਾਰਾਜ ਨੇ ਤੈਨੂੰ ਦੇ ਦਿੱਤੀ, ਉਹ ਚੰਡੀ ਦੇ ਦਿੱਤੀ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਦੈਤਾਂ ਦਾ ਨਾਸ਼ ਕਰਾਇਆ। ਅੰਦਰ ਜਿਹੜੇ ਪੰਜ ਦੈਂਤ ਬੈਠੇ ਐ ਇਹਨਾਂ ਦਾ ਨਾਸ਼ ਤੇਰੇ ਤੋਂ ਕਰਾ ਦੇਣਗੇ। ਸਾਧ ਸੰਗਤ ਜੀ, ਪੰਜ ਦੂਤ ਕਹਿੰਦੇ ਨਾ ਮਹਾਰਾਜ, ਪੰਜ ਦੂਤ ਨੇ। ਇਹ ਜਿਹੜੇ ਪੰਜ ਦੂਤ ਨੇ ਇਹਨੂੰ ਮਾਰਨਾ ਹੈ ਚੰਡੀ, ਗਿਆਨ ਰੂਪੀ ਚੰਡੀ ਦੇ ਨਾਲ। ਸਾਧ ਸੰਗਤ ਜੀ, ਬਚਨ ਹੈ ਇਹ। ਚੰਡੀ ਦੀ ਵਾਰ ਕਲਗੀਆਂ ਵਾਲੇ ਮਹਾਰਾਜ ਨੇ ਉਚਾਰੀ ਹੈ। ਅਰਦਾਸ ਕਰਨ ਵੇਲੇ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਪੜ੍ਹਦੇ ਹਾਂ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ।
ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਸਿਮਰੀਐ ਪਾਠ ਸ਼ੁੱਧ ਹੈ। ਇੱਥੇ ਯਾਦ ਰੱਖਿਓ, ਸਿਮਰਿਆ ਗਈ ਕਹਿੰਦੇ ਰਹਿੰਦੇ, ਸਿਮਰੀਐ ਪਾਠ ਸ਼ੁੱਧ ਹੈ। ਘਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਾਧ ਸੰਗਤ ਜੀ, ਚੰਡੀ ਦੀ ਵਾਰ ਵਿੱਚ ਮਹਾਰਾਜ ਨੇ ਇਹ ਦੈਂਤਾਂ ਦਾ ਨਾਸ਼ ਕੀਤਾ ਹੈ। ਗਿਆਨ ਰੂਪੀ ਚੰਡੀ ਪੈਦਾ ਕੀਤੀ ਹੈ। ਨਾਮ ਦਾ ਅਭਿਆਸ ਕਰਕੇ ਹੀ ਗਿਆਨ ਆਉਂਦਾ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਵਸਹਿ ਪਾਰ ਬ੍ਰਹਮ ਕੈ ਸੰਗ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਨੇ, ਉਹ ਗੁਰੂ ਸਾਹਿਬ ਸਤਿਗੁਰੂ ਜੀ ਕਹਿੰਦੇ, ਭਾਈ ਤੈਹੀ ਦੁਰਗਾ ਸਾਜ ਕੈ। ਉਦੋਂ ਵਾਹਿਗੁਰੂ ਪਰਮੇਸ਼ਰ ਜੀ ਨਾਮ ਰੂਪੀ ਦੁਰਗਾ, ਗਿਆਨ ਰੂਪੀ ਦੁਰਗਾ ਚੰਡੀ ਸਾਜੇਗਾ। ਤੇ ਉਸ ਵੇਲੇ ਕੀ ਹੋਵੇਗਾ? ਉਦੋਂ ਫਿਰ ਗਿਆਨ ਰੂਪੀ ਚੰਡੀ ਸਾਧ ਸੰਗਤ ਜੀ ਤਲਵਾਰ ਇਹ ਪੰਜ ਦੂਤਾਂ ਨੂੰ ਮਾਰੇਗੀ। ਜਦੋਂ ਪੰਜ ਦੂਤ ਮਰ ਗਏ, ਉਸ ਵੇਲੇ ਸਾਧ ਸੰਗਤ ਜੀ ਸ਼ਾਂਤੀ ਪਸਰ ਜਾਏਗੀ। ਕਿਉਂਕਿ ਇਸ ਧੜੇ ਮੇ ਪੰਜ ਚੋਰ ਝਗੜਾਏ। ਇਸ ਸੰਸਾਰ ਰੂਪੀ ਧੜੇ ਦੇ ਵਿੱਚ ਮਹਾਰਾਜ ਦੱਸਦੇ ਐ, ਇਸ ਸਰੀਰ ਰੂਪੀ ਧੜੇ ਦੇ ਵਿੱਚ, ਸਮਾਜ ਰੂਪੀ ਧੜੇ ਦੇ ਵਿੱਚ ਪੰਜ ਜਣੇ ਝਗੜਾਉਂਦੇ ਐ ਤੈਨੂੰ। ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਜਿਨ੍ਹਾਂ ਨੇ ਪੰਜਾਂ ਲੜਕਿਆਂ ਨੂੰ ਮਾਰ ਦਿੱਤਾ। ਰਹੇ ਰਾਮ ਲਿਉ ਲਾਏ, ਰਹਿ ਰਾਮ ਲਿਉ ਲਾਏ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਜਦੋਂ ਲਿਵ ਲਾ ਕੇ ਰੱਖੇਗਾ, ਉਦੋਂ ਦੱਸਦੇ ਹਨ ਕਿ ਪੰਜਾਂ ਲੜਕਿਆਂ ਨੂੰ ਤੂੰ ਮਾਰੇਗਾ। ਪੰਜ ਲੜਕੇ ਮਰ ਜਾਣਗੇ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਉਹ ਕਾਲ ਕੰਟਕ ਮਰ ਜਾ, ਸਭ ਸੰਕਟਾਂ ਤੋਂ ਤੇਰੀ ਨਿਵਰਤੀ ਹੋ ਜਾਏਗੀ। ਰਹਿ ਰਾਮ ਲਿਵ ਲਾਏ। ਬਸ ਉਸ ਦਿਨ ਤੋਂ ਬਾਅਦ ਤੇਰੀ ਲਿਵ ਲੱਗੀ ਰਹੇਗੀ ਵਾਹਿਗੁਰੂ ਦੇ ਨਾਮ ਨਾਲ। ਇਹ ਕਹਿੰਦੇ ਐ ਮਹਾਰਾਜ, ਕਹਿੰਦੇ ਜੀ ਸਾਡੀ ਲਿਵ ਲੱਗ ਗਈ, ਸਾਡੀ ਲਿਵ ਲੱਗ ਗਈ। ਐਵੇਂ ਪਖੰਡ ਮਾਰਦੇ ਰਹਿੰਦੇ ਐ। ਬਸ ਬੱਲੇ ਬੱਲੇ ਕਰਾਉਣੀ ਐ, ਸਾਸ ਝੂਠ ਹੀ ਬੋਲਣਾ ਐ। ਰਹਿ ਰਾਮ ਲਿਵ ਲਾਏ। ਮਹਾਰਾਜ ਕਹਿੰਦੇ ਸੁਤੇ ਸੇ ਦੀ ਤੇਰੀ ਲਿਵ ਲੱਗ ਜਾਏਗੀ। ਕਦੋਂ? ਪਹਿਲਾਂ ਸ਼ਰਤ ਰੱਖੀ ਹੈ ਕਿ ਪੰਜਾਂ ਲੜਕਿਆਂ ਨੂੰ ਮਾਰ ਪਹਿਲਾਂ ਗਿਆਨ ਦੇ ਖੰਡੇ ਨਾਲ। ਇਉਂ ਮਹਾਰਾਜ ਜੀ ਸਮਝਾਉਂਦੇ ਐ। ਤਤ ਗਿਆਨ ਆਤਮਿਕ ਗਿਆਨ ਰੂਪੀ ਖੰਡੇ ਨਾਲ ਪਹਿਲਾਂ ਪੰਜਾਂ ਨੂੰ ਮਾਰ ਲੈ। ਬਸ ਜਦੋਂ ਮਰ ਗਏ ਨਾ, ਮਹਾਰਾਜ ਜੀ ਕਹਿੰਦੇ ਤੇਰੀ ਸੁਤੇ ਸੈਦੀ ਇੱਕ ਰਸ ਵਾਹਿਗੁਰੂ ਪਰਮੇਸ਼ਰ ਲਿਵ ਲੱਗ ਜਾਏਗੀ ਉਹਦੇ ਨਾਮ 'ਚ। ਕਬੀਰ ਐਸਾ ਕੋ ਨਹੀਂ। ਦੀਨ ਦੁਨੀਆ ਦੇ ਮਾਲਕ ਸਮਝਾਉਂਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਕਬੀਰ ਐਸਾ ਕੋ ਨਹੀਂ। ਦੁਨੀਆ ਤੇ ਕੋਈ ਵਿਰਲਾ ਹੈ। ਸੱਚੇ ਪਾਤਸ਼ਾਹ ਕੋਈ ਵੀ ਨਹੀਂ ਹੈ, ਕਹਿੰਦੇ ਦੁਰਲੱਭ ਹੈ ਕੋਈ, ਇੱਕ ਅੱਧਾ ਹੀ ਹੈ ਕਹਿੰਦੇ ਕੋਈ। ਸੱਚੇ ਪਾਤਸ਼ਾਹ ਸਮਝਾਉਂਦੇ ਐ, ਇਹ ਤਨ ਦੇਵੈ ਫੂਕ। ਜਿਹੜਾ ਆਪਣੇ ਸਰੀਰ ਨੂੰ ਫੂਕ ਦਵੇ, ਭਾਵ ਕਿ ਸਰੀਰ ਦੇ ਅਭਿਮਾਨ ਨੂੰ ਫੂਕ ਦਵੇ, ਹੰਕਾਰ ਨੂੰ ਫੂਕ ਦਵੇ, ਜਿਹੜਾ ਵਿਸ਼ੇ ਵਿਕਾਰ, ਜਿਹੜੀ ਆਤਮ ਵਿਸ਼ੈਣੀ ਹੈ ਸਾਧ ਸੰਗਤ ਜੀ, ਜਿਹੜੀ ਇਹ ਆਸੁਰੀ ਸੰਪਦਾ ਨੂੰ ਫੂਕ ਦਵੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਬੁੱਧੀ ਤੇਰੀ ਵਿਸ਼ੇ ਵਿਸ਼ੈਣੀ ਹੋਈ ਪਈ ਹੈ। ਮਹਾਰਾਜ ਕਹਿੰਦੇ ਇਹਨੂੰ ਜਿਹੜਾ ਫੂਕ ਦਵੇ, ਇਹ ਦੁਨੀਆ ਤੇ ਕੋਈ ਵਿਰਲਾ ਹੀ ਹੈ। ਅੰਦਰ ਅੱਗ ਲਾਉਣੀ ਹੈ। ਜਿਵੇਂ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਧੀ। ਧਿਆਨ ਦਿਓ ਇੱਧਰ, ਦੇਖੋ ਕਹਿੰਦੇ ਹੁਣ ਗਿਆਨ ਦੀ ਹਨੇਰੀ ਚੱਲ ਪਈ। ਮਹਾਰਾਜ ਦਾ ਬਚਨ ਹੈ ਇਹ ਆਸਾ ਰਾਗ 'ਚ। ਮਹਾਰਾਜ ਭਗਤ ਰਵਿਦਾਸ ਜੀ ਸਮਝਾਉਂਦੇ ਐ, ਬਚਨ ਕਰਦੇ ਐ। ਮਹਾਰਾਜ ਅੰਤਰੀਵ ਬਚਨ ਕਰਦੇ ਐ। ਹੁਣ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ। ਗੁਰੂ ਸਾਹਿਬ ਸਮਝਾਉਂਦੇ ਨੇ, ਮਹਾਰਾਜ ਕਹਿੰਦੇ ਅੰਦਰ ਜਦੋਂ ਨਾਮ ਨੂੰ ਧਿਆ ਕੇ ਗਿਆਨ ਦੀ ਹਨੇਰੀ ਆਉਂਦੀ ਹੈ, ਸਭੈ ਉਡਾਨੀ ਭ੍ਰਮ ਕੀ ਟਾਟੀ। ਸਾਧ ਸੰਗਤ ਜੀ ਜਿਵੇਂ ਉਹ ਕੱਖਾਂ ਦਾ ਸਰਕੜਾ ਜਿਹਾ ਹੁੰਦਾ ਹੈ ਨਾ, ਕੁੱਲੀ ਹੁੰਦੀ ਹੈ ਨਾ, ਝੁੱਗੀ ਕੱਖਾਂ ਦੀ ਪਾਈ ਹੈ, ਉਹ ਹਵਾ ਨਾਲ ਬੜੀ ਜਲਦੀ ਸਾਧ ਸੰਗਤ ਜੀ ਉੱਡਦੀ ਹੈ। ਮਹਾਰਾਜ ਕਹਿੰਦੇ ਸਭੈ ਉਡਾਨੀ, ਸਭੈ ਅੰਦਰ ਜੋ ਤੇਰੇ ਭਰਮਾਂ ਦੀ ਉਹ ਝੌਂਪੜੀ, ਉਹ ਝੁੱਗੀਆਂ ਤੇਰੀਆਂ ਕੁੱਲੀਆਂ ਪਤਾ ਨਹੀਂ ਕਿੰਨੀਆਂ ਕੁ ਪਈਆਂ ਸਨ, ਉਹ ਉੱਡ ਗਈਆਂ ਕਹਿੰਦੇ ਗਿਆਨ ਰੂਪੀ ਹਨੇਰੀ ਦੇ ਨਾਲ।
ਜਦੋਂ ਆਤਮਿਕ ਗਿਆਨ ਬ੍ਰਹਮ ਗਿਆਨ ਰੂਪੀ ਹਨੇਰੀ ਚੱਲੀ, ਗੁਰੂ ਸਾਹਿਬ ਨੇ ਹਨੇਰੀ ਚਲਾਈ। ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ ਬੰਧੀ। ਫਿਰ ਜਿਹੜੀ ਮਾਇਆ ਕਰਕੇ ਬੰਨੀ ਹੋਈ ਸੀ ਸਾਧ ਸੰਗਤ ਜੀ, ਰੱਸੀ ਨਾਲ, ਮਾਇਆ ਰੂਪੀ ਰੱਸੀ ਨਾਲ ਬੰਨੀ ਹੋਈ ਸੀ, ਮਹਾਰਾਜ ਕਹਿੰਦੇ ਪੱਕੇ ਤੌਰ ਤੇ ਉੱਡ ਗਈ। ਇਹ ਦੁਨੀਆ ਤੇ ਕੋਈ ਵਿਰਲਾ ਹੈ, ਉਹ ਮਹਾਂਪੁਰਖ, ਉਹ ਮਹਾਤਮਾ ਜਿਸ ਨੇ ਸਰੀਰ ਨੂੰ ਫੂਕਿਆ ਹੈ, ਜਿਸ ਨੇ ਅਭਿਮਾਨ ਨੂੰ ਫੂਕ ਦਿੱਤਾ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਕੇ ਗਿਆਨ ਦੀ ਅੱਗ ਲਾ ਕੇ ਫੂਕ ਦਿੱਤਾ ਜਿਸ ਨੇ ਘਰ ਆਪਣਾ, ਹਿਰਦਾ ਰੂਪੀ ਮੰਦਰ ਘਰ ਸਾੜ ਦਿੱਤਾ ਜਿਸ ਨੇ। ਅੰਧਾ ਲੋਗ ਨਾ ਜਾਣਾਈ। ਇਸ ਗੱਲਾਂ ਨੂੰ, ਇਸ ਵਿਚਾਰ ਨੂੰ ਭਗਤ ਜੀ ਦੱਸ ਰਹੇ ਨੇ, ਅੰਨੇ ਲੋਕ ਨਹੀਂ ਜਾਣਨਗੇ। ਮਾਨਵਕ ਲੋਕ ਕਿੱਥੇ ਸਮਝਣੇ ਇਸ ਗੱਲ ਨੂੰ, ਜਿਹੜੇ 2 ਸ਼ਲੋਕ ਉਚਾਰੇ ਐ, ਸਮਝਾ ਰਹੇ ਐ, ਦੱਸ ਰਹੇ ਐ, ਕਹਿੰਦੇ ਅੰਨੇ ਲੋਕ ਨਹੀਂ ਜਾਣਨਗੇ। ਇਹ ਤੇ ਜਗਿਆਸੂ ਸਤ ਸੰਗੀ ਸਮਝ ਸਕਦੇ ਐ, ਇਹ ਤੇ ਰੱਬ ਦੇ ਸੰਤ ਭਗਤੀ ਜਾਣ ਸਕਦੇ ਐ। ਅੰਨੇ ਲੋਕ ਭਾਈ ਕਿੱਥੋਂ ਜਾਣਨਗੇ। ਅੰਧਾ ਲੋਗ ਨਾ ਜਾਣਾਈ। ਮਹਾਰਾਜ ਸਮਝਾਉਂਦੇ ਅਗਿਆਨੀ ਲੋਕ ਇਸ ਗੱਲ ਨੂੰ ਨਹੀਂ ਜਾਣਦੇ। ਜਿੰਨਾ ਮਰਜੀ ਗਿਆਨ ਦੀਆਂ ਗੱਲਾਂ ਸਮਝਾ ਦਿਓ, ਤਤ ਗਿਆਨ ਸਮਝਾ ਦਿਓ, ਉਹ ਨਹੀਂ ਜਾਣਦੇ। ਏਡੇ ਭੈੜੇ, ਏਡੇ ਮੂਰਖ ਹੋਈ ਫਿਰਦੇ ਐ। ਅੰਨੇ ਲੋਕ ਨਹੀਂ ਜਾਣਗੇ ਕਿਉਂਕਿ ਅੰਨੇ ਐ, ਕੁਝ ਦਿਸਦਾ ਹੀ ਨਹੀਂ ਹੈ। ਇਸੇ ਪ੍ਰਕਾਰ ਕਹਿੰਦੇ ਫਿਰ ਸਜ਼ਾ ਹੀ ਭੋਗਦੇ ਰਹਿੰਦੇ ਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ 5 ਲੜਕਿਆਂ ਨੂੰ ਨਹੀਂ ਮਾਰਿਆ, ਤੇਰਾ ਪਾਰ ਉਤਾਰਾ ਹੋ ਹੀ ਨਹੀਂ ਸਕਦਾ। ਸੱਚੇ ਪਾਤਸ਼ਾਹ ਦਾ ਬਚਨ ਆਉਂਦਾ ਗੁਰਬਾਣੀ 'ਚ, ਮਹਾਰਾਜ ਦਾ ਬਚਨ ਹੈ, ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ। ਜਦੋਂ ਤੂੰ ਮਾਇਆ ਵਿੱਚ ਨਹੀਂ ਲਪਟੇਗਾ, ਸੰਸਾਰ ਤੋਂ ਪਾਰ ਹੋ ਜਾਏਗਾ। ਮਹਾਰਾਜ ਕਹਿੰਦੇ ਸੰਸਾਰ ਤੋਂ ਛੁੱਟ ਜਾਵੇਂਗਾ। ਸੱਚੇ ਪਾਤਸ਼ਾਹ ਦਾ ਬਚਨ ਹੈ। ਮਹਾਰਾਜ ਇਉਂ ਸਮਝਾਉਂਦੇ ਆ ਭਗਤ ਨਾਮਦੇਵ ਜੀ। ਇਸ ਕਰਕੇ ਅੰਨੇ ਲੋਕ ਨਹੀਂ ਜਾਣਦੇ ਭਾਈ। ਰਹਿਓ ਕਬੀਰਾ ਕੂਕ। ਮੈਂ ਤਾਂ ਕੂ ਕੂ ਕੇ ਪੁਕਾਰ ਪੁਕਾਰ ਕੇ ਸਮਝਾ ਰਿਹਾ, ਦੱਸ ਰਿਹਾ ਕਿ ਆਪਣਾ ਦੇਹ ਅਭਿਮਾਨ ਮਿਟ ਨਾ ਕਰੋ। ਹੰਕਾਰ ਦੀ ਇਹ ਜਿਹੜੀ ਤੇਰੇ ਪਰਤ ਚੜੀ ਹੈ ਨਾ, ਗੁਰੂ ਸਾਹਿਬ ਕਹਿੰਦੇ ਇਹਨੂੰ ਭਾਈ ਲਾਉਣਾ ਕਰੋ। ਪਰ ਅੰਨੇ ਲੋਕ ਕਿੱਥੇ ਜਾਣਦੇ ਐ। ਮੈਂ ਤਾਂ ਕਹਿੰਦੇ ਸਮਝਾ ਰਿਹਾ, ਰਹਿਓ ਕਬੀਰਾ ਕੂਕ। ਗੁਰਬਾਣੀ ਦੁਆਰਾ ਗੁਰੂ ਸਾਹਿਬ ਦੱਸਦੇ ਆ, ਮੈਂ ਤੇ ਭਾਈ ਦੱਸ ਰਿਹਾ, ਕੂਕ ਰਿਹਾ। ਬਸ ਅੰਨੇ ਲੋਕ ਨਹੀਂ ਜਾਣਦੇ। ਕਬੀਰ ਸਤੀ ਪੁਕਾਰੈ ਚਿਹ ਚੜੀ। ਕੋਈ ਪ੍ਰਾਣੀ ਨਾ ਸਾਧ ਸੰਗਤ ਜੀ ਮੌਤ ਨੂੰ ਪ੍ਰਾਪਤ ਹੋ ਗਿਆ, ਉਹ ਸਮੇਂ ਉਹਦੀ ਜਿਹੜੀ ਘਰ ਵਾਲੀ ਪਤਨੀ ਹੈ, ਉਹ ਸਾਧ ਸੰਗਤ ਜੀ ਸਤੀ ਹੋਣ ਵਾਸਤੇ ਨਾ ਤਿਆਰ ਹੋ ਕੇ ਚਿਖਾ ਤੇ ਚੜਨ ਲਈ ਸਾਧ ਸੰਗਤ ਜੀ ਸ਼ਮਸ਼ਾਨ ਭੂਮਾ ਵੱਲ ਚਲੀ ਗਈ, ਸਿਵਿਆਂ 'ਚ ਚਲੀ ਗਈ। ਇਹ ਤੇ ਸਾਧ ਸੰਗਤ ਜੀ ਪੰਡਤਾਂ ਬ੍ਰਾਹਮਣਾਂ ਨੇ ਇਹ ਭਰਮ ਜਾਲ ਪਾਇਆ ਸੀ ਕਿ ਇਸਤਰੀਆਂ ਨੂੰ ਪ੍ਰੇਰ ਕੇ ਸਤੀ ਹੋਣ ਦਾ ਮਹਾਤਮ ਦੱਸਦੇ ਸਨ। ਤੇ ਸਾਧ ਸੰਗਤ ਜੀ ਇਹ ਤੇ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਪ੍ਰਥਾ ਬੰਦ ਕੀਤੀ ਹੈ, ਸਤੀ ਪ੍ਰਥਾ। ਵੈਸੇ ਤਾਂ ਪਿਛਲੇ ਯੁੱਗਾਂ ਦੇ ਵਿੱਚ, ਪਿਛਲੇ ਸਮੇਂ 'ਚ ਸਾਧ ਸੰਗਤ ਜੀ ਪਤੀ ਮਰ ਗਿਆ, ਉਹਦੀ ਪਤਨੀ ਨੂੰ ਨਾਲ ਹੀ ਮਰਨਾ ਪੈਂਦਾ ਸੀ। ਵੇਖੋ, ਇਹ ਤੇ ਗੁਰੂ ਅਮਰਦਾਸ ਪਿਤਾ ਜੀ ਨੇ ਮਰਿਆਦਾ ਬੰਨ੍ਹ ਦਿੱਤੀ। ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਦੇ ਹੁਕਮ ਨਾਲ ਉਹ ਤੇ ਚਲਿਆ ਗਿਆ। ਤੈਨੂੰ ਕਿਹੜਾ ਹੁਕਮ ਹੋਇਆ ਵਾਹਿਗੁਰੂ ਪਰਮੇਸ਼ਰ ਦਾ ਵੀ ਤੂੰ ਜਾ ਦੁਨੀਆ ਤੋਂ? ਹਾਂ ਠੀਕ ਹੈ। ਫਿਰ ਇਹੀ ਕਹਿੰਦੇ ਆ ਨਾ, ਮਹਾਰਾਜ ਦਾ ਬਚਨ ਇਹੀ ਹੈ ਨਾ, ਘੱਲੇ ਆਵੇ ਨਾਨਕਾ ਸੱਦੀ ਉੱਠੀ ਜਾਹੇ। ਉਹਨੂੰ ਤੇ ਮਹਾਰਾਜ ਲੈ ਗਿਆ, ਤੈਨੂੰ ਤਾਂ ਥੋੜੀ ਲੈ ਕੇ ਗਿਆ, ਤੂੰ ਕਿਉਂ ਮਰਦੀ ਹੈ? ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਅਕਬਰ ਬਾਦਸ਼ਾਹ ਮਹਾਰਾਜ ਦਾ ਸੇਵਕ ਸੀ, ਸਾਧ ਸੰਗਤ ਜੀ, ਇਹਨੇ ਫਿਰ 22 ਰਾਜਾਂ ਦੇ ਵਿੱਚ, ਭਾਵ ਕਿ ਪੂਰੇ ਭਾਰਤ ਦੇ ਵਿੱਚ, ਇਹ ਸਾਧ ਸੰਗਤ ਜੀ ਅਕਬਰ ਬਾਦਸ਼ਾਹ ਨੇ ਧੰਨ ਗੁਰੂ ਅਮਰਦਾਸ ਪਿਤਾ ਜੀ ਦਾ ਹੁਕਮ ਸਾਧ ਸੰਗਤ ਜੀ ਮਨਵਾਇਆ। ਸਤੀ ਪ੍ਰਥਾ ਡੰਕੇ ਦੇ ਚੋਟ ਨਾਲ ਬੰਦ ਕੀਤੀ। ਇਹ ਅਕਬਰ ਬਾਦਸ਼ਾਹ ਨੇ ਬੰਦ ਕਰਵਾਈ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਹਿਣ ਤੇ ਸਾਧ ਸੰਗਤ ਜੀ ਜਿੱਥੇ ਜਿੱਥੇ ਬੰਦ ਹੋ ਗਈ, ਉਹ ਥਾਂ ਤੇ 22 ਪ੍ਰਚਾਰਕ ਗੁਰੂ ਸਾਹਿਬ ਨੇ ਭੇਜੇ। 22 ਮਹਾਤਮਾ, 22 ਗੁਰਸਿੱਖ ਪਿਆਰੇ ਭੇਜੇ ਪ੍ਰਚਾਰ ਕਰਨ ਵਾਸਤੇ। ਇਹ ਸਾਧ ਸੰਗਤ ਜੀ ਪਹਿਲਾਂ ਤੇ ਪ੍ਰਥਾ ਹੀ ਸੀ, ਇਸ ਤਰ੍ਹਾਂ ਮਰਿਆਦਾ ਹੀ ਸੀ, ਕਹਿ ਲੋ ਲੋਕਾਂ ਦੀ ਪਾਈ ਹੋਈ।
ਉਸ ਵੇਲੇ ਦੇ ਜਿਹੜੇ ਬੇਈਮਾਨ ਪੰਡਤ ਲੋਕ ਸਨ ਉਹਨਾਂ ਦੀ ਪਾਈ ਇਹ ਤੇ ਗੁਰੂ ਘਰ ਸੱਚੇ ਪਾਤਸ਼ਾਹ ਜੀ ਨੇ ਸੁਧਾਰ ਕੀਤਾ ਹੈ। ਤੇ ਅੱਜ ਵੀ ਪੰਜ ਪਿਆਰੇ ਬਚਨ ਕਰਦੇ ਐ। ਮਹਾਰਾਜ ਕਹਿੰਦੇ ਜੇ ਕੋਈ ਪਤਨੀ ਦਾ ਪਤੀ ਚੜ੍ਹਾਈ ਕਰ ਜੇ ਉਹ ਮਰਿਆਦਾ ਅਨੁਸਾਰ ਗੁਰੂ ਸਾਹਿਬ ਦਾ ਬਚਨ ਹੈ, ਕਹਿੰਦੇ ਉਹ ਦੁਬਾਰਾ ਵਿਆਹ ਕਰ ਸਕਦੀ ਹੈ। ਸਾਧ ਸੰਗਤ ਜੀ, ਜੇ ਇਸੇ ਪ੍ਰਕਾਰ ਪਤੀ ਦੀ ਜਿਹੜੀ ਪਤਨੀ ਹੈ ਉਹ ਚੜ੍ਹਾਈ ਕਰ ਜੇ ਮਰ ਜਾਵੇ ਤਾਂ ਫਿਰ ਦੁਬਾਰਾ ਵਿਆਹ ਹੋ ਸਕਦਾ ਹੈ। ਇਹ ਗੁਰਬਾਣੀ ਵਿੱਚ, ਇਹ ਮਰਿਆਦਾ ਵਿੱਚ ਗੁਰੂ ਸਾਹਿਬ ਨੇ ਲਿਖਿਆ ਹੈ। ਸਾਧ ਸੰਗਤ ਜੀ, ਬਚਨ ਕੀਤੇ ਹੈ। ਪਰ ਸਤੀ ਪ੍ਰਥਾ ਐਵੇਂ ਸੜਨਾ ਉਹ ਤੇ ਆਤਮ ਦਾਹ ਹੋ ਗਿਆ ਨਾ। ਇਹ ਤੇ ਵਾਹਿਗੁਰੂ ਦੇ ਸਿਧਾਂਤ ਤੋਂ ਉਲਟ ਹੈ। ਜਿਹਨੂੰ ਲੈ ਕੇ ਗਿਆ ਮਹਾਰਾਜ ਲੈ ਗਿਆ, ਤੂੰ ਕਾਹਤੋਂ ਜਾਣੀ ਏ? ਮਹਾਰਾਜ ਦਾ ਬਚਨ ਹੈ। ਇਸ ਕਰਕੇ ਗੁਰੂ ਸਾਹਿਬ ਨੇ ਸੁਧਾਰ ਕੀਤਾ ਆ। ਦੇਖੋ ਜਿੰਨਾ ਮਹਾਰਾਜ ਨੇ ਸੁਧਾਰ ਕੀਤਾ ਨਾ ਕੋਈ ਕੌਣ ਕਰ ਸਕਦਾ ਭਾਈ। ਤਾਂ ਹੀ ਤੇ ਗੁਰੂ ਸਾਹਿਬ ਨੇ ਆਖਿਆ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਹੈ। ਸਾਧ ਸੰਗਤ ਜੀ, ਭਰਮ ਭੇਖਾਂ ਤੋਂ ਰਹਿਤ ਹੈ। ਗੁਰੂ ਕਲਗੀਆਂ ਵਾਲੇ ਗੁਰੂ ਪਾਤਸ਼ਾਹ ਜੀ ਦਾ ਬਚਨ ਹੈ, ਭਰਮ ਭੇਖ ਤੇ ਰਹਿ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ। ਜਿਹੜਾ ਮੇਰਾ ਖਾਲਸਾ ਭਰਮਾਂ ਭੇਖਾਂ ਰੇਖਾਂ ਤੋਂ ਰਹਿਤ ਰਹੇਗਾ ਉਹ ਮੇਰਾ ਗੁਰੂ ਹੋਵੇਗਾ। ਇਉਂ ਕਲਗੀਆਂ ਵਾਲੇ ਸੁਆਮੀ ਨੇ ਬਚਨ ਕੀਤੇ ਐ। ਸਾਧ ਸੰਗਤ ਜੀ, ਕੋਈ ਪੁਰਖ ਨਾ ਚੜ੍ਹਾਈ ਕਰ ਗਿਆ, ਉਹਦੀ ਘਰਵਾਲੀ ਜਦੋਂ ਸੜਨ ਵਾਸਤੇ ਸ਼ਮਸ਼ਾਨ ਭੂਮਾ 'ਚ ਪਹੁੰਚੀ, ਮਹਾਰਾਜ ਭਗਤ ਕਬੀਰ ਸਾਹਿਬ ਦਾ ਸੁਭਾਅ ਸੀ। ਇਹ ਜਦੋਂ ਕੋਈ ਵੀ ਮਰਦਾ ਸੀ ਨਾ ਉਹਦੇ ਸੰਸਕਾਰ ਤੇ ਜ਼ਰੂਰ ਜਾਂਦੇ ਸਨ ਮਹਾਰਾਜ। ਸਾਧ ਸੰਗਤ ਜੀ, ਜਦੋਂ ਕਬਰਾਂ ਵਿੱਚ ਦੱਬਣਾ ਤਾਂ ਵੀ ਮਹਾਰਾਜ ਨੇ ਜਾਣਾ, ਕਿਸੇ ਨਾਲ ਭੇਦ ਭਾਵ ਨਹੀਂ ਸੀ ਕਰਦੇ। ਤੇ ਜਦੋਂ ਕਿਸੇ ਨੂੰ ਅਗਨੀ ਡਾਰ ਅਗਨ ਮੈਂ ਦੀਨਾ ਸੰਸਕਾਰ ਕਰਨਾ ਉਦੋਂ ਵੀ ਭਗਤ ਜੀ ਨੇ ਜਾਣਾ। ਕਿਸੇ ਨੂੰ ਕਬਰ ਵਿੱਚ ਦੱਬਣਾ ਉਦੋਂ ਵੀ ਮਹਾਰਾਜ ਜੀ ਨੇ ਜਾਣਾ। ਇੱਕ ਵਾਰ ਕੀ ਹੋਇਆ, ਮਹਾਰਾਜ ਜੀ ਉੱਥੇ ਪਹੁੰਚ ਕੇ ਸਾਧ ਸੰਗਤ ਜੀ ਜਦੋਂ ਉੱਚੀ ਬਾਂਹ ਕਰਕੇ ਸਤੀ, ਸਾਧ ਸੰਗਤ ਜੀ ਸਤੀ ਹੋਣ ਲੱਗੀ ਨਾ, ਇਹ ਚਿਖਾ ਤੇ ਚੜ੍ਹਨ ਲੱਗੀ, ਆਪਣੀ ਪਤੀ ਦੇ ਨਾਲ ਮਰਨ ਲੱਗੀ, ਤਾਂ ਸਾਧ ਸੰਗਤ ਜੀ ਉਸ ਵੇਲੇ ਲੋਕਾਂ ਨੂੰ ਸਮਝ ਨਹੀਂ ਆਈ। ਉੱਚੀ ਬਾਂਹ ਕਰ ਕਰਕੇ ਨਾ ਇਹ ਕੁਝ ਕਹਿ ਰਹੀ ਸੀ ਤੇ ਜਦੋਂ ਸਮਝ ਨਹੀਂ ਨਾ ਲੋਕਾਂ ਨੂੰ ਆਈ, ਕਬੀਰ ਸਾਹਿਬ ਨੂੰ ਪੁੱਛਿਆ ਉਹ ਲੋਕਾਂ ਨੇ, ਮਹਾਰਾਜ ਇਹ ਕੀ ਕਹਿ ਰਹੀ ਹੈ, ਸਾਨੂੰ ਤੇ ਸਮਝ ਹੀ ਨਹੀਂ ਆਉਂਦੀ। ਤਾਂ ਫਿਰ ਉਹ ਬਚਨ ਹੁਣ ਉਚਾਰਦੇ ਐ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਸਿੱਖਿਆ ਦਿੰਦੇ ਹੋਏ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰ ਰਹੇ ਨੇ। ਬੀਬੀ ਕੀ ਕਹਿੰਦੀ ਏ, ਉਹ ਸਤੀ, ਉਹ ਪਤਨੀ ਕੀ ਕਹਿ ਰਹੀ ਹੈ, ਇਹ ਸ਼ਲੋਕ ਉੱਥੇ ਉਚਾਰਿਆ ਮਹਾਰਾਜ ਜੀ ਨੇ। ਇਹ ਜਿਹੜਾ ਸ਼ਲੋਕ ਉਚਾਰੇ ਨੇ ਸ਼ਮਸ਼ਾਨ ਭੂਮਾ ਦੇ ਵਿੱਚ ਉਚਾਰਿਆ। ਸੋ ਗੁਰਮੁਖੋ ਅੱਡ ਅੱਡ ਪ੍ਰਕਰਨਾਂ ਵਿੱਚ ਕਥਾ ਆ ਰਹੀ ਹੈ। ਸਤਿਗੁਰੂ ਜੀ ਮਹਾਨ ਕਿਰਪਾ ਬਖਸ਼ਿਸ਼ ਕਰ ਰਹੇ ਨੇ। ਕਬੀਰ ਸਤੀ ਪੁਕਾਰੈ ਚਿਹ ਚੜੀ। ਮਹਾਰਾਜ ਕਹਿੰਦੇ ਭਾਈ ਉਹ ਜਿਹੜੀ ਸਤੀ ਹੈ ਨਾ ਚਿਖਾ ਤੇ ਚੜ ਕੇ ਕੀ ਕਹਿੰਦੀ ਹੈ, ਇਹ ਕਹਿ ਰਹੀ ਹੈ, ਇਹ ਪੁਕਾਰ ਰਹੀ ਹੈ, ਸੁਨ ਹੋ ਵੀਰ ਸਮਸਾਨ। ਹੇ ਮੇਰੇ ਵੀਰੋ ਭਰਾਵੋ ਸੁਣ ਲਓ ਮਸਾਨ। ਆ ਜਿਹੜਾ ਸਰੀਰ ਹੈ ਨਾਸ਼ਵੰਤ ਹੈ। ਮਹਾਰਾਜ ਕਹਿੰਦੇ ਜਿਵੇਂ ਉਹ ਸਤੀ ਕਹਿੰਦੀ ਨਾ ਮੈਂ ਚੜ ਗਈ ਆ, ਤੁਸੀਂ ਚੜਾਤਾ ਮੈਨੂੰ ਇਹਦੇ ਤੇ ਲੱਕੜਾਂ ਤੇ ਪਤੀ ਨਾਲ ਚੜਾਤਾ। ਮਹਾਰਾਜ ਕਹਿੰਦੇ ਹੁਣ ਮੈਂ ਮਰ ਜਾਵਾਂਗੀ, ਨਾਸ਼ ਹੋ ਜਾਵਾਂਗੀ। ਇਸੇ ਪ੍ਰਕਾਰ ਸਾਰਿਆਂ ਦਾ ਸਰੀਰ ਨਾਸ਼ਵੰਤ ਹੈ, ਨਾਸ਼ ਹੋ ਜਾਵੇਗਾ। ਮਹਾਰਾਜ ਕਹਿੰਦੇ ਕਾਲ ਨੇ ਤੁਹਾਨੂੰ ਵੀ ਮੌਤ ਨੇ ਚੜਾ ਦੇਣਾ ਹੈ ਚਿਖਾ ਤੇ। ਇਹ ਕਹਿ ਰਹੀ ਹੈ ਗੁਰੂ ਸਾਹਿਬ ਕਹਿੰਦੇ ਸਤੀ। ਉਹ ਲੋਕ ਕਹਿੰਦੇ ਮਹਾਰਾਜ ਕੀ ਕਹਿੰਦੀ ਉੱਚੀਆਂ ਬਾਹਾਂ ਜੀਆਂ ਕਰਕੇ। ਮਹਾਰਾਜ ਭਗਤ ਜੀ ਕਹਿੰਦੇ ਇਉਂ ਕਹਿ ਰਹੀ ਹੈ, ਕਬੀਰ ਸਤੀ ਪੁਕਾਰੈ ਚਿਹ ਚੜੀ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਤੀ ਪੁਕਾਰ ਪੁਕਾਰ ਕੇ ਸਿੱਖਿਆ ਦਿੰਦੇ ਹੋਈ ਕਹਿੰਦੀ ਹੈ ਕਿ ਸੁਣ ਹੋ ਵੀਰ ਮਸਾਨ। ਲੋਗ ਸਵਾਇਆ ਚੱਲ ਗਇਓ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਤੀ ਕਹਿੰਦੀ ਹੈ ਸੁਣ ਹੋ ਵੀਰ ਮਸਾਨ। ਇਹ ਮੇਰੇ ਵੀਰ ਭਰਾਵੋ ਸੁਣ ਲੋ, ਇਹ ਜਿਹੜਾ ਮਸਾਨ ਭਾਵ ਕੇ ਇਹ ਜਿਹੜਾ ਸਰੀਰ ਹੈ ਸ਼ਮਸ਼ਾਨ ਭੂਮਾ ਤੇ ਇਹ ਮਹਾਰਾਜ ਕਹਿੰਦੇ ਇੱਕ ਦਿਨ ਇਹਦੇ ਕੋਲ ਹੀ ਆਏਗਾ, ਇੱਕ ਦਿਨ ਇਹਨੇ ਵੀ ਚਿਖਾ ਤੇ ਚੜ ਜਾਣਾ। ਲੋਗ ਸਵਾਇਆ ਚੱਲ ਗਇਓ। ਜਿਹੜੇ ਤੁਹਾਡੇ ਪਿਤਾ ਨੇ, ਪਿਤਾਮਾ ਨੇ, ਦਾਦੇ ਪੜਦਾਦੇ ਐ, ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਹੀ ਲੋਕ ਚੱਲ ਗਇਓ, ਸਾਰੇ ਦੁਨੀਆ ਤੋਂ ਚਲੇ ਗਏ ਕਹਿੰਦੇ। ਸਦੀ ਇਹ ਕਹਿ ਰਹੀ ਹੈ ਮਹਾਰਾਜ ਕਹਿੰਦੇ ਐ
ਭਗਤ ਜੀ ਕਹਿੰਦੇ ਸਤੀਏ ਕਹਿੰਦੀ ਹੈ ਕਿ ਲੋਕ ਸਬਾਇਆ ਚੱਲ ਗਏ, ਉਹ ਸਾਰੇ ਲੋਕ ਭਾਈ ਚਲੇ ਗਏ ਸ਼ਮਸ਼ਾਨ ਭੂਮਾ 'ਚ ਆ ਕੇ, ਉਹ ਅਗਨ ਨੂੰ ਪ੍ਰਾਪਤ ਹੋ ਗਏ। ਮਹਾਰਾਜ ਕਹਿੰਦੇ ਸੰਸਕਾਰ ਹੋ ਗਿਆ, ਬਸ ਨਾਸ ਹੋ ਗਿਆ ਦੁਨੀਆ ਤੋਂ, ਚੱਲ ਗਿਆ ਸਰੀਰ। ਹਮ ਤੁਮ ਕਾਮ ਨਿਦਾਨ, ਆਖਣ ਲੱਗੇ ਨੇ ਮੈਂ ਵੀ ਚੱਲੀ ਹਾਂ, ਤੁਸੀਂ ਵੀ ਚਲੇ ਜਾਵੋਗੇ। ਹਮ ਤੁਮ ਕਾਮ ਨਿਧਾਨ, ਬਸ ਕਾਮੀ ਪੁੱਠੇ ਕੀਤੇ ਐ ਕਹਿੰਦੇ ਨਿਧਾਨ, ਜਵਾਕਾਂ ਵਾਲੇ ਨਿਆਣਿਆਂ ਵਾਲੀ ਕੰਮ ਕੀਤੇ ਆ। ਕਹਿੰਦੇ ਮਹਾਰਾਜ ਸਮਝਾਉਂਦੇ ਐ ਅਸੀਂ ਤਾਂ ਮਹਾਰਾਜ ਕਹਿੰਦੇ ਸਾਰਿਆਂ ਨਹੀਂ ਚਲੇ ਜਾਣਾ। ਸਤੀ ਕਹਿੰਦੀ ਮੈਂ ਵੀ ਚੱਲੀ ਆ, ਤੁਸੀਂ ਵੀ ਚਲੇ ਜਾਣਾ ਇੱਕ ਦਿਨ। ਕੀ ਹੋ ਗਿਆ, ਅੱਜ ਮੈਂ ਚਿਖਾ ਤੇ ਚੜ ਗਈ ਆ। ਆਖਣ ਲੱਗੇ ਨੇ ਮੇਰੇ ਵੀਰ ਭਰਾਵੋ ਤੁਸੀਂ ਵੀ ਇੱਕ ਦਿਨ ਚਲੇ ਜਾਵੋਗੇ, ਕਿਉਂਕਿ ਲੋਕ ਸਬਾਇਆ ਚੱਲ ਗਏ ਹੋ ਭਾਈ, ਸਾਰੀ ਹੀ ਦੁਨੀਆ ਤੋਂ ਚਲੇ ਗਏ। ਹਮ ਤੁਮ ਮੈਂ ਤੇ ਤੁਸੀਂ ਕਾਮ ਨਿਧਾਨ, ਇਸ ਕਰਕੇ ਨਿਧਾਨ। ਨਿਦਾਨ ਕਿਹਨੂੰ ਆਖਿਆ ਵੀ ਬਾਹਲਾ ਸ਼ਰਾਰਤੀ ਨੇ, ਜਿਹਨੂੰ ਉਹਨੂੰ ਕਹਿੰਦੇ ਨਿਦਾਨ ਬਾਹਲੀਆਂ ਸ਼ਰਾਰਤਾਂ ਕਰਦਾ, ਬਾਹਲੀਆਂ ਇਲਤਾਂ ਕਰਦਾ, ਉਹਨੂੰ ਕਹਿੰਦੇ ਬਾਹਲਾ ਨਿਦਾਨ ਹੈ ਇਹ। ਮਹਾਰਾਜ ਕਹਿੰਦੇ ਕਾਮੀ ਪੁੱਠੇ ਕੀਤੇ, ਸ਼ਰਾਰਤਾਂ ਹੀ ਕੀਤੀਆਂ ਨੇ। ਇਹ ਨਹੀਂ ਜਾਣਿਆ ਕਿ ਸਭ ਦੁਨੀਆ ਤੋਂ ਨਾਸ਼ਵੰਤ ਹੈ, ਸਭ ਦੁਨੀਆ ਤੋਂ ਚਲਿਆ ਗਿਆ, ਇੱਕ ਦਿਨ ਚਲਿਆ ਜਾਏਗਾ। ਕਬੀਰ ਸਤੀ ਪੁਕਾਰੈ ਚਿਹ ਚੜੀ, ਭਗਤ ਕਬੀਰ ਸਾਹਿਬ ਜੀ ਮਹਾਰਾਜ ਹੁਣ ਸਾਧ ਸੰਗਤ ਜੀ ਦੂਜਾ ਅਰਥ ਕਰਕੇ ਦੱਸਦੇ ਐ। ਭਗਤ ਜੀ ਕਹਿਣ ਲੱਗੇ ਸਤੀ ਦੀ ਨਿਆਈ ਜਿਹੜੇ ਸਤਿਆਵਾਦੀ ਮਹਾਤਮਾ ਨੇ, ਮਹਾਂਪੁਰਖ ਹੋਏ, ਗੁਰਮੁਖ ਪਿਆਰੇ ਨੇ, ਉਹ ਵਿਰਾਗ ਪ੍ਰੇਮ ਦੀ ਚਿਖਾ ਤੇ ਚੜੇ ਹੋਏ ਐ। ਦੇਖੋ ਇਹ ਹੁਣ ਅੰਤਰੀਵ ਅਰਥ ਕਰਦੇ ਆ ਮਹਾਰਾਜ ਭਗਤ ਜੀ। ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਪ੍ਰਤੱਖ ਸਤੀ ਚੜ੍ਹਦੀ ਹੈ ਸਾਧ ਸੰਗਤ ਜੀ ਚਿਖਾ ਤੇ, ਗੁਰੂ ਸਾਹਿਬ ਕਹਿੰਦੇ ਜਿਹੜੇ ਰੱਬ ਦੇ ਮਹਾਤਮਾ ਨੇ, ਸੰਤ ਜਨ ਨੇ, ਉਹ ਕਿਹੜੀ ਚਿਖਾ ਤੇ ਚੜ੍ਹੇ ਐ, ਉਹ ਵਿਰਾਗ ਦੀ ਚਿਖਾ ਤੇ ਚੜ੍ਹੇ ਐ, ਪ੍ਰੇਮ ਰੂਪੀ ਚਿਖਾ ਤੇ ਚੜ੍ਹੇ ਹੋਏ ਐ। ਪ੍ਰੇਮ ਮੈਂ ਨਹੀਂ ਹੈ, ਮੈਂ ਤੋਂ ਪਰੇ ਹੋ ਜਾਣਾ ਹੀ ਪ੍ਰੇਮ ਹੁੰਦਾ ਹੈ। ਉਹ ਗੁਰੂ ਸਾਹਿਬ ਨੂੰ ਪਿਆਰ ਕਰਦੇ ਐ, ਪ੍ਰੇਮ ਕਰਦੇ ਐ, ਉਹ ਵਿਰਾਗ ਰੂਪੀ ਪ੍ਰੇਮ ਰੂਪੀ ਚਿਖਾ ਤੇ ਅਕਾਲ ਪੁਰਖ ਦੇ ਪਿਆਰੇ ਚੜੇ ਨੇ। ਕਬੀਰ ਸਤੀ ਪੁਕਾਰੈ ਚਿਹ ਚੜੀ, ਜਦੋਂ ਮਹਾਤਮਾ ਵਿਰਾਗ ਤੇ ਪ੍ਰੇਮ ਰੂਪੀ ਚਿਖਾ ਤੇ ਚੜੇ ਤਾਂ ਪੁਕਾਰ ਪੁਕਾਰ ਕੇ ਇੱਕ ਗੱਲ ਹੀ ਕਹਿੰਦੇ ਹਨ, ਸੁਣੋ ਵੀਰ ਮਸਾਨ। ਵੀਰ ਨਾਮ ਸੂਰਮੇ ਦਾ ਹੈ, ਵੱਡੇ ਵੱਡੇ ਸੂਰਮਿਆਂ ਨੂੰ ਕਹਿੰਦੇ ਐ ਸੁਣੋ ਵੀਰ ਮਸਾਨ। ਸੁਣੋ ਭਾਈ ਸੂਰਮਿਓ, ਸੁਣਨਾ ਕਰੋ, ਕੀ ਸੁਣਨਾ ਕਰੋ। ਲੋਗ ਸਵਾਇਆ ਚੱਲ ਗਇਓ, ਇਹ ਗੱਲ ਕਹਿੰਦੇ ਆ ਕਿ ਸੁਣੋ ਵੀਰ ਮਸਾਨ, ਇਹ ਜਿਹੜਾ ਸਰੀਰ ਹੈ ਇਹ ਕਹਿੰਦੇ ਨਾਸ਼ਵੰਤੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾ ਜਾਪ ਜਪਣਾ ਕਰ, ਸਰੀਰ ਤਾਂ ਇੱਕ ਦਿਨ ਚਲਿਆ ਜਾਏਗਾ, ਨਾਸ਼ਵੰਤ ਹੈ ਸਰੀਰ, ਇਹ ਸਮਝਾਉਂਦੇ ਹਨ। ਲੋਗ ਸਵਾਇਆ ਚੱਲ ਗਇਓ, ਸਾਰੇ ਲੋਕ ਹੀ ਦੁਨੀਆ ਤੋਂ ਕਹਿੰਦੇ ਕੂਚ ਕਰਕੇ ਚਲੇ ਗਏ, ਰਹਿਣ ਨਾ ਪਾਵੈ ਸੁਰ ਨਰ ਦੇਵਾ। ਕੋਈ ਸੁਰ ਦੇਵਤਾ ਨਰ ਮਨੁੱਖ, ਸੁਰ ਨਰ ਦੇਵਾ, ਦੇਵੀ ਦੇਵਤੇ ਕੋਈ ਵੀ ਨਹੀਂ ਦੁਨੀਆ ਤੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਜੀ ਨਰਸਿੰਘਾ ਅਵਤਾਰੇ ਵਹੀ ਕਾਲ ਮਾਰੇ। ਕਾਲ ਨੇ ਭਾਈ ਨਰਸਿੰਘ ਅਵਤਾਰ ਨੂੰ ਵੀ ਮਾਰਿਆ, ਵੱਡੇ ਵੱਡੇ ਅਵਤਾਰ ਸਭ ਸਾਰਾ ਕੁਝ ਹੀ ਦੁਨੀਆ ਤੋਂ ਚਲਿਆ ਗਿਆ। ਸਮੇਂ ਆਉਣ ਤੇ ਸਭ ਦੁਨੀਆ ਤੋਂ ਚਲੇ ਗਏ। ਸ਼੍ਰੀ ਰਾਮ ਚੰਦਰ ਜੀ ਵਰਗੇ ਦੁਨੀਆ ਤੇ ਆਏ, ਪ੍ਰਚਾਰ ਕੀਤਾ, ਮਰਿਆਦਾ ਰੱਖੀ ਰਖਾਈ, ਪਰ ਇੱਕ ਦਿਨ ਦੁਨੀਆ ਤੋਂ ਜਾਣਾ ਪੈ ਗਿਆ। ਸਾਧ ਸੰਗਤ ਜੀ ਏਕ ਸ਼ਿਵ ਭਾਏ ਫਿਰ ਏਕ ਸ਼ਿਵ ਭਾਏ, ਏਕ ਗਏ ਫਿਰ ਏਕ ਭਏ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਮਹਾਰਾਜ ਦਾ ਬਚਨ ਹੈ ਗੁਰਮੁਖੋ। ਸਾਧ ਸੰਗਤ ਜੀ ਕਲਗੀਆਂ ਵਾਲੇ ਪਾਤਸ਼ਾਹ ਜੀ ਦਸਮ ਬਾਣੀ ਵਿੱਚ ਬਚਨ ਕਰਦੇ ਐ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਗੁਰਮੁਖੋ ਜਦੋਂ ਦੁਨੀਆ ਤੋਂ ਉਹ ਸੱਦਾ ਆਉਂਦਾ ਹੈ ਨਾ, ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ। ਜਦੋਂ ਵਾਹਿਗੁਰੂ ਦੀ ਚਿੱਠੀ ਆਉਂਦੀ ਹੈ ਉਦੋਂ ਸਾਰਿਆਂ ਨੂੰ ਦੁਨੀਆ ਤੋਂ ਜਾਣਾ ਪੈਂਦਾ ਹੀ ਆ। ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਬਚਨ ਕੀਤੇ, ਏਕ ਸ਼ਿਵ ਭਏ ਤੇ ਫਿਰ ਏਕ ਗਏ। ਸਾਧ ਸੰਗਤ ਜੀ ਦੁਨੀਆ ਤੋਂ ਬੜੇ ਤੁਰੇ ਜਾ ਰਹੇ ਨੇ, ਇੱਥੇ ਅਵਤਾਰ ਨਹੀਂ ਰਹੇ ਕੋਈ। ਵੱਡੇ ਵੱਡੇ ਸਾਧ ਸੰਗਤ ਜੀ ਜਿਹੜੇ ਭਗਤੀ ਕਰਨ ਵਾਲੇ ਸੰਤ ਮਹਾਤਮਾ ਸਰੀਰ ਕਰਕੇ ਨਹੀਂ ਰਹੇ।
ਤੇ ਮਹਾਰਾਜ ਕਹਿੰਦੇ ਬ੍ਰਹਮਾ ਅਰ ਬਿਸ਼ਨ ਕੀਤੇ ਵੇਦ ਔ ਪੁਰਾਨ ਕੀਤੇ ਸਿਮਰਤ ਸਮੂਹਨ ਕੈ ਹੋਏ ਹੋਏ ਬਤਾਏ। ਦੇਖੋ ਮਹਾਰਾਜ ਦਾ ਬਚਨ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਮੋਨ ਦੀ ਮਦਾਰ ਕੀਤੇ ਅਸਨੀ ਕੁਮਾਰ ਕੀਤੇ ਅੰਸਾ ਅਵਤਾਰ ਕੀਤੇ ਕਾਲ ਬਸ ਭਏ ਹੈ। ਵੱਡੇ ਵੱਡੇ ਭਾਈ ਸਭ ਕਾਲ ਦੇ ਵਸ ਪਏ ਨੇ ਕਹਿੰਦੇ। ਪੀਰ ਔ ਪੈਗੰਬਰ ਕੀਤੇ ਗਣੇ ਨਾ ਪਰਤ ਏਤੇ ਗਣੇ ਨਹੀਂ ਜਾ ਸਕਦੇ ਕਹਿੰਦੇ। ਭੂਮ ਹੀ ਤੇ ਹੋਏ ਕਹਿ ਫਿਰ ਭੂਮ ਹੀ ਮਿਲੇ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਸਭ ਭਾਈ ਦੁਨੀਆ ਤੋਂ ਚਲੇ ਗਏ, ਸਭ ਮਿੱਟੀ 'ਚ ਮਿਲ ਗਏ ਕਹਿੰਦੇ। ਸਾਰਿਆਂ ਦਾ ਨਾਸ਼ ਹੋ ਗਿਆ, ਕੋਈ ਰਹਿ ਨਹੀਂ ਸਕਿਆ ਮਹਾਰਾਜ ਕਹਿੰਦੇ ਦੁਨੀਆ ਤੇ। ਇਸ ਕਰਕੇ ਦੀਨ ਦੁਨੀਆ ਦੇ ਮਾਲਕ ਸਮਝਾਉਂਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਭਾਈ ਲੋਕ ਸਬਾਇਆ ਚੱਲ ਗਇਓ। ਆਖਣ ਲੱਗੇ ਨੇ ਲੋਕ ਸਬਾਇਆ ਜਿੰਨੇ ਵੀ ਦੁਨੀਆ ਤੇ ਲੋਕ ਨੇ ਸਭ ਵਾਰੋ ਵਾਰੀ ਜਾ ਰਹੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸੁਧਾਰੇ ਕਰ ਮੁਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ। ਬਾਦਸ਼ਾਹ ਸਾਹ ਸਭ ਵਾਪਾਰੀ ਮਰਨਾ ਜੋ ਦੀਸੈ ਸੋ ਕਾਲੈ ਖਰਨਾ। ਮਹਾਰਾਜ ਕਹਿੰਦੇ ਜਿਹਨੂੰ ਵੀ ਤੁਸੀਂ ਵੇਖਦੇ ਹੋ ਸਭ ਭਾਈ ਕਾਲ ਨੇ ਖਰੇ ਖੋਰ ਦਿੱਤੇ, ਸਭ ਕਾਲੈ ਖਰਨਾ। ਸਾਰਿਆਂ ਦੇ ਸਿਰ ਤੇ ਕਾਲ ਖੜਾ ਆ, ਸਭ ਚਲੇ ਜਾਣਗੇ। ਪਰ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਸ਼ੁਭ ਕੰਮ ਕੀਤੇ ਉਹ ਫਿਰ ਦੁਬਾਰਾ ਨਹੀਂ ਮਰਦੇ, ਦੁਬਾਰਾ ਨਹੀਂ ਮਰਦੇ। ਭਗਤ ਜੀ ਨੇ ਇਹੀ ਬਚਨ ਕੀਤਾ ਸੀ ਨਾ ਬਹੁਰ ਨਾ ਮਰਨਾ ਹੋਏ ਐਸੀ ਮਰਨੀ ਜੋ ਮਰੇ। ਇੱਕ ਵਾਰ ਮਰ ਜਾ ਬਸ, ਇੱਕ ਵਾਰ ਦੁਨੀਆ ਤੋਂ ਚਲਾ ਜਾ, ਫਿਰ ਤੈਨੂੰ ਨਾ ਦੁਬਾਰਾ ਦੁਨੀਆ ਤੇ ਆਉਣਾ ਪਵੇ ਨਾ ਦੁਨੀਆ ਤੋਂ ਜਾਣਾ ਪਵੇ, ਮੁਕਤ ਹੋ ਜਾਏਗਾ। ਮੁਕਤੀ ਪਦ ਤੈਨੂੰ ਪ੍ਰਾਪਤ ਹੋ ਜਾਏਗੀ। ਸੋ ਗੁਰੂ ਸਾਹਿਬਿਓਂ ਸਮਝਾਉਂਦੇ ਨੇ ਇਹ ਨਹੀਂ ਨਾ ਕੀਤਾ, ਫਿਰ ਵਾਰ-ਵਾਰ ਆਏਗਾ। ਜਮ ਜਮ ਮਰੇ ਮਰੇ ਫਿਰ ਜੰਮੈ ਬਹੁਤ ਸਜਾਏ ਪਾਇਆ ਦੇਸ਼ ਲੰਮੇ। ਇਉਂ ਮਹਾਰਾਜ ਦੱਸਦੇ ਹਨ ਲੋਗ ਸਵਾਇਆ ਚੱਲ ਗਇਓ। ਉਹ ਮਹਾਤਮਾ ਕਹਿੰਦੇ ਹੈ ਕਿ ਸਾਰੇ ਲੋਕ ਭਾਈ ਦੁਨੀਆ ਤੋਂ ਕੂਚ ਕਰਕੇ ਚਲੇ ਗਏ। ਹਮ ਤੁਮ ਕਾਮ ਨਿਦਾਨ। ਇਹ ਸਰੀਰਾਂ ਦੀ ਹੰਗਤਾ ਮਮਤਾ ਮੈਂ ਤੇ ਤੂੰ ਦਾ ਜਿਹੜਾ ਕੰਮ ਸੀ ਇਹ ਤੇ ਮੂਰਖਾਂ ਦਾ ਕੰਮ ਹੈ, ਨਿਦਾਨਾਂ ਦਾ, ਪਾਗਲਾਂ ਦਾ ਕੰਮ ਹੈ। ਕਹਿੰਦੇ ਇਹਨੂੰ ਛੱਡ ਕੇ ਭਾਈ ਅਸਲ ਗਿਆਨ ਵੱਲ ਆਓ ਕਿ ਲੋਕ ਸਬਾਇਆ ਚੱਲ ਗਇਓ। ਸਾਰਿਆਂ ਨੇ ਇੱਕ ਦਿਨ ਦੁਨੀਆ ਤੋਂ ਚਲੇ ਜਾਣਾ। ਗੁਰੂ ਸਾਹਿਬ ਇਉਂ ਸਮਝਾਉਂਦੇ ਐ, ਸੱਚੇ ਪਾਤਸ਼ਾਹ ਦੱਸਦੇ ਐ ਕਿ ਭਾਈ ਜਿਹੜੇ ਸੰਸਾਰ ਤੋਂ ਉਪਰਾਮ ਹੋਏ ਰੱਬ ਦੇ ਪਿਆਰੇ ਸੰਤ ਨੇ ਉਹ ਲੋਕਾਂ ਨੂੰ ਤਮਾਸ਼ਾ ਹੀ ਸਮਝ ਕੇ ਦੱਸਦੇ ਐ ਵੀ ਤਮਾਸ਼ਾ ਏ ਤਾਂ ਭਾਈ ਉਹ ਦੁਨੀਆ ਸੰਸਾਰ ਨੂੰ ਤਮਾਸ਼ਾ ਹੀ ਦੇਖਦੇ ਐ। ਲੋਕਾਂ ਲਈ ਤੇ ਉਹ ਤਮਾਸ਼ਾ ਹੈ ਨਹੀਂ। ਸਾਧ ਸੰਗਤ ਜੀ ਉਹ ਤੇ ਕਹਿੰਦੇ ਇਹੀ ਸੱਚ ਹੈ, ਲੋਕ ਕਹਿੰਦਾ ਇਹੀ ਸੱਚ ਹੈ, ਦੁਨੀਆ ਕਹਿੰਦੀ ਇਹੀ ਦੁਨੀਆ ਸੱਚ ਹੈ। ਮਹਾਰਾਜ ਰੱਬ ਦੇ ਜਿਹੜੇ ਸੰਤ ਭਗਤ ਹੁੰਦੇ ਉਹ ਤੇ ਦੁਨੀਆ ਨੂੰ ਤਮਾਸ਼ਾ ਹੀ ਦੱਸਦੇ ਹੈ। ਇਹ ਤੇ ਤਮਾਸ਼ਾ ਖੇਡ ਹੈ, ਅਸਲ ਥੋੜੋਂ ਹੈ। ਸਾਧ ਸੰਗਤ ਜੀ ਉਹਨਾਂ ਦੀ ਸੁਰਤੀ ਸਵੈ ਸਰੂਪ ਵਿੱਚ ਲੀਨ ਹੁੰਦੀ ਹੈ, ਉਹ ਲੋਕਾਂ ਨੂੰ ਨਹੀਂ ਦੇਖਦੇ। ਬਸ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਘਰ ਨੂੰ ਵੇਖਦੇ ਆ, ਆਪਣੀ ਮੰਜ਼ਿਲ ਨੂੰ ਹੀ ਵੇਖਦੇ ਆ ਰੱਬ ਦੇ ਪਿਆਰੇ। ਇਸੇ ਕਰਕੇ ਉਹ ਬਚਨ ਕਰਦੇ ਐ। ਸੱਚੇ ਪਾਤਸ਼ਾਹ ਸਮਝਾਉਂਦੇ ਆ ਭਾਈ ਦੁਨੀਆ ਤੋਂ ਇੱਕ ਦਿਨ ਸਾਰਿਆਂ ਨਹੀਂ ਚਲੇ ਜਾਣਾ ਆ। ਕਿਉਂ ਇਹ ਮੈਂ ਤੇ ਹੰਗਤਾ ਤੇ ਮਮਤਾ ਦੇ ਕੰਮਾਂ 'ਚ ਪੈ ਕੇ ਮੂਰਖਤਾ ਕਰ ਰਹੇ ਆ। ਅਸਲ ਕੰਮ ਕਰਨਾ ਕਰੀਏ, ਭਗਤੀ ਵੱਲ ਜੁੜਨਾ ਕਰੀਏ। ਕਬੀਰ ਮਨ ਪੰਖੀ ਭਇਓ। ਸਾਧ ਸੰਗਤ ਜੀ ਇੱਕ ਦਿਨ ਸਤ ਸੰਗਤ ਵਿੱਚ ਨਾ ਵਿਚਾਰ ਚੱਲੀ। ਕਹਿੰਦੇ ਮਹਾਰਾਜ ਭਗਤ ਜੀ ਇਹ ਦੱਸਣਾ ਕਰੋ ਵੀ ਜਿਹੜਾ ਮਨ ਹੈ ਮਨ ਦੀ ਅਵਸਥਾ ਦੱਸੋ, ਮਨ ਕੀ ਕਰਦਾ ਏ। ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦਾ ਬਚਨ ਸੁਣ ਕੇ ਨਾ ਫਿਰ ਬਚਨ ਉਚਾਰਦੇ ਹਨ। ਕਬੀਰ ਮਨ ਪੰਖੀ ਭਇਓ। ਕਬੀਰ ਸਾਹਿਬ ਕਹਿੰਦੇ ਮਨ ਜਿਹੜਾ ਹੈ ਨਾ ਪੰਖੀ ਦੀ ਨਿਆਈ ਹੈ। ਉੱਡ ਉੱਡ ਦਹਿ ਦਿਸ ਜਾਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪੰਛੀ ਦੀ ਨਿਆਈ ਮਨ ਹੈ। ਜਿਵੇਂ ਪੰਛੀ ਸਾਧ ਸੰਗਤ ਜੀ ਕਿਤੇ ਕਿਹੜੇ ਦਰਖਤ ਤੇ ਆ ਕੇ ਬਹਿ ਜਾਂਦਾ, ਕਿਤੇ ਕਿਹੜੇ ਦਰਖਤ ਤੇ ਜਾ ਕੇ ਬਹਿੰਦਾ ਹੈ, ਕਿਤੇ ਕਿੱਥੇ ਜਾ ਕੇ ਬਹਿ ਗਿਆ, ਕਿਤੇ ਕਿੱਥੇ ਜਾ ਕੇ ਬਹਿ ਗਿਆ। ਇਸੇ ਪ੍ਰਕਾਰ ਮਨ ਰੂਪੀ ਪੰਛੀ ਵੀ ਇਸੇ ਤਰ੍ਹਾਂ ਹੀ ਹੈ।
ਉੱਡ ਉੱਡ ਦਹਿ ਦਿਸ ਜਾਏ। ਮਹਾਰਾਜ ਕਹਿੰਦੇ ਉੱਡ ਉੱਡ ਕੇ ਭਾਈ 10 ਦਿਸ਼ਾਵਾਂ ਵੱਲ ਇਹ ਪਦਾਰਥਾਂ ਦੀ ਇੱਛਾ ਕਰਦਾ ਮਨ ਰੂਪੀ ਪੰਛੀ ਉੱਡ ਰਿਹਾ, ਕਿਤੇ ਕਿਤੇ ਜਾ ਕੇ ਬਹਿ ਜਾਂਦਾ, ਕਿਤੇ ਕਿਤੇ ਜਾ ਕੇ ਬਹਿ ਜਾਂਦਾ। ਜੇ ਸਤ ਸੰਗਤ ਵਿੱਚ ਆ ਗਿਆ ਤਾਂ ਗੁਰਮੁਖੋ ਇਹ ਮਾੜਾ ਜਿਹਾ ਇਹਦੇ ਤੇ ਉਹ ਜਿਹਾ ਪ੍ਰਭਾਵ ਜਿਹਾ ਪੈ ਗਿਆ, ਦੁਨੀਆ 'ਚ ਚਲਿਆ ਗਿਆ। ਰਾਜਸੀ ਉਹਦੇ ਤੇ ਫਿਰ ਮਾਇਆ ਦਾ ਪ੍ਰਭਾਵ ਪੈ ਗਿਆ। ਕਿਸੇ ਨਸ਼ਈ ਪੁਰਖ ਨੂੰ ਵੇਖ ਲਿਆ, ਫਿਰ ਤਾਮਸੀ ਪ੍ਰਭਾਵ ਪੈ ਗਿਆ। ਬਸ ਇਉਂ ਮਹਾਰਾਜ ਕਹਿੰਦੇ ਮਨ ਰੂਪੀ ਪੰਛੀ ਜਿੱਥੇ ਜਿੱਥੇ ਵੀ ਜਾ ਉੱਥੋਂ ਉੱਥੇ ਪ੍ਰਭਾਵ ਕਬੂਲਦਾ। ਪਰ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਸਾਧੂ ਹੋ ਗਏ, ਜਿੱਥੇ ਮਰਜੀ ਚਲੇ ਜਾਣ। ਕਬੀਰ ਸਾਹਿਬ ਦਾ ਕਿ ਬਚਨ ਆਵੇਗਾ, ਕਬੀਰ ਸੰਤਾਂ ਨਾ ਛਾੜੈ ਸੰਤਈ, ਜੋ ਕੋਟਕ ਮਿਲੇ ਅਸੰਤ। ਜਿਸ ਦਾ ਮਨ ਸੰਤ ਹੋ ਗਿਆ ਉਸ ਨੂੰ ਭਾਵੇਂ ਅਸੰਤ ਕਰੋੜਾਂ ਹੀ ਮਿਲ ਜਾਣ। ਆਪਣਾ ਸਾਧ ਸੰਗਤ ਜੀ ਉਹ ਪ੍ਰਭਾਵ ਨਹੀਂ, ਆਪਣਾ ਪ੍ਰਭਾਵ ਨਹੀਂ ਛੱਡਦਾ ਤੇ ਦੂਜਿਆਂ ਦਾ ਪ੍ਰਭਾਵ ਨਹੀਂ ਕਬੂਲਦਾ ਜਿਨ੍ਹਾਂ ਨੇ ਮਨ ਨੂੰ ਸਾਧਿਆ। ਪਰ ਇੱਥੇ ਆਮ ਲੋਕਾਂ ਦੀ ਗੱਲ ਕਰਦੇ ਆ ਮਹਾਰਾਜ ਸਾਧ ਸੰਗਤ ਜੀ, ਭਗਤ ਜੀ ਦੁਨੀਆ ਦੀ ਗੱਲ ਕਰਦੇ ਸਮਝਾਉਂਦੇ ਐ ਕਿ ਮਨ ਰੂਪੀ ਪੰਛੀ ਤਾਂ ਭਾਈ ਇਹ ਜੀਵਾਂ ਦਾ ਮਨ ਰੂਪੀ ਪੰਛੀ ਉੱਡ ਉੱਡ ਕੇ 10 ਦਿਸ਼ਾ ਵੱਲ ਜਾ ਰਹੇ ਆ। ਸੰਕਲਪ ਵਿਕਲ ਰੂਪੀ ਖੰਭਾਂ ਦੇ ਨਾਲ ਉੱਡ ਕੇ ਇਹ ਸਾਧ ਸੰਗਤ ਜੀ ਕਿੱਥੇ ਜਾ ਰਹੇ ਆ? ਪਦਾਰਥਾਂ ਦੀ ਇੱਛਾ ਕਰਦਾ ਫਿਰਦਾ ਆ। 10 ਇੰਦਰੀਆਂ ਨੂੰ ਵਿਸ਼ੇ ਭੋਗਦਾ ਸਾਧ ਸੰਗਤ ਜੀ। ਮਨ 10 ਦਿਸ਼ਾ ਦੇ ਵਿੱਚ ਜਾ ਰਹੇ ਆ। ਕਿਹੜੀ 10 ਦਿਸ਼ਾ ਵਿੱਚ ਜਾ ਰਹੇ ਆ? ਜਿਹੜੇ ਗਿਆਨ ਇੰਦਰੀ ਔਰ ਕਰਮ ਇੰਦਰੀ ਨੇ, ਇਹ 10 ਨੇ ਨਾ, 5 ਗਿਆਨ ਇੰਦਰੀ 5 ਕਰਮ ਇੰਦਰੀ, ਬਸ ਇਹਦੇ 'ਚ ਹੀ ਉੱਡ ਰਿਹਾ ਮਨ ਰੂਪੀ ਪੰਛੀ। ਕਿਤੇ ਖਾਣ ਦਾ ਲੱਭ ਪੈ ਗਿਆ, ਕਿਤੇ ਗੰਦੇ ਗਾਣੇ ਸੁਣਨ ਦਾ ਲੱਭ ਪਿਆ ਹੋਇਆ ਏ, ਕਿਤੇ ਵੇਖਣ ਦਾ। ਇਹ ਗਿਆਨ ਇੰਦਰੀ ਤੇ ਕਰਮ ਇੰਦਰੀ ਨੇ। 5 ਹੀ ਗਿਆਨ ਇੰਦਰੀ ਹੈ, 5 ਹੀ ਕਰਮ ਇੰਦਰੀ ਹੈ। ਮਹਾਰਾਜ ਕਹਿੰਦੇ ਉੱਡ ਉੱਡ ਦਹਿ ਦਿਸ ਜਾਏ। ਮਨ ਰੂਪੀ ਪੰਛੀ ਕਿਹੜੀ 10 ਦਿਸ਼ਾ ਵਿੱਚ ਉੱਡ ਰਹੇ ਆ? ਗਿਆਨ ਇੰਦਰੀ ਤੇ ਕਰਮ ਇੰਦਰੀਆਂ ਰੂਪੀ ਦਿਸ਼ਾਵਾਂ ਵੱਲ ਉੱਡ ਰਿਹਾ ਇਹ ਮਨ ਰੂਪੀ ਪੰਛੀ। ਮਹਾਰਾਜ ਕਹਿੰਦੇ ਮਨ ਰੂਪੀ ਪੰਛੀ ਅੱਖਾਂ ਵੱਲ ਜਦੋਂ ਪਰਾਇਆ ਰੂਪ ਵੇਖਦਾ ਉੱਡ ਗਿਆ। ਜਦੋਂ ਸਾਧ ਸੰਗਤ ਜੀ ਗੰਦੇ ਗਾਣੇ ਸੁਣਦਾ ਆ ਉੱਡ ਗਿਆ ਮਨ ਰੂਪੀ ਪੰਛੀ। ਗਲਤ ਬੋਲਦਾ ਏ, ਗਲਤ ਪਾਸੇ ਪੈਰ ਚੱਲਦੇ, ਹੱਥ ਚੱਲਦੇ, ਉੱਡ ਗਿਆ ਕਹਿੰਦੇ। ਇਉਂ ਕਹਿੰਦੇ ਮਨ ਰੂਪੀ ਪੰਛੀ ਭਾਈ ਉੱਡ ਰਿਹਾ। ਜੋ ਜੈਸੀ ਸੰਗਤ ਮਿਲੈ। ਮਹਾਰਾਜ ਕਹਿੰਦੇ ਭਾਈ ਮਨ ਰੂਪੀ ਪੰਖੀ ਨੂੰ ਜਿਹੋ ਜੀ ਸੰਗਤ ਮਿਲਦੀ ਹੈ, ਰੁੱਖ ਦੀ ਸੰਗਤ ਮਿਲਦੀ ਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੋ ਜਿਹਾ ਪ੍ਰਭਾਵ ਉਹ ਦੇਖਦਾ ਹੈ ਸੰਗਤ ਤੇ, ਜਿਹੋ ਜਿਹਾ ਪ੍ਰਭਾਵ ਉਸ ਮਨ ਨੂੰ ਸਾਧ ਸੰਗਤ ਜੀ ਪ੍ਰਾਪਤ ਹੋਇਆ, ਸੋ ਤੈਸੋ ਫਲ ਖਾਏ। ਮਹਾਰਾਜ ਕਹਿੰਦੇ ਇਹੋ ਜਿਹਾ ਹੀ ਫਲ ਖਾਂਦਾ ਆ ਜਿਹੋ ਜੀ ਸੰਗਤ ਹੈ। ਸਾਧ ਸੰਗਤ ਜੀ ਜਿਹੜੇ ਪੰਛੀ ਅੰਬ ਦੇ ਰੁੱਖ ਉੱਪਰ ਬਹਿੰਦੇ ਐ, ਉਹ ਸਾਧ ਸੰਗਤ ਜੀ ਉਸ ਨੂੰ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ ਆ। ਜੇ ਕਿਤੇ ਸਾਧ ਸੰਗਤ ਜੀ ਹੋਰ ਕਿਤੇ ਦਰਖਤ ਤੇ ਜਾ ਕੇ ਬਹਿ ਗਏ, ਕਿੱਕਰਾਂ ਤੇ ਬਹਿ ਗਏ, ਉਹੋ ਜਿਹਾ ਹੀ ਉਸ ਨੂੰ ਫਲ ਪ੍ਰਾਪਤ ਹੋਵੇਗਾ। ਇਸੇ ਪ੍ਰਕਾਰ ਸਾਧ ਸੰਗਤ ਜੀ ਨਿੰਮ ਤੇ ਦਰਖਤ ਤੇ ਬੈਠਣਗੇ, ਉਹੋ ਜਿਹਾ ਹੀ ਫਲ ਪ੍ਰਾਪਤ ਹੋਵੇਗਾ। ਇਸੇ ਤਰ੍ਹਾਂ ਹੀ ਜਿਹੜਾ ਮਨ ਰੂਪੀ ਪੰਛੀ ਹੈ ਇਹ ਜਿਹੋ ਜੀ ਸੰਗਤ ਵਿੱਚ ਬਹਿੰਦਾ ਉਹੋ ਜਿਹਾ ਹੀ ਹੋ ਜਾਂਦਾ। ਤੇ ਗੁਰਮੁਖੋ ਜਿਨ੍ਹਾਂ ਨੇ ਸੰਗਤ ਕੀਤੀ ਰੱਬ ਦੇ ਪਿਆਰਿਆਂ ਦੀ, ਸਤ ਸੰਗੀਆਂ ਦੀ, ਅਕਾਲ ਪੁਰਖ ਦੇ ਪਿਆਰਿਆਂ ਦੀ, ਉਹਨਾਂ ਨੂੰ ਉਹੋ ਜੀ ਸੰਗਤ ਮਿਲੀ ਹੈ। ਜਿਸ ਮਨ ਰੂਪੀ ਪੰਛੀ ਨੇ ਸਤ ਸੰਗਤ ਰੂਪੀ ਦਰਖਤ ਤੇ ਬਹਿ ਕੇ ਨਾਮ ਰੂਪੀ ਫਲ ਖਾਧਾ ਤੇ ਗੁਰਮੁਖੋ ਮੁਕਤੀ ਤਾਂ ਮਿਲੀ ਹੈ। ਤੇ ਸਾਧ ਸੰਗਤ ਜੀ ਉਹ ਕੁਸੰਗਤ ਤੋਂ ਬਚ ਗਏ, ਖੋਟੇ ਪੁਰਖਾਂ ਦੀ ਕੁਸੰਗਤ ਤੋਂ ਬਚ ਗਏ। ਉਹਨਾਂ ਦੇ ਮਨ ਤੇ ਅਸਲ ਪ੍ਰਭਾਵ ਪਿਆ। ਉਹਨਾਂ ਦਾ ਮਨ ਤਾਂ ਸਿੱਧਾ ਹੋਊਗਾ, ਤਾਂ ਸਾਫ ਸ਼ੁੱਧ ਹੋਏਗਾ, ਤਾਂ ਮਨ ਸਾਧਿਆ ਜਾਏਗਾ ਜੇ ਸਤ ਸੰਗਤ ਰੂਪੀ ਦਰਖਤ ਤੇ ਬਹਿ ਕੇ ਨਾਮ ਰੂਪੀ ਫਲ ਖਾਵਾਂਗੇ। ਉਹ ਮਹਾਰਾਜ ਜੀ ਦੱਸਦੇ ਐ। ਇਸ ਕਰਕੇ ਆਪਣੇ ਮਨ ਨੂੰ ਮੋੜ ਲੈਣਾ ਹੀ ਚਾਹੀਦਾ। ਐਵੇਂ ਤਾਂ ਹੀ ਗੁਰੂ ਸਾਹਿਬ ਨੇ ਆਖਿਆ ਨਾ, ਦੁਤੀਆ ਤਿਆਗੀ ਲੋਗਾ ਰੀਤ। ਮੈਂ ਦੁਤੀਆ ਤਿਆਗੀ ਲੋਗਾ ਰੀਤ, ਦੁਵੈਤ ਭਾਵਨਾ ਵਾਲੀ ਲੋਕਾਂ ਦੀ ਰੀਤ ਤਿਆਗਤੀ, ਮਰਿਆਦਾ ਤਿਆਗਤੀ। ਲੋਕ ਪੁੱਠੇ ਕੰਮ ਕਰਦੇ ਐ, ਲੋਕ ਦੁਵੈਤ ਭਾਵਨਾ ਚ ਪਏ ਹੋਏ ਐ। ਮਹਾਰਾਜ ਕਹਿੰਦੇ ਮੇਰਾ ਮਨ ਹੁਣ ਪ੍ਰਭਾਵ ਹੀ ਨਹੀਂ ਕਬੂਲਦਾ।
ਮੈਂ ਤੇ ਲੋਕਾਂ ਦੀ ਰੀਤੀ ਨੂੰ ਛੱਡ ਦਿੱਤਾ, ਲੋਕਾਂ ਦੀ ਮਰਿਆਦਾ ਨੂੰ ਛੱਡ ਦਿੱਤਾ, ਮੈਂ ਤੇ ਰੱਬ ਦੀ ਮਰਿਆਦਾ ਮੰਨੀ ਹੈ ਬਸ। ਤੇ ਸਾਧ ਸੰਗਤ ਜੀ, ਜਿਨ੍ਹਾਂ ਦਾ ਮਨ ਜ਼ਿਆਦਾ ਪ੍ਰਭਾਵ ਕਬੂਲੇਗਾ ਉਹੋ ਜਿਹਾ ਹੀ ਹੋਏਗਾ। ਜਿਨ੍ਹਾਂ ਦਾ ਮਨ ਦੁਸ਼ਟਾਂ 'ਚ ਬੈਠਾ ਹੋਇਆ, ਅਗਿਆਨੀਆਂ 'ਚ ਬੈਠਾ, ਮੂਰਖਾਂ ਮਨਮੁੱਖਾਂ 'ਚ ਬੈਠਾ, ਉਹਨਾਂ ਦਾ ਮਨ ਉਦਾਂ ਹੀ ਹੋ ਜਾਏਗਾ। ਤੇ ਗੁਰਮੁਖੋ, ਜਿਨ੍ਹਾਂ ਦਾ ਮਨ ਗੁਰਮੁਖ ਵਾਲਾ ਹੋ ਗਿਆ, ਤੇ ਜਦੋਂ ਮਨ ਨੇ ਪ੍ਰਭਾਵ ਕਬੂਲ ਲਿਆ ਇੱਕ ਵਾਰ, ਫਿਰ ਜਿੱਥੇ ਮਰਜੀ ਚਲਾ ਜਾਏ, ਦੁਨੀਆ ਵਰਗਾ ਮਨ ਨਹੀਂ ਹੋਵੇਗਾ। ਇਹੋ ਮਹਾਰਾਜ ਜੀ ਸਮਝਾਉਂਦੇ ਹਨ। ਕਬੀਰ ਮਨ ਪੰਖੀ ਭਇਓ। ਮਹਾਰਾਜ ਕਹਿੰਦੇ ਕਬੀਰ, ਇਹ ਜਿਹੜਾ ਮਨ ਹੈ ਪੰਛੀ ਦੀ ਨਿਆਈ ਹੈ ਭਾਈ। ਉੱਡ ਉੱਡ ਦਹਿ ਦਿਸ ਜਾਏ। ਉੱਡ ਉੱਡ ਕੇ ਭਾਈ 10 ਦਿਸ਼ਾਵਾਂ ਵੱਲ ਭੱਜੇ ਹੀ ਫਿਰਦਾ, ਕੰਮ ਧੰਦਿਆਂ ਵੱਲ ਲੱਗੇ ਹੀ ਫਿਰਦਾ, ਵਿਸ਼ੇ ਵਿਕਾਰਾਂ ਵੱਲ, ਗਿਆਨ ਇੰਦਰੀਆਂ ਵੱਲ, ਕਰਮ ਇੰਦਰੀਆਂ ਵੱਲ ਭੱਜੇ ਹੀ ਫਿਰਦਾ। ਮਨ ਪੰਛੀ ਦੀ ਨਿਆਈ ਜਿਹੋ ਜਿਹਾ ਪ੍ਰਭਾਵ ਮਿਲ ਗਿਆ, ਕਬੂਲ ਲਿਆ। ਜੋ ਜੈਸੀ ਸੰਗਤ ਮਿਲੈ। ਜਿਹੋ ਜੀ ਭਾਈ ਇਸ ਨੂੰ ਸੰਗਤ ਮਿਲੀ ਹੈ, ਸੋ ਤੈਸੋ ਫਲ ਖਾਏ। ਉਹੋ ਜਿਹਾ ਹੀ ਇਸ ਨੇ ਫਲ ਖਾ ਲਿਆ। ਜੇ ਸਤ ਸੰਗਤ ਦੇ ਦਰਖਤ ਤੇ ਬੈਠੇਗਾ, ਮੁਕਤੀ ਰੂਪੀ ਫਲ ਖਾਵੇਗਾ, ਇਹ ਪਾਰ ਹੋ ਜਾਏਗਾ। ਇਹ ਮਨ ਸਾਧ ਸੰਗਤ ਜੀ ਰੱਬ ਵਰਗਾ ਹੋ ਜਾਏਗਾ। ਹੋਰ ਰੱਬ ਕਿਹਨੂੰ ਆਖਿਆ, ਹੋਰ ਸੰਤ ਸਾਧ ਕਿਹਨੂੰ ਆਖਿਆ? ਚੰਮ ਨੂੰ ਥੋੜੀ ਆਖਿਆ ਰੱਬ ਸੰਤ। ਗੁਰਮੁਖੋ, ਬ੍ਰਹਮ ਗਿਆਨੀ ਚੰਮ ਨੂੰ ਥੋੜੀ ਆਖਿਆ, ਬ੍ਰਹਮ ਗਿਆਨੀ ਮਨ ਹਿਰਦੇ ਨੂੰ ਆਖਿਆ। ਸੰਤ ਅੰਦਰ ਦੀ ਅਵਸਥਾ ਹੈ। ਜਦੋਂ ਮਨ ਸਾਧਿਆ ਜਾਏ, ਉਦੋਂ ਤਨ ਤੇ ਮਨ ਪੂਰੇ ਤੌਰ ਤੇ ਸਾਧਿਆ ਜਾਂਦਾ। ਫਿਰ ਕਿਸੇ ਦਾ ਪ੍ਰਭਾਵ ਨਹੀਂ ਕਬੂਲਦਾ, ਕੋਈ ਸੰਗਤ ਦਾ ਪ੍ਰਭਾਵ ਨਹੀਂ ਕਬੂਲਦਾ। ਇਹ ਮਨ ਨੂੰ ਸੰਗਤ ਰੂਪੀ ਦਰਖਤ ਤੇ ਬਿਠਾ, ਗਿਆਨ ਰੂਪੀ ਦਰਖਤ ਤੇ ਬਿਠਾ, ਗੁਰੂ ਗ੍ਰੰਥ ਸਾਹਿਬ ਰੂਪੀ ਦਰਖਤ ਤੇ ਬਿਠਾ ਲੈ ਮਨ ਨੂੰ। ਮਹਾਰਾਜ ਕਹਿੰਦੇ ਫਿਰ ਉਹਦੇ ਚੋਂ ਨਾਮ ਗਿਆਨ ਰੂਪੀ ਫਲ ਖਾ ਲੈ, ਪਾਰ ਹੋ ਜਾਏਗਾ, ਮਨ ਸ਼ੁੱਧ ਹੋ ਜਾਏਗਾ। ਕਬੀਰ ਜਾ ਕੋ ਖੋਜਤੇ। ਦੀਨ ਦੁਨੀਆ ਦੇ ਮਾਲਕ ਦੱਸਦੇ ਐ ਸਾਧ ਸੰਗਤ ਜੀ, ਕੋਈ ਨਾ ਮਹਾਤਮਾ ਸੀ, ਇਹ ਰੱਬ ਨੂੰ ਲੱਭਦਾ ਫਿਰਦਾ ਸੀ। ਕਬੀਰ ਸਾਹਿਬ ਜੀ ਅੱਗੋਂ ਮਿਲ ਗਏ। ਕਬੀਰ ਸਾਹਿਬ ਜੀ ਸਾਧ ਸੰਗਤ ਜੀ, ਇਹਨਾਂ ਦਾ ਹੁਣ ਦੇਖੋ ਬ੍ਰਹਮ ਗਿਆਨੀ ਹੈ, ਚੜ੍ਹਦੇ ਸੂਰਜ ਵਾਂਗ ਚਿਹਰਾ ਗਦਗਦ ਕਰਦਾ ਹੈ, ਲਾਲੀਆਂ ਮੁਖ ਤੇ ਭਖਦੀਆਂ ਨੇ। ਸਾਧ ਸੰਗਤ ਜੀ ਸ਼ਾਂਤ ਸਰੂਪ ਹੈ। ਤੇ ਜਦੋਂ ਇਹ ਮਹਾਤਮਾ ਨੇ ਵੇਖਿਆ ਭਗਤ ਜੀ ਦੇ ਸਰੂਪ ਨੂੰ, ਇਹਨੇ ਜਾਣਿਆ ਵੀ ਕੋਈ ਅਕਾਲ ਪੁਰਖ ਦਾ ਪਿਆਰਾ ਹੈ, ਜਿਹੜਾ ਐਡੀ ਖਿੱਚ ਹੈ ਇਹਦੇ ਅੰਦਰ। ਰੱਬ ਦੇ ਪਿਆਰਿਆਂ ਅੰਦਰ ਇੱਕ ਖਿੱਚ ਹੁੰਦੀ, ਚੁੰਬਕ ਹੁੰਦਾ ਆ। ਕਿਹੜਾ ਚੁੰਬਕ ਹੁੰਦਾ ਏ ਸਾਧ ਸੰਗਤ ਜੀ? ਨਾਮ ਗਿਆਨ ਦਾ ਪ੍ਰਤਾਪ ਹੁੰਦਾ ਉਹਨਾਂ ਦੇ ਅੰਦਰ। ਨਾਮ ਗਿਆਨ ਦਾ ਪ੍ਰਤਾਪ, ਖਿੱਚੇ ਤੁਰੇ ਆਉਂਦੇ ਨੇ ਮਨ ਤੇ, ਮਨ ਖਿੱਚਿਆ ਜਾਂਦਾ ਉਧਰ ਨੂੰ। ਇਹ ਲੱਛਣ ਨੇ ਸਾਧ ਸੰਗਤ ਜੀ ਵਾਹਿਗੁਰੂ ਦੇ ਪਿਆਰਿਆਂ ਦੇ। ਮਨ ਸਾਧ ਸੰਗਤ ਜੀ ਉਧਰ ਨੂੰ ਖਿੱਚਿਆ ਹੀ ਜਾਏਗਾ। ਜਿਵੇਂ ਚੁੰਬਕ ਖਿੱਚ ਲੈਂਦਾ ਨਾ ਲੋਹੇ ਨੂੰ, ਭਾਵੇਂ ਲੋਹਾ ਜੰਗਾਲਿਆ ਹੋਇਆ ਹੀ ਹੋਵੇ, ਪਰ ਚੁੰਬਕ ਅੰਦਰ ਗੁਣ ਹੈ, ਖਿੱਚ ਲਵੇਗਾ। ਇਸੇ ਪ੍ਰਕਾਰ ਜਦੋਂ ਕੋਈ ਨਾਮ ਦਾ ਅਭਿਆਸੀ, ਕਮਾਈ ਵਾਲਾ ਸਾਧ ਸੰਗਤ ਜੀ ਦੁਨੀਆ ਤੇ ਵਿਚਰਦਾ, ਤੇ ਮਨਮੁੱਖਾਂ ਮੂਰਖਾਂ ਨੂੰ ਵੀ ਆਪਣੇ ਵੱਲ ਖਿੱਚ ਲੈਂਦਾ ਹੈ। ਗੁਰਮੁਖੋ, ਭਗਤ ਜੀ ਤੁਰੇ ਜਾਣ, ਭਗਤ ਕਬੀਰ ਸਾਹਿਬ ਜੀ ਮਹਾਰਾਜ, ਇਹ ਕੋਈ ਨਾ ਰੱਬ ਲੱਭਣ ਲਈ ਤੁਰਿਆ ਹੋਇਆ ਸੀ ਮਹਾਤਮਾ। ਇਹਨੇ ਵੇਖਿਆ ਵੀ ਕੋਈ ਪੂਰੇ ਹੈ, ਪੂਰੇ ਸੂਰੇ, ਥੋੜੀ ਬਹੁਤੀ ਸਮਝ ਰੱਖਦਾ ਸੀ ਸਾਧ ਸੰਗਤ ਜੀ, ਤਾਂ ਹੀ ਤੇ ਰੱਬ ਲੱਭਣ ਲਈ ਤੁਰਿਆ ਫਿਰਦਾ ਸੀ। ਕਿਉਂ ਨਹੀਂ ਲੱਭ ਲਿਆ ਵੀ ਰੱਬ? ਪਰ ਗਿਆਨ ਨਹੀਂ ਸੀ ਰੱਬ ਕਿੱਥੇ ਹੈ। ਇਹ ਕਹਿੰਦਾ, ਮਹਾਰਾਜ ਕਹਿੰਦੇ ਹਾਂਜੀ ਵੀ ਕਿੱਥੇ ਚੱਲਿਆ ਬਈ ਤੂੰ ਮਹਾਤਮਾ? ਕਹਿੰਦਾ ਜੀ ਮੈਂ ਰੱਬ ਲੱਭਣ ਚੱਲਿਆ। ਰੱਬ ਲੱਭਣ? ਮਹਾਰਾਜ ਹੱਸ ਕੇ ਕਹਿੰਦੇ ਰੱਬ ਖੋ ਗਿਆ ਕਿਤੇ, ਰੱਬ ਕਿਤੇ ਗੁੰਮ ਹੋ ਗਿਆ ਵੀ ਜਿਹੜਾ ਲੱਭਣ ਚੱਲਿਆ ਆ? ਕਹਿੰਦੇ ਮਹਾਰਾਜ ਫਿਰ ਕਿੱਥੇ ਹੈ? ਤਾਂ ਕਬੀਰ ਸਾਹਿਬ ਜੀ ਬਚਨ ਉਚਾਰਦੇ ਉੱਥੇ, ਦੱਸਦੇ ਐ। ਕਬੀਰ ਸਾਹਿਬ ਜੀ ਬਚਨ ਉਚਾਰ ਕੇ ਦੱਸਦੇ ਮਹਾਰਾਜ ਕਿੱਥੇ ਹੈ ਅਕਾਲ ਪੁਰਖ, ਤੈਨੂੰ ਕਿੱਥੇ ਮਿਲੇਗਾ। ਹਾਂਜੀ, ਕਬੀਰ ਜਾ ਕੋ ਖੋਜਤੇ। ਕਬੀਰ ਸਾਹਿਬ ਕਹਿੰਦੇ ਜਿਸ ਵਾਹਿਗੁਰੂ ਨੂੰ ਤੂੰ ਖੋਜਣ ਵਾਸਤੇ, ਪਾਇਓ ਸੋਈ ਠੌਰ। ਉਹ ਥਾਂ ਤੂੰ ਪਾ ਪਹਿਲਾਂ ਸਤ ਸੰਗਤ, ਉਹ ਥਾਂ ਪਾ ਪਹਿਲਾਂ ਗਿਆਨ, ਉਹ ਥਾਂ ਨਾਮ ਰੂਪੀ ਥਾਂ ਪਾ ਲੈ, ਘਰ ਪਾ ਲੈ, ਆਪੇ ਵਾਹਿਗੁਰੂ ਤੈਨੂੰ ਮਿਲ ਜੇਗਾ। ਹਾਂਜੀ,
ਸੋਈ ਫਿਰ ਕੈ ਤੂੰ ਭਇਆ। ਬਹੁ ਫਿਰ ਕੇ ਬਹੁ ਗੇੜੇ ਗੂੜੇ ਕੱਢ ਕੇ ਕਹਿੰਦੇ ਤੂੰ ਆਇਆ। ਜਾ ਕੋ ਕਹਿਤਾ ਔਰ। ਮਹਾਰਾਜ ਕਹਿੰਦੇ ਜਾ ਕੋ ਕਹਿਤਾ ਔਰ, ਹੁਣ ਤਾਂ ਤੂੰ ਹੋਰ ਮੰਨੀ ਬੈਠਾ ਆ, ਹੁਣ ਤਾਂ ਦੂਜਾ ਹੀ ਮੰਨੀ ਬੈਠਾ ਆ। ਇਹ ਸਾਧ ਸੰਗ ਜੀ ਇੱਥੇ ਧਿਆਨ ਦੇਣਾ, ਭਗਤ ਰਵਿਦਾਸ ਜੀ ਨੇ ਵੀ ਇੱਥੇ ਬਚਨ ਕੀਤਾ ਆ ਇੱਕ। ਉਹ ਕਹਿੰਦੇ ਭਗਤ ਜੀ ਕਹਿੰਦੇ ਜਿਸ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਸਭ ਲੱਭਦੇ ਫਿਰਦੇ, ਉਹ ਤੇਰਾ ਅੰਦਰ ਹੀ ਬੈਠਾ ਤੇਰੇ। ਸਾਧ ਸੰਗਤ ਜੀ ਬਸ ਪੜਦਾ ਪਿਆ ਹੋਇਆ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ। ਉਹਦੇ ਹੁਕਮ 'ਚ ਰਹਿ ਕੇ ਹੀ ਵਾਹਿਗੁਰੂ ਦੇ ਦਰਸ਼ਨ ਹੁੰਦੇ ਐ। ਗੁਰਮੁਖੋ ਵਾਹਿਗੁਰੂ ਤਾਂ ਅੰਦਰ ਹੀ ਬੈਠਾ ਆ। ਤੇ ਕਹਿੰਦੇ ਸੋਈ ਫਿਰ ਕੇ ਤੂੰ ਭਾਇਆ, ਬੜੇ ਤੂੰ ਫਿਰ ਕੇ ਆਇਆ। ਜਾ ਕੋ ਕਹਿਤਾ ਔਰ, ਇਹਦਾ ਮਤਲਬ ਤੂੰ ਵਾਹਿਗੁਰੂ ਨੂੰ ਭਿੰਨ ਮੰਨਦਾ ਆ ਵੀ ਕਿਤੇ ਥਾਂ ਤੇ ਬੈਠਾ ਵਿਸ਼ੇਸ਼। ਉਹ ਤਾਂ ਕਹਿੰਦੇ ਤੇਰੇ ਅੰਦਰ ਹੀ ਬੈਠਾ ਆਤਮਾ ਰੂਪ ਹੋ ਕਰਕੇ, ਉਹ ਤਾਂ ਜੋਤ ਰੂਪ ਕਰਕੇ ਬੈਠਾ ਆ। ਬਹੁਪ ਮਦ ਜਿਉ ਬਾਸ ਬਸਤ ਹੈ, ਇਹਦੇ ਨਾਲ ਮਿਲਦਾ ਜੁਲਦਾ ਬਚਨ ਆਇਆ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਕਾਹੇ ਰੇ ਬਨ ਖੋਜਣ ਜਾਈ, ਮਹਾਰਾਜ ਕਹਿੰਦੇ ਕਿਉਂ ਤੂੰ ਇਹ ਦਰਖਤਾਂ ਜੰਗਲਾਂ ਨੂੰ ਖੋਜਦਾ ਫਿਰਦਾ, ਲੱਭਦਾ ਫਿਰਦਾ, ਕਿਉਂ ਖੋਜਦਾ ਫਿਰਦਾ ਹੈ। ਕਾਹੇ ਰੇ, ਇਹ ਭਾਈ ਕਿਉਂ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਜਿਹੜਾ ਸੋ ਅੰਤਰ ਸੋ ਬਾਹਰਾ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਪਇਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਗੁਣ ਦਹਿ ਜਿਸੈ ਸਮਾਹੇ। ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸਚ ਪਾਓ। ਮਹਾਰਾਜ ਦਾ ਬਚਨ ਹੈ ਗੁਰਮੁਖੋ, ਤਿਸ ਤੇ ਭਿੰਨ ਨਹੀਂ ਕੋ ਠਾਓ। ਉਹਦੇ ਤੋਂ ਭਿੰਨ ਕੋਈ ਹੈ ਨਹੀਂ ਹੈ। ਤੂੰ ਵੀ ਵਾਹਿਗੁਰੂ ਤੋਂ ਭਿੰਨ ਨਹੀਂ। ਪੜਦਾ ਪੈ ਗਿਆ, ਜਿਸ ਚੀਜ਼ ਤੇ ਪੜਦਾ ਪੈ ਜੇ ਸਾਧ ਸੰਗਤ ਜੀ ਦਿਸਦੀ ਨਹੀਂ ਹੈ। ਕਾਲਾ ਪੜਦਾ ਪੈ ਗਿਆ, ਵਿਸ਼ਿਆਂ ਦਾ ਕਾਲਾ ਪੜਦਾ ਪੈ ਗਿਆ। ਵਾਹਿਗੁਰੂ ਤਾਂ ਅੰਦਰ ਹੀ ਹੈ। ਸ਼ੀਸ਼ੇ ਤੇ ਮਿੱਟੀ ਪਈ ਹੋਵੇ, ਸਰੂਪ ਨਹੀਂ ਤੁਹਾਨੂੰ ਦੇਖੇਗਾ ਆਪਣਾ। ਮਹਾਰਾਜ ਕਹਿੰਦੇ ਨੇ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ, ਪੋਹਪ ਮਦ ਜਿਉ ਬਾਸ ਬਸਤ ਹੈ। ਕਹਿੰਦੇ ਜੀ ਕਿਵੇਂ? ਜਿਵੇਂ ਫੁੱਲਾਂ ਪੋਹਪ ਦੇ ਵਿੱਚ ਮਦ ਨਾਮ ਵਿੱਚ ਦਾ ਹੁੰਦਾ, ਪੋਹਪ ਮਦ ਜਿਉ ਬਾਸ ਬਸਤ ਹੈ। ਵਾਸ਼ਨਾ ਸਮਾਈ ਹੈ, ਸੁਗੰਧੀ ਸਮਾਈ ਹੈ। ਆਸ਼ਾ ਦਿਸਦੀ ਹੈ ਕਿਤੇ। ਨੱਕ ਨੂੰ ਫੁੱਲਾਂ ਕੋਲ ਕਰੋਗੇ ਆਵੇਗੀ ਸੁਗੰਧੀ। ਇਸੇ ਪ੍ਰਕਾਰ ਜਦੋਂ ਮਨ ਰੂਪੀ ਨੱਕ ਨੂੰ ਉਹ ਵਾਹਿਗੁਰੂ ਰੂਪੀ ਫੁੱਲ ਦੇ ਨੇੜੇ ਲੈ ਕੇ ਜਾਓਗੇ, ਸੁਗੰਧੀ ਆ ਜਾਏਗੀ, ਸਾਖਿਆਤਤਾ ਹੋ ਜਾਏਗੀ, ਪ੍ਰਗਟ ਹੋ ਜਾਏਗਾ ਅੰਦਰ ਤੇਰੇ। ਪਰ ਲੈ ਕੇ ਨਹੀਂ ਗਏ। ਮਹਾਰਾਜ ਕਹਿੰਦੇ ਪਹੁਪ ਮਤ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਉਹ ਸ਼ੀਸ਼ੇ ਤੇ ਮਿੱਟੀ ਪੈ ਗਈ, ਤੁਹਾਨੂੰ ਸਰੂਪ ਨਹੀਂ ਦੇਖੇਗਾ, ਚਿਹਰਾ ਨਹੀਂ ਦਿਸੇਗਾ। ਮਹਾਰਾਜ ਕਹਿੰਦੇ ਜਦੋਂ ਮਿੱਟੀ ਹਟਾਈ, ਸਾਫ਼ ਕੀਤਾ, ਉਹੀ ਸ਼ੀਸ਼ਾ ਤੇ ਉਹੀ ਤੂੰ ਐ ਦਿਸੇਗਾ। ਅੱਛਾ ਵਿਚਾਲੇ ਕੀ ਸੀ? ਵਿਚਾਲੇ ਤੇ ਮਿੱਟੀ ਘਟਾਈ ਸੀ ਨਾ। ਇਸੇ ਪ੍ਰਕਾਰ ਵਿਚਾਲੇ ਅਗਿਆਨਤਾ ਦਾ, ਅਵਰਨ ਦਾ, ਵਿਖੇਪ ਦਾ ਪੜਦਾ ਹੈ। ਜਦੋਂ ਚੱਕਿਆ ਗਿਆ ਵਾਹਿਗੁਰੂ ਦਿਸੇਗਾ। ਉਹ ਕਹਿੰਦੇ ਕਿ ਅਕਾਲ ਪੁਰਖ ਨੂੰ ਪਾਉਣਾ ਕਿਹੜਾ ਕੋਈ ਬਹੁਤੀ ਵੱਡੀ ਗੱਲ ਹੈ, ਸੌਖੀ ਗੱਲ ਹੀ ਹੈ। ਆਜ ਮਲਾਵਾ ਸ਼ੇਖ ਫਰੀਦ, ਬਾਬਾ ਫਰੀਦ ਸਾਹਿਬ ਜੀ ਤਾਂ ਕਹਿੰਦੇ ਅੱਜ ਹੀ ਮਿਲ ਜੂਗਾ ਵਾਹਿਗੁਰੂ। ਟਾਕਮ ਕੂੰਜੜੀਆਂ ਮਨੋਹ ਮਚਿੰਦੜੀਆਂ, ਜੋ ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਨੇ, ਬਸ ਇਹਦੇ ਤੇ ਕਾਬੂ ਪਾ ਲੈ, ਵਾਹਿਗੁਰੂ ਮਿਲ ਗਿਆ, ਵਾਹਿਗੁਰੂ ਵਰਗਾ ਹੋ ਗਿਆ। ਉਹ ਤੇ ਕਹਿੰਦੇ ਕਹਿ ਰਵਿਦਾਸ ਹਾਥ ਪੈ ਨੀਰੇ। ਭਗਤ ਰਵਿਦਾਸ ਜੀ ਤਾਂ ਕਹਿੰਦੇ ਪਰਮੇਸ਼ਰ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਵਾਹਿਗੁਰੂ। ਤਾਂ ਸਾਧ ਸੰਗਤ ਜੀ ਹੱਥ ਪੈਰਾਂ ਤੋਂ ਨੇੜੇ ਹੈ ਵਾਹਿਗੁਰੂ। ਪਰ ਸਹਿਜੇ ਹੋਏ ਸੋ ਹੋਈ, ਗਿਆਨ ਨਾਲ ਮਿਲਣਾ ਉਸਨੇ, ਆਤਮਿਕ ਗਿਆਨ ਨਾਲ ਮਿਲਣਾ ਉਸਨੇ। ਜਾਣਕਾਰੀ ਨਾਲ ਨਹੀਂ ਕਹਿ ਰਿਹਾ, ਗਿਆਨ ਨਾਲ, ਅਸਲ ਗਿਆਨ ਨਾਲ ਉਹਨੇ ਮਿਲਣਾ।
ਗੁਰਮੁਖੋ ਕਬੀਰ ਸਾਹਿਬ ਜੀ ਬਚਨ ਉਚਾਰਦੇ ਐ, ਕਹਿੰਦੇ ਕਬੀਰ ਜਾ ਕੋ ਖੋਜ ਤੇ, ਸੱਚੇ ਪਾਤਸ਼ਾਹ ਦੇ ਜਿਸ ਸਰੂਪ ਨੂੰ ਤੂੰ ਲੱਭ ਰਿਹਾ। ਅੱਛਾ, ਉਹ ਕਹਿੰਦਾ ਜੀ ਤੁਸੀਂ ਲੱਭ ਲਿਆ। ਉਹ ਜਿਹੜਾ ਮਹਾਤਮਾ ਪਰਮੇਸ਼ਰ ਨੂੰ ਲੱਭਣ ਵਾਸਤੇ ਜਾ ਰਿਹਾ ਸੀ, ਕਹਿੰਦੇ ਭਗਤ ਜੀ ਤੁਸੀਂ ਲੱਭ ਲਿਆ ਵਾਹਿਗੁਰੂ। ਤਾਂ ਭਗਤ ਜੀ ਹੁਣ ਫਿਰ ਦੂਜਾ ਬਚਨ ਕਰਕੇ ਸਮਝਾਉਂਦੇ ਹਨ। ਕਬੀਰ ਜਾ ਕੋ ਖੋਜਤੇ, ਮਹਾਰਾਜ ਕਹਿੰਦੇ ਜਿਹਨੂੰ ਤੂੰ ਲੱਭਦਾ ਫਿਰਦਾ, ਜਿਸ ਵਾਹਿਗੁਰੂ ਨੂੰ ਤੂੰ ਟੋਲਦਾ ਫਿਰਦਾ ਆ, ਗੁਰਮੁਖ ਢੂੰਡ ਢੁੰਡੇਂਦੇ ਆ ਹਰ ਸੱਜਣ ਲੱਦਾ RAM ਰਾਜੇ। ਕਾਂਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ। ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ। ਉਹ ਗੁਰਮੁਖਾਂ ਨੇ ਅੰਦਰੋਂ ਹੀ ਲੱਭ ਲਿਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਬਚਨੇ ਮਾਰੇ ਦਾ। ਗੁਰਮੁਖਾਂ ਨੇ ਅੰਦਰੋਂ ਹੀ ਲੱਭ ਲਿਆ, ਵਾਹਿਗੁਰੂ ਪਰਮੇਸ਼ਰ ਨੂੰ ਅੰਦਰੋਂ ਜਾਣ ਲਿਆ, ਉਹਦੀ ਪ੍ਰਾਪਤੀ ਕਰ ਲਈ। ਕਹਿੰਦੇ ਕਬੀਰ ਜੀ ਮਹਾਰਾਜ ਜੀ ਆਪ ਜੀ ਨੇ ਲੱਭ ਲਿਆ ਵਾਹਿਗੁਰੂ ਪਰਮੇਸ਼ਰ। ਤਾਂ ਦੱਸਦੇ ਹਨ ਪਾਇਓ ਸੋਈ ਠੌਰ, ਜਿਸ ਵਾਹਿਗੁਰੂ ਨੂੰ ਤੂੰ ਲੱਭਦਾ ਫਿਰਦਾ, ਟੋਲਦਾ ਫਿਰਦਾ, ਖੋਜਦਾ ਫਿਰਦਾ, ਕਹਿੰਦੇ ਹਨ ਕਬੀਰ ਜਾ ਕੋ ਖੋਜਤੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਏ ਜਿਸ ਵਾਹਿਗੁਰੂ ਨੂੰ ਲੱਭਣ ਵਾਸਤੇ ਦੁਨੀਆ ਭਜਦੀ ਫਿਰਦੀ ਹੈ, ਪਾਇਓ ਸੋਈ ਠੌਰ। ਉਹ ਵਾਹਿਗੁਰੂ ਸਰੂਪ ਰੂਪੀ ਠੌਰ ਜਿਹੜਾ ਥਾਂ ਹੈ ਸਤ ਸੰਗਤ ਦੁਆਰਾ ਪਾਇਆ ਜਾਂਦਾ ਆ। ਜਦੋਂ ਤੇਰਾ ਮਨ ਸੱਚੀ ਸੰਗਤ ਕਰੇਗਾ, ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਸਾਧ ਸੰਗਤ ਜੀ ਅੰਦਰ ਤੇ ਬਾਹਰ ਜਾਣਨ ਲੱਗ ਗਿਆ, ਨਾਮ ਜਪ ਕੇ ਸਾਧ ਸੰਗਤ ਜੀ ਅਭਿਆਸ ਕਰ ਕਰਕੇ ਗਿਆਨ ਦੀ ਦ੍ਰਿਸ਼ਟੀ ਨਾਲ ਜਦੋਂ ਵੇਖੇਗਾ ਕਿ ਤਿਸ ਤੇ ਭਿੰਨ ਨਹੀਂ ਕੋਠਾਓ, ਜਦੋਂ ਗਿਆਨ ਰੂਪੀ ਚਸ਼ਮੇ ਲਾ ਕੇ ਵੇਖੇਗਾ ਕਿ ਵਾਹਿਗੁਰੂ ਤਾਂ ਮੇਰੇ ਤੋਂ ਭਿੰਨ ਹੈ ਨਹੀਂ ਹੈ, ਉਹ ਜਦੋਂ ਤੇਰਾ ਮਨ ਸਤ ਸੰਗਤ ਸੱਚੇ ਵਾਹਿਗੁਰੂ ਦੀ ਸੰਗਤ ਕਰੇਗਾ, ਸੰਗਤ ਆਪਦੇ ਆਪ ਤੋਂ ਗਤੀ ਮੁਕਤੀ ਪ੍ਰਾਪਤ ਹੋ ਜਾਏਗੀ। ਸੰਗਤ ਗਤ ਨਾਮ ਮੁਕਤੀ ਦਾ, ਇਹ ਜਿਹੜਾ ਤੇਰਾ ਮਨ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਜਾਏਗਾ, ਉਹ ਤੂੰ ਪਾਇਓ ਸੋਈ ਠੌਰ। ਉਹ ਵਾਹਿਗੁਰੂ ਦਾ ਜਿਹੜਾ ਥਾਂ ਹੈ ਆਪਣੇ ਹਿਰਦੇ ਵਿੱਚੋਂ ਹੀ ਪਾ ਲਏਗਾ, ਹਿਰਦੇ ਵਿੱਚੋਂ ਹੀ ਵਾਹਿਗੁਰੂ ਪ੍ਰਗਟ ਹੋ ਜਾਏਗਾ। ਵਾਹਿਗੁਰੂ ਨੂੰ ਤੂੰ ਨਹੀਂ ਮਿਲੇਗਾ, ਵਾਹਿਗੁਰੂ ਤੈਨੂੰ ਮਿਲੇਗਾ ਆ ਕੇ। ਸਾਸ ਇਹੀ ਕਬੀਰ ਸਾਹਿਬ ਨੇ ਆਖਿਆ ਨਾ, ਅੱਗੇ ਸ਼ਲੋਕ ਦੀ ਕਥਾ ਹੋ ਚੁੱਕੀ ਹੈ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਤੂੰ ਨਹੀਂ ਵਾਹਿਗੁਰੂ ਨੂੰ ਮਿਲੇਗਾ, ਫਿਰ ਵਾਹਿਗੁਰੂ ਤੈਨੂੰ ਆ ਕੇ ਮਿਲੇਗਾ। ਉਹ ਰਾਮ ਅੱਲਾ ਤੈਨੂੰ ਆ ਕੇ ਮਿਲੇਗਾ। ਕਹਿੰਦੇ ਇਉਂ ਕਹਿੰਦੇ ਤੂੰ ਬਸ ਇਹ ਕਰਮ ਕਰ ਲੈ, ਮਨ ਦੀ ਸ਼ੁੱਧਤਾ, ਮਨ ਦੀ ਪਿਉਰੀਫਿਕੇਸ਼ਨ, ਮਨ ਦੀ ਸ਼ੁੱਧੀਕਰਨ ਕਰ ਲੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਬਾਹਰ ਢੂੰਡਣ ਤੇ ਛੂਟ ਪਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਮਾਰੂ ਰਾਗ ਚ, ਕਹਿੰਦੇ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਸਾਧ ਸੰਗਤ ਜੀ ਮਹਾਰਾਜ ਦਾ ਬਚਨ ਆਉਂਦਾ ਧੰਨ ਗੁਰੂ ਅਰਜਨ ਸਾਹਿਬ ਜੀ ਦਾ। ਬਾਹਰ ਲੱਭਣ ਤੋਂ ਕਹਿੰਦੇ ਇਹ ਛੁੱਟ ਗਿਆ ਸਾਡਾ, ਬਾਹਰ ਢੂੰਡਣ ਤੇ ਛੂਟ ਪਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਕਹਿੰਦੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਗੁਰੂ ਜੀ ਨੇ ਕਿਰਪਾ ਕੀਤੀ, ਉਹ ਵਾਹਿਗੁਰੂ ਘਰ 'ਚ ਹੀ ਦਿਖਾਤਾ, ਹਿਰਦੇ ਰੂਪੀ ਘਰ 'ਚ ਹੀ ਦਿਖਾਤਾ, ਤੇਰੇ ਸਰੀਰ ਰੂਪੀ ਘਰ 'ਚ ਹੀ ਦਿਖਾ ਦਿੱਤਾ। ਕਿਹਨੇ? ਗੁਰੂ ਨੇ। ਆ ਗਈ ਨਾ ਗੱਲ ਫਿਰ ਗੁਰੂ ਸਾਹਿਬ ਦੀ। ਇਹ ਸਤਿਗੁਰੂ ਜੀ ਦੀ ਕਿਰਪਾ ਕਰਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੀ ਕਿਰਪਾ ਕਰਕੇ ਸੁੱਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ 'ਚ ਇਹੀ ਬਚਨ ਕਰਦੇ ਹੈ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਬਾਹਰ ਢੂੰਡਣ ਤੇ ਛੂਟ ਪਰੇ, ਖੇੜਾ ਛੁੱਟ ਗਿਆ। ਇਸੇ ਕਰਕੇ ਤੇ ਭਗਤ ਜੀ ਕਹਿੰਦੇ, ਭਗਤ ਪੀਪਾ ਜੀ ਮਹਾਰਾਜ ਕਹਿੰਦੇ ਰਾਜੇ ਸਨ, ਇਹ ਰਾਜਪੂਤ ਸਨ। ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਆ ਜਿਸ ਨੇ ਅੰਦਰ ਨੂੰ ਖੋਜ ਲਿਆ, ਗੁਰਮੁਖੋ ਮਨ ਖੋਜਤ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਮਨ ਨੂੰ ਖੋਜਣ ਨਾਲ ਹੀ ਹੁੰਦੀ ਹੈ। ਮਨ ਖੋਜਤ ਨਾਮ ਨਉ ਨਿਤ ਪਾਈ। ਸਾਧ ਸੰਗਤ ਜੀ ਮਨ ਨੂੰ ਖੋਜੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤਿਸ ਤੇ ਭਿੰਨ ਨਹੀਂ ਕੋ ਠਾਓ, ਉਹ ਹੈ ਨਹੀਂ ਹੈ ਭਿੰਨ ਤੇਰੇ ਤੋਂ, ਤੇਰੇ ਕੋਲ ਹੀ ਹੈ ਉਹ ਤਾਂ। ਇਹ ਤਾਂ ਭਾਈ ਜਿਵੇਂ ਉਹ ਸੁਪਨਾ ਆਉਂਦਾ ਨਾ, ਜਿਵੇਂ ਸੁਪਨੇ 'ਚ ਉਹ ਰਾਜਾ ਭਿਖਾਰੀ ਹੋ ਗਿਆ। ਭਗਤ ਰਵਿਦਾਸ ਜੀ ਕਹਿੰਦੇ ਬਚਨ ਆਉਂਦਾ ਮਹਾਰਾਜ ਦਾ ਇਹ ਗੁਰਬਾਣੀ 'ਚ,
ਉਹ ਕਹਿੰਦੇ ਜਦੋਂ ਸੁਪਨਾ ਰਾਜੇ ਨੂੰ ਆਇਆ ਨਾ, ਉਹ ਭਿਖਾਰੀ ਹੋ ਗਿਆ। ਜਦੋਂ ਭਿਖਾਰੀ ਹੋਇਆ, ਬੜਾ ਗਰੀਬੀ, ਬੜੀ ਜਿਲਤ ਵਰਗੀ ਜ਼ਿੰਦਗੀ ਕੱਟੀ ਨਾ ਸੁਪਨੇ 'ਚ। ਜਦੋਂ ਸੁਪਨੇ ਤੋਂ ਬਾਹਰ ਆਇਆ, ਤੜਕਾ ਹੋਇਆ, ਕਹਿੰਦਾ ਮੈਂ ਤਾਂ ਰਾਜਾ ਆ। ਸੁਪਨੇ 'ਚ ਭੱਜਦਾ ਰਿਹਾ, ਸੁਪਨੇ 'ਚ ਭਿਖਾਰੀ ਹੋ ਗਿਆ। ਇਸੇ ਪ੍ਰਕਾਰ ਸੰਸਾਰ ਰੂਪੀ ਪਦਾਰਥਾਂ ਰੂਪੀ ਸੁਪਨੇ ਸਾਨੂੰ ਲੱਗੇ ਹੋਏ ਨੇ। ਸੁਪਨੇ 'ਚ ਹੀ ਫਿਰਦੇ ਹਾਂ ਅਸੀਂ, ਅਸੀਂ ਤੇ ਭਿਖਾਰੀ ਆ। ਗੁਰਮੁਖੋ ਰਾਜਿਆਂ ਰਾਜੇ ਕਹੋ ਕਬੀਰ, ਇਹ ਰਾਮ ਕੀ ਅੰਸ। ਇਹ ਤੇ ਰਾਮ ਦੀ ਅੰਸ ਹੈ। ਮਹਾਰਾਜ ਕਹਿੰਦੇ ਤੂੰ ਤੇ ਆਪ ਖੁਦ ਬ੍ਰਹਮ ਹੈ। ਪਰ ਸੁਪਨੇ ਵਿੱਚ ਮਹਾਰਾਜ ਕਹਿੰਦੇ ਤੂੰ ਭਿਖਾਰੀ ਹੋ ਗਿਆ। ਸੁਪਨੇ 'ਚ ਪੈਣ ਕਰਕੇ ਆ ਸੁਪਨਾ ਹੀ ਹੈ। ਜੈਸਾ ਸੁਪਨਾ ਰਹਿਣ ਕਾ ਤੈਸਾ ਇਹੋ ਸੰਸਾਰ। ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋਰੇ ਮੀਤ। ਝੂਠੇ 'ਚ ਲੱਗਣੇ ਕਰਕੇ ਮਨ ਝੂਠਾ ਹੋ ਗਿਆ। ਤੇ ਜਦੋਂ ਨਾਮ ਗਿਆਨ ਹੋ ਜਾਏਗਾ ਨਾ ਤੈਨੂੰ, ਤੇਰਾ ਮਨ ਸੱਚ ਸਰੂਪ ਵਾਹਿਗੁਰੂ ਦੇ ਨਾਲ ਲੱਗੇਗਾ, ਸੱਚਾ ਹੋ ਜਾਏਗਾ ਮਨ। ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਭਗਤ ਰਵਿਦਾਸ ਜੀ ਕਹਿੰਦੇ ਸੁਪਨੇ ਵਿੱਚ ਵਿਛੜ ਗਿਆ, ਰਾਜਾ ਭਿਖਾਰੀ ਹੋ ਗਿਆ। ਮਹਾਰਾਜ ਇਸੇ ਪ੍ਰਕਾਰ ਸੰਸਾਰ ਰੂਪੀ ਸੁਪਨੇ 'ਚ ਲੱਗਣੇ ਕਰਕੇ ਤੇਰੇ ਨਾਲੋਂ ਵਿਛੜ ਗਏ, ਵਾਹਿਗੁਰੂ ਨਾਲੋਂ ਵਿਛੜ ਗਏ। ਅੰਦਰੋਂ ਹੀ ਟੁੱਟੇ ਹੋਏ ਆ, ਅੰਦਰ ਹੀ ਜੁੜਨਾ ਆ। ਦੱਸੋ ਮੈਨੂੰ, ਗੁਰੂ ਗ੍ਰੰਥ ਸਾਹਿਬ ਕਿਤੇ ਬਾਹਰ ਤੁਰੇ ਫਿਰਦੇ ਐ, ਮਹਾਰਾਜ ਤੇ ਅੰਦਰ ਹੀ ਬੈਠੇ ਐ। ਸਤਿਗੁਰੂ ਵਾਹਿਗੁਰੂ ਪਰਮੇਸ਼ਰ ਤਾਂ ਅੰਦਰ ਜੋਤ ਕਰਕੇ ਬੈਠੇ ਐ। ਸਭ ਮੈਂ ਜੋਤ ਜੋਤ ਹੈ ਸੋਏ, ਦਿਸਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨਾਲ ਜੋਤ ਪ੍ਰਗਟ ਹੋਣੀ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪਹਿਲਾਂ ਜੋਤ ਜਗਾ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ। ਪਹਿਲਾਂ ਅੰਦਰ ਜੋਤ ਜਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜੋਤ ਲਾਏ ਜਗਦੀਸ਼ ਜਗਾਇਆ, ਬੂਝੈ ਬੂਝਣ ਹਾਰਾ। ਇਹ ਬੜੀ ਡੂੰਘੀ ਗੱਲ ਹੈ। ਤਤ ਤੇਲ ਨਾਮ ਕੀਆ ਬਾਤੀ, ਉਹ ਤਤ ਰੂਪ ਜੋ ਗਿਆਨ ਹੈ। ਤਤ ਤੇਲ ਉਹ ਤੇਲ ਪਾਲਾ। ਫਿਰ ਸਾਧ ਸੰਗਤ ਜੀ ਤਤ ਤੇਲ ਨਾਮ ਕੀਆ ਬਾਤੀ, ਫਿਰ ਨਾਮ ਦੀ ਬੱਤੀ ਉਹ ਰੱਖ ਅੰਦਰ। ਤੇ ਸੱਚੇ ਪਾਤਸ਼ਾਹ ਭਗਤ ਜੀ ਕਹਿੰਦੇ ਨਾ ਤਤ ਤੇਲ ਨਾਮ ਕੀ ਬਾਤੀ, ਦੀਪਕ ਦੇ ਉਜਿਆਰਾ। ਜਦੋਂ ਫਿਰ ਦੀਪਕ ਜਲ ਜੇਗਾ ਨਾ ਸਾਧ ਸੰਗਤ ਜੀ, ਪ੍ਰੇਮ ਰੂਪੀ ਜਦੋਂ ਅਗਨੀ ਲਾਏਗਾ, ਦੀਪਕ ਜਲ ਜੇਗਾ। ਜੋਤ ਲਾਏ ਜਗਦੀਸ਼ ਜਗਾਇਆ, ਬੂਝੇ ਬੂਝਣ ਹਾਰਾ। ਇਹ ਬਚਨ ਭਗਤ ਜੀ ਕਰਦੇ। ਭਗਤ ਕਬੀਰ ਸਾਹਿਬ ਜੀ ਪ੍ਰਭਾਤੀ ਰਾਗ 'ਚ ਬਚਨ ਆਉਂਦਾ ਆ। ਸੁਣ ਸੰਧਿਆ ਤੇਰੀ ਦੇਵ ਦੇਵਾ ਕਰ, ਅਦਪਤ ਆਦ ਸਮਾਈ। ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸ਼ਰਨਾਈ। ਲਿਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰੂ ਪੂਜੋ ਭਾਈ। ਠਾਡਾ ਬ੍ਰਹਮਾ ਨਿਗਮ ਵਿਚਾਰਿਆ, ਲੱਖ ਨਾ ਲਖਿਆ ਜਾਈ। ਤਦ ਤੇਲ ਨਾਮ ਕੀ ਬਾਤੀ, ਦੀਪਕ ਦੇ ਉਜਿਆਰਾ। ਜੋਤ ਲਾਏ ਜਗਦੀਸ਼ ਜਗਾਇਆ, ਬੂਝੈ ਬੂਝਣ ਹਾਰਾ। ਫਿਰ ਕਹਿੰਦੇ ਪੰਚੇ ਸ਼ਬਦ ਅਨਾਹਤ ਬਾਜੇ, ਸੰਗੇ ਸਾਰੰਗ ਪਾਨੀ। ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਮਾਨੀ। ਇਹ ਅਸਲ ਆਰਤੀ ਹੈ ਵਾਹਿਗੁਰੂ ਨੂੰ ਮਿਲਣਾ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਮਨ ਰੂਪੀ ਗੁਫਾ ਨੂੰ ਜਿਹੜਾ ਖੋਜ ਲਏਗਾ, ਇਹਦੇ ਚੋਂ ਸਾਰਾ ਕੁਝ ਹੀ ਮਿਲ ਜੇਗਾ। ਨਾਮ ਰੂਪੀ ਸੋਹਣਾ, ਵਿਵੇਕ ਰੂਪੀ ਹੀਰਾ, ਵਿਰਾਗ ਰੂਪੀ ਉਹ ਸਾਰਾ ਕੁਝ ਹੀ ਮਿਲ ਜੇਗਾ। ਸਾਧ ਸੰਗਤ ਜੀ ਕਹਿੰਦੇ ਗੁਰੂ ਸਾਹਿਬ ਨੇ ਦਿਖਾ ਦਿੱਤਾ, ਅਨਭਉ ਅਚਰਜ ਰੂਪ ਪ੍ਰਭ ਪੇਖਿਆ। ਬਸ ਜਦੋਂ ਵਾਹਿਗੁਰੂ ਨੂੰ ਵੇਖਿਆ ਨਾ, ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਮੇਰਾ ਮਨ ਕਦੇ ਵੀ ਛੱਡ ਕੇ ਨਹੀਂ ਜਾਏਗਾ। ਕਹਿੰਦੇ ਮਾਨਕ ਪਾਇਓ ਰੇ ਪਾਇਓ, ਉਹ ਦੁਨੀਆ ਦੇ ਲੋਕੋ ਮੈਂ ਮਾਨਕ ਪਾ ਲਿਆ, ਹਰ ਪੂਰਾ ਪਾਇਆ ਥਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਮਾਰੂ ਰਾਗ 'ਚ ਬਚਨ ਕਰਦੀ 1002 ਅੰਗ ਤੇ। ਗੁਰੂਦੇਵ ਸੱਚੇ ਪਾਤਸ਼ਾਹ ਕਹਿੰਦੇ ਮਾਨਕ ਪਾਇਓ ਰੇ ਪਾਇਓ। ਹੈ ਭਾਈ ਮੈਂ ਅਸਲ ਮਾਨਕ ਪਾਇਆ ਕਿਹੜਾ? ਕਹਿੰਦੇ ਹਰ ਪੂਰਾ ਪਾਇਆ ਥਾ। ਸੱਚੇ ਪਾਤਸ਼ਾਹ ਨੂੰ ਅੰਦਰੋਂ ਪਾ ਲਿਆ, ਵਾਹਿਗੁਰੂ ਸਰੂਪ ਹੋ ਗਏ ਹੁਣ ਅਸੀਂ। ਮੋਲ ਅਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਵਾਇਆ ਥਾ। ਇਹ ਮੁੱਲ ਦੇ ਕੇ ਨਹੀਂ ਪਾਇਆ ਜਾਂਦਾ। ਹਾਂ ਆ ਗਈ ਨਾ ਗੱਲ, ਕੀ ਕੌਣ? ਕਰ ਕਿਰਪਾ ਗੁਰੂ। ਆ ਗੁਰੂ ਦੇ ਨੇੜੇ ਨਹੀਂ ਜਾਣਾ ਅਸੀਂ,
ਨਾ ਮਹਾਰਾਜ ਦੀ ਮਰਿਆਦਾ ਮੰਨਣੀ। ਆ ਜਿਹੜੀ ਮਰਿਆਦਾ ਦੱਸਦੇ ਨਾ ਪੰਜ ਪਿਆਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੱਸਦੇ ਆ ਮਰਿਆਦਾ, ਇਹ ਮਰਿਆਦਾ ਨਿਭਾਉਣ ਕਰਕੇ ਹੀ ਤੈਨੂੰ ਵਾਹਿਗੁਰੂ ਮਿਲਣਾ। ਇਹ ਮਰਿਆਦਾ 'ਚ ਰਹਿ ਕੇ ਹੀ ਤੂੰ ਗੁਰਮੁਖ ਸੰਤ ਬਣਨਾ। ਪਰ ਕਿੱਥੇ? ਨਾ ਜੀ, ਨਾ ਜੀਭ ਤੇ ਕੰਟਰੋਲ ਹੈ, ਨਾ ਮਨ ਤੇ ਕੰਟਰੋਲ ਹੈ, ਨਾ ਅੱਖਾਂ ਤੇ, ਨਾ ਸਾਧ ਸੰਗ ਦੀ ਰਸਨਾ ਤੇ ਦੱਸੋ ਕਿਵੇਂ ਵਾਹਿਗੁਰੂ ਪਾ ਲਵਾਂਗੇ? ਇਹ ਤੇ ਮਰਿਆਦਾ ਇੱਕ ਦਾਇਰੇ ਵਿੱਚ ਰਹਿ ਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗਤ ਜੀ। ਇਸ ਕਰਕੇ ਕਰ ਕਿਰਪਾ ਗੁਰੂ ਦਵਾਇਆ ਥਾ। ਗੁਰੂ ਕਿਰਪਾ ਤਾਂ ਹੀ ਕਰੇਗਾ ਨਾ ਜੇ ਗੁਰੂ ਦੀ ਖੁਸ਼ੀ ਲਾਏਗਾ। ਸਤਿਗੁਰੂ ਦੀ ਖੁਸ਼ੀ ਤੇ ਲਈ ਨਹੀਂ ਹੈ ਅਸੀਂ। ਦੱਸੋ ਕਿਵੇਂ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਗਏ? ਸਾਧ ਸੰਗਤ ਜੀ ਇਉਂ ਮਹਾਰਾਜ ਜੀ ਸਮਝਾਉਂਦੇ ਐ। ਸੱਚੇ ਪਾਤਸ਼ਾਹ ਕਹਿੰਦੇ ਦਸ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ। ਉਹ ਸਾਧੂ ਜਦੋਂ ਗੁਰੂ ਸਾਹਿਬ ਮਿਲ ਗਿਆ, ਉਸਨੇ ਗਿਆਨ ਦੀ ਕਥਾ ਕੀਤੀ, ਵਾਹਿਗੁਰੂ ਦਿਸਣ ਚ ਆ ਗਿਆ। ਜਿਹੜਾ ਵਾਹਿਗੁਰੂ ਅਦ੍ਰਿਸ਼ਟ ਹੈ, ਅਗੋਚਰ ਹੈ, ਜਿਹਨੂੰ ਵੇਖ ਨਹੀਂ ਸਕਦੇ, ਮਨ ਕਰਕੇ ਫੜ ਨਹੀਂ ਸਕਦੇ, ਇੰਦਰੀਆਂ ਕਰਕੇ ਪਰੇ ਹੈ, ਵਾਹਿਗੁਰੂ ਨੂੰ ਕੋਈ ਫੜ ਨਹੀਂ ਸਕਦਾ, ਉਹ ਪਾਰ ਬ੍ਰਹਮ ਪਰਮੇਸ਼ਰ ਮਿਲ ਸਾਧੂ ਅਕਥ ਕਥਾਇਆ ਥਾ। ਗੁਰੂ ਸਾਹਿਬ ਸੱਚੇ ਕਹਿੰਦੇ ਜੀ ਤੁਹਾਨੂੰ ਕਿਵੇਂ ਮਿਲਿਆ? ਮਹਾਰਾਜ ਕਹਿੰਦੇ ਸਾਧੂ ਸਤਿਗੁਰੂ ਨੇ ਕਥਾ ਕੀਤੀ, ਗਿਆਨ ਦਿੱਤਾ, ਉਸ ਵੇਲੇ ਵਾਹਿਗੁਰੂ ਪਰਮੇਸ਼ਰ ਜੀ ਸਾਖਿਆਤਤਾ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨਹਦ ਸ਼ਬਦ 10 ਦੁਆਰ ਵੱਜਿਓ। ਜਦੋਂ ਅਨਹਦ ਸ਼ਬਦ, ਇਹ ਅੰਦਰ ਦੀ ਗੱਲ ਕਰ ਰਹੇ ਨੇ ਮਹਾਰਾਜ, ਜਦੋਂ ਸ਼ਬਦ ਭਾਈ 10 ਦੁਆਰ ਤੇ ਵੱਜੇਗਾ, 10 ਦੁਆਰ ਦੇ ਕੁੰਡੇ ਦੇ ਵੱਜੇਗਾ ਸ਼ਬਦ, ਜਿਵੇਂ ਸੱਟ ਵੱਜਦੀ ਹੈ ਨਾ ਸਾਧ ਸੰਗਤ ਜੀ ਕਿਸੇ ਹਥਿਆਰ ਦੀ, ਉਹ ਹਥੌੜੇ ਦੀ। ਮਹਾਰਾਜ ਕਹਿੰਦੇ ਜਦੋਂ ਨਾਮ ਰੂਪੀ ਸੱਟ ਲਾਵੇਂਗਾ 10 ਦੁਆਰ ਰੂਪੀ ਉਹ ਤਖਤੇ ਤੇ, ਉੱਥੇ ਕੀ ਹੈ? ਉੱਥੇ ਕੀ ਹੈ ਫਿਰ? ਤੇ ਅੰਮ੍ਰਿਤ ਨਾਮ ਚੁਆਇਆ ਥਾ। ਉੱਥੇ ਅੰਮ੍ਰਿਤ ਨਾਮ ਚੋਵੇਗਾ। ਸਾਧ ਸੰਗਤ ਜੀ ਅੰਮ੍ਰਿਤ ਰਸ ਨੂੰ ਪੀਵੇਂਗਾ। ਅੰਮ੍ਰਿਤ ਰਸ ਪੀਂਦਾ ਗਿਆ, ਅੱਗੇ ਕੀ ਹੈ? ਅੱਗੇ ਫਿਰ ਕੀ ਹੈ ਸਾਧ ਸੰਗਤ ਜੀ? ਅੱਗੇ ਧਰਮਾਂ ਦੇ ਠਾਡੇ ਦਰਬਾਰ। ਉੱਥੇ ਫਿਰ ਤੂੰ ਇੱਕ ਬੇਨਤੀ ਕਰੇਗਾ, ਮਹਾਰਾਜ ਹੁਣ ਮੈਂ 10 ਦੁਆਰ ਤੇ ਖੜਾ ਆ, 10 ਦੁਆਰ ਤੇ ਖੜਾ ਆ, ਤੇ ਕਿਰਪਾ ਕਰ ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਬਾਰ। ਭਗਤ ਜੀ ਅੰਦਰ ਦੀ ਗੱਲ ਕਰਦੇ, ਉੱਥੇ 10 ਦੁਆਰ ਦਾ ਦਰਵਾਜ਼ਾ ਖੁੱਲ ਜਾਏਗਾ ਤੇ ਫਿਰ ਕੌਣ ਬੈਠਾ? ਅੱਗੇ ਵਾਹਿਗੁਰੂ ਬੈਠਾ ਆ ਸਾਧ ਸੰਗਤ ਜੀ। ਪਰ ਗੱਲ ਕਿੱਥੋਂ ਸ਼ੁਰੂ ਹੋਈ? ਰਸਨਾ ਤੋਂ। ਰਸਨਾ ਦੁਆਰਾ ਜਾਪ ਜਪੀਏ, ਹਿਰਦੇ ਵਿੱਚ ਆਏਗਾ। ਫਿਰ ਇਹ ਸਾਧ ਸੰਗਤ ਜੀ ਅੱਗੇ ਦੀ ਅੱਗੇ ਮੰਜ਼ਲਾਂ ਤੈਨੂੰ ਮਿਲੀ ਜਾਣਗੀਆਂ। ਫਿਰ ਤੇਰਾ ਸਾਧ ਸੰਗੀ 10 ਦੁਆਰ ਖੁੱਲੇਗਾ। 10 ਦੁਆਰ ਖੁੱਲਦਿਆਂ ਹੀ ਵਾਹਿਗੁਰੂ ਪ੍ਰਗਟ ਹੋ ਜਾਏਗਾ। ਮਹਾਰਾਜ ਕਹਿੰਦੇ ਅਨਹਦ ਸ਼ਬਦ 10 ਦੁਆਰ ਵੱਜਿਓ। ਜਦੋਂ ਗੁਰੂ ਸਾਹਿਬ ਦਾ ਸ਼ਬਦ 10 ਦੁਆਰ ਤੇ ਵੱਜੇਗਾ, ਪਰ ਸਾਡਾ ਤੇ ਹਜੇ ਰਸਨਾ ਤੇ ਨਹੀਂ ਵੱਜਿਆ। ਸਾਡਾ ਸ਼ਬਦ ਤਾਂ ਹਜੇ ਕੰਨਾਂ 'ਚ ਨਹੀਂ ਵੱਜਦਾ। ਕਿੱਥੇ ਵੱਜਿਆ ਹਜੇ ਕੰਨਾਂ 'ਚ? ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਇਹ ਭਗਤ ਜੀ ਦਾ ਰੱਬ ਕਿਵੇਂ ਮਿਲਦਾ ਆ? ਇਹ ਕਿਤੇ ਰੱਬ ਪਾਉਣਾ ਕੋਈ ਸਾਧ ਸੰਗਤ ਜੀ ਸੌਖੀ ਗੱਲ ਵੀ ਆ ਤੇ ਔਖੀ ਗੱਲ ਵੀ ਆ, ਦੋਵੇਂ ਗੱਲਾਂ ਹੀ ਹੈ। ਸੌਖੀ ਇਹ ਹੈ ਕਿ ਜਦੋਂ ਸਾਧ ਸੰਗਤ ਜੀ ਅਸੀਂ ਮਨ ਤੇ ਕੰਟਰੋਲ ਕਰਕੇ ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਮਰਿਆਦਾ ਮੰਨ ਕੇ ਰਹਿਤ ਰੱਖ ਕੇ ਬਾਣੀ ਪੜ੍ਹ ਸੁਣ ਕੇ ਆਪੇ ਗੁਰੂ ਜੀ ਕਿਰਪਾ ਕਰ ਦੇਣਗੇ। ਅਰਦਾਸ ਕਰੇਗਾ। ਸੌਖਾ ਇਹ ਹੈ। ਔਖਾ ਇਹ ਹੈ ਜਦੋਂ ਗੁਰੂ ਦੇ ਦੁਆਰੇ ਤੇ ਨਹੀਂ ਜਾਣਾ, ਗੁਰੂ ਵਾਲੇ ਨਹੀਂ ਹੋਣਾ, ਰਹਿਤ ਨਹੀਂ ਰੱਖਣੀ, ਮਰਿਆਦਾ ਨਹੀਂ ਰੱਖਣੀ ਤੇ ਰੱਬ ਦੀ ਖੋਜ ਕਰਨੀ। ਇਹ ਤੇ ਪੋਖਰ ਨੀਰ ਵਰੋਲੀ ਆ, ਮਾਖਣ ਨਹੀਂ ਰੀਸੈ। ਇਹ ਤੇ ਪਾਣੀ ਨੂੰ ਰੜਕਦੇ ਆ ਤੇ ਮੂਰਖੋ ਪਾਣੀ ਨੂੰ ਰੜਕ ਕੇ ਤੇ ਮੱਖਣ ਮਿਲਦਾ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਪੋਖਰ ਨੀਰ ਵਰੋਲੀ ਹੈ, ਮਾਖਣ ਨਹੀਂ ਰੀਸੈ। ਮੱਖਣ ਨਹੀਂ ਮਿਲੂਗਾ। ਜੇ ਮੱਖਣ ਲੈਣਾ ਆ, ਬ੍ਰਹਮ ਗਿਆਨ ਰੂਪੀ ਮੱਖਣ ਲੈਣਾ, ਬ੍ਰਹਮ ਗਿਆਨੀ ਹੋਣਾ, ਆਪ ਰੱਬ ਹੋਣਾ ਜੇ ਤੂੰ, ਫਿਰ ਸ਼ੁਭ ਕਰਮਾਂ ਰੂਪੀ ਦੁੱਧ ਇਕੱਠਾ ਕਰ, ਫਿਰ ਜਾਗ ਲਾ ਗਿਆਨ ਦਾ। ਫਿਰ ਸਾਧ ਸੰਗਤ ਜੀ ਨਾਮ ਰੂਪੀ ਗਿਆਨ ਰੂਪੀ ਜਾਗ ਲਾਇਆ, ਫਿਰ ਰਿੜ ਕੇ ਇਸ ਨੂੰ ਜਦੋਂ ਰਿੜਕੇਗਾ ਬ੍ਰਹਮ ਗਿਆਨ ਰੂਪੀ ਮੱਖਣ ਮਿਲ ਜੇਗਾ। ਪਹਿਲਾਂ ਸ਼ੁਭ ਰੂਪੀ ਕਰਮ ਦੁੱਧ ਵਾਂਗ ਚਿੱਟੇ ਕੰਮ ਕਰ ਸਾਫ। ਇਉਂ ਸਮਝਾਉਂਦੇ ਐ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਭਾਈ ਜਦੋਂ ਫਿਰ ਇਹ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ,
ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੇ, ਗੱਲ ਗੁਰੂ ਤੇ ਖੜੀ ਹੈ ਸਾਰੀ। ਬਸ ਇਸ ਕਰਕੇ ਅੰਮ੍ਰਿਤ ਛਕ ਕੇ ਖੰਡੇ ਬਾਟੇ ਦਾ ਗੁਰੂ ਵਾਲੇ ਬਣੀਏ, ਰਹਿਤ ਮਰਜ਼ਾਦਾ ਵਿੱਚ ਪਰਪੱਕ ਰਹੀਏ। ਜੋ ਗੁਰੂ ਜੀ ਨੇ ਮਰਜ਼ਾਦਾ ਦੱਸੀ ਹੈ ਰਹਿਣਾ ਹੀ ਪੈਣਾ ਹੈ ਜੇ ਰੱਬ ਦੀ ਪ੍ਰਾਪਤੀ ਕਰਨੀ, ਜੇ ਤੂੰ ਰੱਬ ਵਰਗਾ ਹੋਣਾ, ਜੇ ਮੁਕਤੀ ਲੈਣੀ ਹੈ। ਸਾਧ ਸੰਗਤ ਜੀ, ਕੀ ਗੁਰੂ ਕਲਗੀਧਰ ਜੀ ਨੇ ਰੱਖੀ ਤੇ ਅਸੀਂ ਲੈਦੇ ਜੰਮੇ ਆ ਕਿ ਸਾਧ ਸੰਗਤ ਜੀ ਮੁਨਕਰ ਹੋਈ ਫਿਰਦੇ ਆ। ਇਸ ਕਰਕੇ ਭਗਤ ਜੀ ਉਹ ਬਚਨ ਉਚਾਰਨ ਕਰਦੇ ਹਨ, ਕਬੀਰ ਜਾ ਕੋ ਖੋਜਤੇ, ਜਿਸ ਵਾਹਿਗੁਰੂ ਨੂੰ ਤੁਸੀਂ ਲੱਭਦੇ ਫਿਰਦੇ ਹੋ ਭਾਈ, ਪਾਇਓ ਸੋਈ ਠੌਰ। ਉਹ ਵਾਹਿਗੁਰੂ ਹਿਰਦੇ ਰੂਪੀ ਘਰ 'ਚ ਹੀ ਮਿਲ ਗਿਆ ਠੌਰ। ਉਹ ਵਾਹਿਗੁਰੂ ਦਾ ਥਾਂ ਪਾਲਿਆ। 10ਵੇਂ ਦੁਆਰ ਦੇ ਵਿੱਚ ਜਾਣ ਤੋਂ ਬਾਅਦ ਧਿਆਨ ਦਿਓ ਥੋੜਾ ਜਿਹਾ, ਇੱਧਰ ਪੜ੍ਹਦੇ ਹਾਂ ਆਪਾਂ ਰੋਜ਼, ਹਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 9 ਦਰਵਾਜ਼ੇ ਤਾਂ ਪ੍ਰਗਟ, ਅੱਛਾ 9 ਦਰਵਾਜ਼ੇ ਕਿਹੜੇ ਕਿਹੜੇ ਆ? 2 ਅੱਖਾਂ, ਨੱਕ, ਸਾਧ ਸੰਗਤ ਜੀ, ਮੁਖ, 2 ਕੰਨ ਔਰ 2 ਗੁਪਤ ਅੰਗ। ਸਾਧ ਸੰਗਤ ਜੀ ਇਹ 6 ਨੇ, ਇਹਨੂੰ 9 ਦਰਵਾਜ਼ੇ ਕਹਿੰਦੇ ਐ। 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 10ਵਾਂ ਗੁਪਤ ਹੈ, ਉਹ ਗੁਪਤ ਹੈ। ਹੁਣ ਕਹਿੰਦੇ ਗੁਰਦੁਆਰੇ ਲੈ ਭਾਵਨੀ ਲੈ, ਆ ਗਈ ਨਾ ਗੱਲ ਉੱਥੀ। ਫਿਰ ਗੁਰ ਘਰ ਹੀ ਮਾਹੇ ਦਿਖਾਇਆ ਥਾ, ਸਤਿਗੁਰ ਹੋਏ ਲਖਾਵੇ, ਗੁਰਦੁਆਰੇ ਲੈ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਜਦੋਂ 10ਵਾਂ ਦੁਆਰ ਦਰਵਾਜ਼ਾ, 10ਵਾਂ ਦੁਆਰ, ਦੁਆਰ ਮਤਲਬ ਦਰਵਾਜ਼ਾ। ਹਜੇ ਤਾਂ ਅਸੀਂ ਰਸਨਾ ਤੇ ਨਾਮ ਨਹੀਂ ਪੱਕਾ ਹੋਇਆ, 10ਵੇਂ ਦੁਆਰ ਤੇ ਕਿੱਥੇ ਪਹੁੰਚਾਂਗੇ। ਸਾਧ ਸੰਗਤ ਜੀ 10ਵਾਂ ਜਿਹੜਾ ਦਰਵਾਜ਼ਾ ਹੈ ਨਾ, ਉਹਦੇ ਤੋਂ ਉਹ ਖੁੱਲਣ ਤੋਂ ਬਾਅਦ ਹੀ ਹਰੀ ਬੈਠਾ, ਹਰੀ ਬੈਠਾ, ਜਿਹਦੇ ਬਾਰੇ ਬਚਨ ਕਰਦੇ ਆ, ਦਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕਿਵਾਰ। ਕਿਵਾੜ ਭਾਵ ਵੈਸੇ ਕਿਵਾਰ ਲਫ਼ਜ਼ ਆਇਆ ਗੁਰਬਾਣੀ 'ਚ, ਆਪਾਂ ਕਿਵਾੜ ਕਹਿ ਦਿੰਦੇ ਆ ਸੌਖੀ ਭਾਸ਼ਾ। ਦਰਵਾਜ਼ਾ, ਦਰਸ਼ਨ ਦੀਜੇ ਖੋਲ ਕਿਵਾਰ। 10ਵਾਂ ਦੁਆਰ ਤੇ ਜਾ ਕੇ ਹੀ ਵਾਹਿਗੁਰੂ ਦਾ ਦਰਵਾਜ਼ਾ ਖੁੱਲਦਾ, ਉੱਥੇ ਬੈਠਾ ਸੱਚਖੰਡ ਵਸੈ ਨਿਰੰਕਾਰ। ਕਰ ਕਰ ਵੇਖੈ ਨਜ਼ਰ ਨਿਹਾਲ, ਉਥੇ ਤੇਰਾ ਮਨ ਵੇਖੇਗਾ ਗੁਰੂ ਸਾਹਿਬ ਨੂੰ। ਅੰਦਰ ਹੀ, ਅੰਦਰ ਦੀ ਗੱਲ ਹੈ ਸਾਰੀ, ਬਾਹਰ ਦੀ ਗੱਲ ਨਹੀਂ ਹੈ। ਵਸੀ ਰੱਬ ਹੈ ਲਿਆ ਜੰਗਲ ਕਿਆ ਟੁੰਡੇ, ਬਸ ਇੱਕ ਕੰਮ ਕਰ ਲੈ, ਇੱਕ ਕੰਮ ਹੋਰ ਕਰ ਲੈ। ਮਹਾਰਾਜ ਕਹਿੰਦੇ ਜੇ ਤੋ ਪਿਰਿਆ ਦੀ ਸਿੱਕ, ਹਿਆਉ ਨਾ ਠਾਹੇ ਕਹੀਦਾ, ਕਿਸੇ ਦਾ ਦਿਲ ਨਾ ਦੁਖਾਈ ਜੇ ਤੂੰ ਵਾਹਿਗੁਰੂ ਨੂੰ ਮਿਲਣਾ ਕਹਿੰਦੇ। ਸੱਚੇ ਪਾਤਸ਼ਾਹਾਂ ਸਮਝਾਉਂਦੇ ਐ, ਸੋਈ ਪਾਇਓ ਸੋਈ ਠੌਰ। ਉਹ ਦਰਵਾਜ਼ਾ ਪਾ ਲਿਆ, ਉਹ 10ਵਾਂ ਦੁਆਰ ਰੂਪੀ ਦਰਵਾਜ਼ਾ ਅੰਦਰੀ ਪਾ ਲਿਆ, ਜਿਹਨੂੰ ਲੱਭਦੇ ਫਿਰਦੇ ਸੀ। ਸੋਈ ਫਿਰ ਕੈ ਤੂੰ ਪਿਆ, ਦੀਨ ਦੁਨੀਆ ਦੇ ਮਾਲਕ ਕਹਿੰਦੇ ਫਿਰ ਫਿਰ ਕੇ ਤਾਂ ਬਹੁਤ ਕੁਝ ਕਰ ਲਿਆ, ਵੇਖ ਲਿਆ। ਜਾ ਕੋ ਕਹਤਾ ਔਰ, ਜਦੋਂ ਅਗਿਆਨਤਾ ਸੀ ਉਦੋਂ ਰੱਬ ਨੂੰ ਭਿੰਨ ਜਾਣਦੇ ਸੀ, ਔਰ ਦੂਜਾ ਜਾਣਦੇ ਸੀ। ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਾਣੀ ਪੜ੍ਹੀ, ਰੋਜ਼ ਪੜ੍ਹਦੇ ਆ, ਸਭ ਮੈਂ ਜੋਤ ਜੋਤ ਹੈ ਸੋਏ ਬਾ, ਪੜ੍ਹ ਹੀ ਰਹੇ ਆ। ਸਾਧ ਸੰਗਤ ਜੀ ਜਦੋਂ ਮੰਨ ਲਿਆ ਮਨ ਨੇ, ਜਦੋਂ ਅੰਦਰ ਲੈ ਗਏ ਬਾਣੀ, ਅੰਦਰ ਨਹੀਂ ਲੈ ਕੇ ਗਏ। ਭੋਜਨ ਤਿਆਰ ਕੀਤਾ, ਖਾਦਾ ਨਹੀਂ ਹੈ, ਰਸਨਾ ਦੁਆਰਾ ਜਾਪ ਕਰਦੇ ਆ, ਇਹ ਭੋਜਨ ਤਿਆਰ ਤਾਂ ਹੋ ਗਿਆ, ਅੰਦਰ ਨਹੀਂ ਲੈ ਕੇ ਗਏ। ਆ ਤੁਸੀਂ ਭੋਜਨ ਤਿਆਰ ਕਰੀ ਬੈਠੇ ਹੋ ਸਤ ਸੰਗਤ 'ਚ, ਅੰਦਰ ਨਹੀਂ ਲੈ ਕੇ, ਕਿਉਂਕਿ ਧਿਆਨ ਨਾਲ ਨਹੀਂ ਸੁਣਦੇ। ਜਦੋਂ ਧਿਆਨ ਨਾਲ ਸੁਣੋਗੇ, ਮੰਨੋਗੇ, ਅੰਦਰ ਉਹ ਨਾਮ ਰੂਪੀ ਭੋਜਨ ਜਾਏਗਾ ਤੇ ਸਾਧ ਸੰਗਤ ਜੀ ਫਿਰ ਕਿਰਪਾ ਹੋਣੀ ਹੈ ਗੁਰੂ ਸਾਹਿਬ ਦੀ। ਸੋ ਗੁਰੂ ਸਾਹਿਬ ਕਹਿੰਦੇ, ਸੋ ਹੁਣ ਤੂੰ ਦੂਜਾ ਜਾਣਦਾ ਆ, ਤਿਸ ਤੇ ਭਿੰਨ ਨਹੀਂ ਕੋ ਠਾਓ। ਉਹ ਤਾਂ ਕਹਿੰਦੇ ਕੋਈ ਭਿੰਨ ਹੀ ਨਹੀਂ ਹੈ। ਇਸ ਕਰਕੇ ਗੁਰਮੁਖੋ ਘਟ ਘਟ ਵਿਆਪ ਰਹਿਆ ਭਗਵੰਤ, ਉਹ ਤਾਂ ਘਟਾ ਘਟਾ 'ਚ ਵਿਆਪ ਰਿਹਾ। ਦੱਸੋ, ਗੁਰਬਾਣੀ ਤਾਂ ਇਹ ਕਹਿੰਦੀ ਹੈ। ਇਸ ਕਰਕੇ ਨਾਮ ਤੋਂ ਹੀ ਗੱਲ ਸ਼ੁਰੂ ਹੋਣੀ ਹੈ ਸਾਰੀ, ਨਾਮ ਤੋਂ ਹੀ, ਨਾਮ ਤੋਂ ਗੱਲ ਸਾਰੀ ਸ਼ੁਰੂ ਹੋਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪੇ ਕਿਰਪਾ ਕਰਨਗੇ। ਇੱਕ ਨਾ 10ਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਅੱਗੇ
ਅੱਗੇ ਫਿਰ ਕਹਿੰਦੇ ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ। ਫੇਰ ਤੂੰ ਸੱਚੇ ਘਰ 'ਚ ਬਹਿ ਕੇ ਸੋਹਲੇ ਗਾਵੇਂਗਾ। ਮਹਾਰਾਜ ਦਾ ਬਚਨ ਹੈ ਇਹੋ ਸਾਚਾ ਸੋਹਿਲਾ। ਦੂਜਾ ਅਰਥ ਆ ਸਤ ਸੰਗਤ ਰੂਪੀ ਘਰ ਵਿੱਚ ਬਹਿ ਕੇ ਸੱਚੇ ਸੋਹਲੇਗਾ ਤਾਂ ਕਦੇ ਤੈਨੂੰ ਮੰਜ਼ਿਲ ਪ੍ਰਾਪਤ ਹੋਊਗੀ। ਕਹਿੰਦੇ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ। ਗਾਵੋ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹਿ। ਸਚੋ ਧਿਆਵਹਿ ਜਾਤ ਤੋ ਭਾਵਹਿ ਗੁਰਮੁਖ ਜਿਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ। ਮਾਲਕ ਹੈ ਸੱਚ ਪਰਮੇਸ਼ਰ ਜਿਸ ਬਖਸ਼ੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ। ਫਿਰ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਉਚਾਰੇ। ਪੰਜਵਾਂ ਆਨੰਦ ਸਾਹਿਬ ਦੀਆਂ 38 ਪੌੜੀਆਂ ਨੇ ਗੁਰਮੁਖੋ। ਇਹੋ ਸਾਚਾ ਸੋਹਿਲਾ 39ਵੀਂ ਪੌੜੀ ਗੁਰੂ ਰਾਮਦਾਸ ਪਿਤਾ ਦੀ ਹੈ ਤੇ 40ਵੀਂ ਪੌੜੀ ਗੁਰੂ ਅਰਜਨ ਸਾਹਿਬ ਜੀ ਦੀ ਹੈ। ਆਨੰਦ ਇਹ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਹੀ ਹੈ ਸਾਧ ਸੰਗਤ ਜੀ। ਆਨੰਦ ਸੁਨੋ ਵਡਭਾਗੀਓ ਬਾ ਫੇਰ ਕਿਰਪਾ ਹੋਣੀ ਹੈ। ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਇਹ ਉਦੋਂ ਕਿਰਪਾ ਹੋਣੀ ਹੈ ਇਹ। ਨਹੀਂ ਤੇ ਆਹੀ ਸਾਧ ਸੰਗਤ ਜੀ ਕਲ ਕਲੇਸ਼ ਝਗੜੀ ਰਹਿਣੇ ਆ ਦੁਨੀਆ ਤੇ ਜਿੰਨਾ ਚਿਰ ਇੱਥੇ ਬਿਰਤੀ ਲੱਗੀ ਰਹੀ। ਮਹਾਰਾਜ ਇਉਂ ਸਮਝਾਉਂਦੇ ਐ ਜਿਸ ਵਾਹਿਗੁਰੂ ਨੂੰ ਤੂੰ ਫਿਰ ਕੇ ਲੱਭਦਾ ਸੀ ਉਹ ਤੈਨੂੰ ਵਾਹਿਗੁਰੂ ਮਿਲ ਗਿਆ। ਤਿਆਗ ਕਰ ਪਹਿਲਾਂ ਆਪਣਾ ਮਨ ਦਾ ਤਿਆਗ ਕਰ। ਸਾਧ ਸੰਗਤ ਜੀ ਵਿਸ਼ੇ ਵਿਕਾਰਾਂ ਦਾ ਤਿਆਗ ਕਰ। ਦ્વੈਤ ਭਾਵਨਾ ਤਿਆਗ ਕਰਕੇ ਹੀ ਵਾਹਿਗੁਰੂ ਮਿਲਣਾ। ਇਹ ਤੁਸੀਂ ਭੁੱਲ ਜਾਓ। ਤਿਆਗ ਕਰਕੇ ਵਾਹਿਗੁਰੂ ਮਿਲਣਾ। ਮਾਇਆ ਨਹੀਂ ਤਿਆਗਣੀ। ਇਹ ਨਾ ਛੱਡ ਦਿਓ ਭਾਜਿਓ ਨਾ। ਮੋਹ ਤਿਆਗਣਾ। ਮੋਹ ਮਮਤਾ ਜਿਹ ਮਾਇਆ ਮਮਤਾ ਤਜੀ। ਮਾਇਆ ਨਹੀਂ ਤਿਆਗਣੀ। ਉਹ ਫਿਰ ਅਸਲ ਫਿਰ ਤਿਆਗ ਕਿਹਨੂੰ ਕਹਿੰਦੇ ਆ? ਤਿਆਗ ਹੁੰਦਾ ਆ ਗੁਰੂ ਦੇ ਬਚਨ ਨੂੰ ਮੰਨਣਾ। ਉਹ ਨਹੀਂ ਕਰਨਾ। ਗੁਰੂ ਸਾਹਿਬ ਕਹਿੰਦੇ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਕਰਨਾ, ਉੱਥੇ ਨਹੀਂ ਜਾਣਾ, ਉੱਥੇ ਨਹੀਂ ਫਿਰਨਾ, ਬਸ ਉਹ ਕਰ ਲੈ। ਇਹ ਦੁਨੀਆ ਦਾ ਤਿਆਗ ਹੀ ਹੈ। ਹੋਰ ਤੈਨੂੰ ਥੋੜ੍ਹੋ ਆਖਿਆ ਵੀ ਮਾਇਆ ਤਿਆਗ ਵੀ ਮੈਨੂੰ ਦੇ ਦੇ ਤੂੰ ਨਾ ਰੱਖ। ਉਹ ਤਾਂ ਕਹਿੰਦਾ ਲੈ ਲਾ ਜਿੰਨੀ ਮਰਜ਼ੀ ਲੈ ਲਾ। ਜੋ ਮਾਗੇ ਠਾਕੁਰ ਆਪਣੇ ਤੇ ਸੂਈ ਸੂਈ ਦੇਵੇ ਲੈ ਲਾ ਜਿੰਨੀ ਲੈਣੀ ਹੈ। ਅਸਲ ਤਿਆਗ ਕਰ। ਯਾਦ ਰੱਖਿਓ ਜਿੰਨੀ ਮਾਇਆ ਲੈਣੀ ਮਿਲ ਜੂਗੀ। ਤੂੰ ਕਰੋੜ ਭਾਲਦਾ ਨਾ ਤੈਨੂੰ 2 ਮਿਲ ਜਾਣਗੇ। ਕਦੋਂ ਮਿਲਣਗੇ? ਪਹਿਲਾਂ ਤਿਆਗ ਕਰ ਫਿਰ ਮਿਲੂਗੀ ਮਾਇਆ। ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਏ। ਗੱਲ ਤੇ ਇਹ ਹੈ ਨਾ ਮਾਇਆ ਹੀ ਮੰਗੀ ਜਾਂਦੇ ਆ। ਮਾਇਆ ਨੂੰ ਛੱਡ ਦੋ ਬਸ। ਅੱਜ ਤੋਂ ਹੀ ਛੱਡ ਦੋ। ਨਾਮ ਮੰਗ ਲਓ ਆਪੇ ਆ ਜੂਗੀ ਮਾਇਆ। ਤੂੰ ਐਵੇਂ ਲੱਖਾਂ ਤੇ ਮਰਿਆ ਫਿਰਦਾ ਆ। ਮਹਾਰਾਜ ਕਹਿੰਦੇ ਕਰੋੜਾਂ ਹੀ ਹੋਣਗੇ ਤੇਰੇ ਕੋਲ। ਜੋ ਕਹੇਗਾ ਉਹੀ ਹੋਏਗਾ। ਤਿਆਗ ਕਰ ਫਿਰ ਕਿਰਪਾ ਹੋਣੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਭੁੱਲ ਚੁੱਕ ਦੀ ਖਿਮਾ। ਮਹਾਰਾਜ ਦੀ ਕਥਾ ਕਰਦਿਆਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਦੇਵਦਾਸ ਨੂੰ ਬਖਸ਼ ਲੈਣਗੇ। ਆਪ ਸਿੱਖ ਸੰਗਤਾਂ ਨੇ ਬਖਸ਼ ਲੈਣਾ ਭਾਈ। ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਵਾਪੈ ਮੇਲੇ। ਭਗਤ ਜੀ ਦਾ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ। ਸੋਈ ਫਿਰ ਕੈ ਤੂੰ ਭਇਆ ਜਾ ਕੋ ਕਹਿਤਾ ਔਰ। ਸੋਈ ਫਿਰ ਕੈ ਤੂੰ ਭਇਆ ਜਾ ਕੋ ਕਹਿਤਾ ਔਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।